का खालसा वाहिगुरू जी खालसा वाहिगुरू जी की वाहिगुरू जी फतेह। फतेह जी वाहिगुरू जी खालसा वाहिगुरू जी फतेह जी। ਅੱਜ ਆਪਾਂ ਅੰਗ ਨੰਬਰ ਜਿਹੜਾ ਹੈਗਾ 6 ਤੋਂ ਨਹੀਂ 5 ਤੇ ਹੈਗੇ ਆ ਜੀ, ਸ਼ਾਇਦ ਅੰਗ ਨੰਬਰ 5 ਦੇ ਉੱਤੇ ਹੈਗੇ ਆ ਤੇ 22ਵਾਂ ਜਿਹੜਾ ਅੰਕ ਲੈਣਾ ਹੈ ਜਪ ਬਾਣੀ ਦਾ। ਮਹਾਰਾਜ ਮੇਲ ਕਰਨ ਜੀ, ਭਲੀ ਕਰਨ ਸੰਗਤ ਨੂੰ ਜਿਹੜਾ ਹੈਗਾ ਗਿਆਨ ਦਾ ਦਾਨ ਦੇਣ। ਪਾਤਾਲਾ ਪਾਤਾਲ लख आगासा आगास, इतों शुरू करना है जी। इस तो पहला महाराज ने क्या सीगा बई जिहड़ा परमात्मा दा जिहड़ा हैगा कदों सृष्टि बनाई है मालक ने, केड़ा वेला सीगा, केड़ा डेट सीगी, केड़ा वार सीगा ते केड़ा टाइम सीगा, ਕਿਹੜੀ ਰੁੱਤ ਸੀਗੀ, ਜਦ ਆਕਾਰ ਹੋਇਆ। ਕਹਿੰਦੇ ਮਾਲਕ ਪਰਮਾਤਮਾ ਦਾ ਉਹੀ ਜਾਣਦਾ ਹੈ ਭਾਈ। ਜਿਸ ਮਾਲਕ ਪਰਮਾਤਮਾ ਨੇ ਇੰਨੀ ਵੱਡੀ ਜਿਹੜੀ ਹੈਗੀ ਖੇਡ ਬਣਾਈ ਆ, ਕੋਈ ਵੀ ਨਹੀਂ ਜਾਣ ਸਕਦਾ ਉਹਦੇ ਬਾਰੇ। ਤੇ ਹੁਣ ਜਿਹੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਥੋੜਾ ਲੇਟ ਹੋ ਗਿਆ ਮੈਂ। ਨਹੀਂ ਕੋਈ ਠੀਕ ਹੈ ਜੀ। ਹਾਂਜੀ ਤੁਸੀਂ ਜਾਰੀ ਰੱਖੋ ਸਾਧ ਸੰਗਤ ਜੀ, ਹੁਣ ਫਤਿਹ ਨਾ ਬੁਲਾਇਓ, ਟਾਈਮ ਕਾਫੀ ਹੋ ਗਿਆ। ਹਾਂਜੀ ਤੇ ਮੇਰੀ ਫਤਿਹ ਕਬੂਲ ਕਰ ਲਓ ਤੁਹਾਨੂੰ ਸਾਰਿਆਂ ਨੂੰ। ਹਾਂਜੀ ਠੀਕ ਹੈ। ਕੰਟੀਨਿਊ ਕਰੋ ਨਿੱਜਾ ਸਾਹਿਬ। ਪਾਤਾਲਾ ਪਾਤਾਲ ਲਖ ਆਗਾਸ ਆਗਾਸ, ਕਹਿੰਦੇ ਉਸ ਮਾਲਕ ਪਰਮਾਤਮਾ ਦੀ ਜਿਹੜੀ ਰਚਨਾ ਹੈਗੀ, ਇਹਦੇ ਵਿੱਚ ਜਿਹੜਾ ਹੈਗਾ ਕੁਦਰਤ ਜਿਹੜੀ ਮਾਲਕ ਪਰਮਾਤਮਾ ਨੇ ਬਣਾਈ ਹੈ, ਸ੍ਰਿਸ਼ਟੀ ਬਣਾਈ ਹੈ, ਇਹਦੇ ਵਿੱਚ ਇੰਨੇ ਪਾਤਾਲ ਹੈਗੇ ਆ, ਇੰਨੇ ਆਗਾਸ ਹੈਗੇ ਆ, ਆਕਾਸ਼। ਕਹਿੰਦੇ ਲੱਖਾਂ ਹੀ, ਕਹਿੰਦੇ ਲੱਖ ਜਿਹੜਾ ਹੈਗਾ ਇਹ ਵੀ ਇੱਕ ਨੰਬਰ ਹੈਗਾ। ਕਹਿੰਦੇ ਉਹਦਾ ਅਣਗਿਣਤ ਹੀ ਹੈਗੇ, ਕੋਈ ਇਹਦਾ ਗਿਣਤੀ ਮਿਣਤੀ ਨਹੀਂ ਕਰ ਸਕਦੇ। ਓੜਕ ਓੜਕ ਭਾਲ ਸਕੇ ਵੇਦ ਕਹਿਣ ਇੱਕ ਬਾਤ, ਕਹਿੰਦੇ ਓੜਕ ਓੜਕ ਭਾਲ ਕੇ ਥੱਕ ਗਏ, ਵੇਦ ਬ੍ਰਹਮਾ ਵਰਗੇ ਭਾਲ ਕੇ ਥੱਕ ਗਏ, ਜਿਹੜੇ ਕਹਿੰਦੇ ਸੀ ਮੈਂ ਕੁਦਰਤ ਦੇ ਵਿੱਚੋਂ, ਸ੍ਰਿਸ਼ਟੀ ਦੇ ਵਿੱਚੋਂ ਕਾਦਰ ਨੂੰ, ਕੁਦਰਤ ਦੇ ਵਿੱਚੋਂ ਕਾਦਰ ਨੂੰ ਲੱਭੂੰਗਾ। ਉਹ ਵੀ ਥੱਕ ਗਏ। ਇੱਕੋ ਹੀ ਗੱਲ ਕਹਿ ਰਹੇ ਆ। ਕੀ ਕਹਿ ਰਹੇ ਆ? ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼, ਨਾਨਕ ਵੱਡਾ ਆਖੀ ਆਪੇ ਜਾਣੇ ਆਪ। ਕਹਿੰਦੇ ਉਹ ਤਾਂ ਵੱਡਾ ਹੈ ਭਾਈ, ਆਪੇ ਜਾਣਦਾ ਹੈ। ਆਖਰੀ ਜਿਹੜੀ ਇਸ ਅੰਕ ਦਾ ਆਖਰੀ ਗੱਲ ਕਹਿ ਰਹੇ, ਇੱਕੋ ਹੀ ਗੱਲ ਕਹਿ ਰਹੇ ਆ। ਓੜਕ ਓੜਕ ਭਾਲ ਥਕੇ, ਲੱਭ ਲੱਭ ਕੇ ਥੱਕ ਗਏ। ਕਹਿੰਦੇ ਵੇਦ ਕਹਿਣ ਇੱਕ ਬਾਤ, ਗਿਆਨ ਇੱਕੋ ਹੀ ਗੱਲ ਕਹਿੰਦਾ ਹੈ ਭਾਈ, ਉਹ ਵੱਡਾ ਆ, ਆਪੇ ਜਾਣਦਾ ਹੈ ਆਪਣੀ ਰਚਨਾ ਨੂੰ। ਸਹਿਸ 18 ਕਹਿਣ ਕਤੇਬਾਂ, ਅਸਲੂ ਇੱਕ ਧਾਤ। ਤੇ ਮੁਸਲਮਾਨ ਦੇ ਜਿਹੜੇ ਹੈਗੇ ਆ ਉਹ ਧਾਰਮਿਕ ਜਿਹੜੇ ਹੈਗੇ ਇਹ ਕੁਰਾਨ ਸ਼ਰੀਫ ਔਰ ਹੋਰ ਜਿਹੜੇ ਅੰਜੀਲ ਵਗੈਰਾ ਜਿਹੜੇ ਹੋਰ ਇਹਨਾਂ ਦੇ ਗ੍ਰੰਥ ਹੈਗੇ ਆ, ਕਹਿੰਦੇ ਉਹ ਵੀ ਇਹੀ ਗੱਲ ਕਹਿੰਦੇ ਆ ਭਾਈ ਕਿ 18,000 ਆਲਮ ਕਹਿੰਦੇ ਆ। ਸਹਿਸ 18 ਕਹਿਣ ਕਤੇਬਾਂ, ਪਰ ਕਹਿੰਦੇ ਆ ਅਸਲੂ ਇੱਕ ਧਾਤ। ਕਹਿੰਦੇ ਅਸੂਲ ਦੀ ਗੱਲ ਆ ਹੈਗੀ ਆ ਕਿ ਇੱਕ ਮਾਲਕ ਪਰਮਾਤਮਾ ਮੂਲ ਹੈਗਾ, ਉਸੇ ਤੋਂ ਸਾਰੀ ਦੀ ਸਾਰੀ ਰਚਨਾ ਆ। ਸਾਰੀ ਰਚਨਾ ਉਸ ਮਾਲਕ ਪਰਮਾਤਮਾ ਤੋਂ ਹੀ ਹੈਗੀ। ਅਸਲੇ ਦੀ ਅਸੂਲ ਦੀ ਗੱਲ ਆ ਹੈਗੀ ਆ। ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼। ਕਹਿੰਦੇ ਲੇਖਾ ਹੋਏ ਤਾਂ ਲਿਖ ਸਕਦੀ ਹੈ, ਤਾਂ ਲਿਖਿਆ ਜਾਂਦਾ ਹੈ। ਕਹਿੰਦੇ ਲੇਖਾ ਹੀ ਖਤਮ ਹੋ ਜਾਂਦਾ ਹੈ। ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼, ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਮਹਾਰਾਜ ਕਹਿੰਦੇ ਆ ਭਾਈ ਉਹ ਵੱਡਾ ਆ, ਉਹ ਜਾਣਦਾ ਹੈ ਉਹਦੀ ਰਚਨਾ ਨੂੰ। ਹਾਂਜੀ ਗੁਰੂ ਸਾਹਿਬ। ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਬਾਤ। ਵੇਦ ਗਿਆਨ ਜਿਹੜਾ ਹੈ ਇੱਕੋ ਹੀ ਗੱਲ ਕਹਿੰਦਾ ਹੈ ਭਾਈ ਕਿ ਉਹ ਵੱਡਾ ਹੈਗਾ, ਭਾਲ ਕੇ ਥੱਕ ਗਿਆ ਗਿਆਨ। ਉਹਦੀ ਰਚਨਾ ਨੂੰ ਨਹੀਂ ਉਹਦੀ ਰਚਨਾ ਨੂੰ ਕਾਊਂਟ ਕਰ ਸਕਦੀ। ਹਾਂਜੀ ਹਾਂਜੀ ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਬਾਣੀ ਆਪਾਂ ਨੂੰ ਇਹ ਸਮਝਾਉਂਦੀ ਆ ਕਿ ਇਹ ਜਿਹੜੀ ਚੀਜ਼ ਦੀ ਰਚਨਾ ਆਕਾਸ਼ ਤੱਤ ਤੋਂ ਹੋਈ ਆ, ਉਹਦਾ ਕਿਨਾਰਾ ਕਿੱਥੋਂ ਹੋਊਗਾ? ਇੱਕ ਚੀਜ਼ ਆਕਾਸ਼ ਤੱਤ ਤੋਂ ਬਣੀ ਔਰ ਇਹਦੀ ਜਿੱਦਾਂ ਆਕਾਸ਼ ਦੀ ਕੋਈ ਲਿਮਟ ਨਹੀਂ ਨਾ ਹੈਗੀ, ਉਸੇ ਹੀ ਤਰ੍ਹਾਂ ਇਸ ਬ੍ਰਹਮ ਦੀ ਲਿਮਟ ਨਹੀਂ ਹੈ। ਹੁਣ ਕਹਿੰਦੇ ਕਿ ਇਕੱਲੇ ਸੂਰਜ ਤੋਂ ਜਦੋਂ ਕਿਰਨ ਸਾਡੇ ਵੱਲ ਆਉਂਦੀ ਹੈ ਨਾ, ਤੇ ਉਹਨੂੰ ਕਿਤੇ 5-7 ਮਿੰਟ ਲੱਗ ਜਾਂਦੇ ਆ
ਸਾਡੇ ਕੋਲ ਪਹੁੰਚਣ ਦੇ ਲਈ। ਔਰ ਉਸ ਕਿਰਨ ਦੀ ਸਪੀਡ ਪਰ ਸੈਕਿੰਡ 3 ਲੱਖ ਕਿਲੋਮੀਟਰ ਹੈਗੀ ਜੇ ਪਰ ਸੈਕਿੰਡ। ਇਹਦਾ ਮਤਲਬ 1 ਸੈਕਿੰਡ 'ਚ ਧਰਤੀ ਦੇ ਲਗਭਗ 12 ਚੱਕਰ 13 ਚੱਕਰ ਲਾ ਦੇਣੇ ਉਹਨੇ। ਅਬ ਜਸਟ ਸੋਚੋ, 1 ਸੈਕਿੰਡ 'ਚ ਧਰਤੀ ਤੇ 12-13 ਚੱਕਰ ਲਾ ਦੇਣੇ। ਉਹ ਇੰਨੀ ਸਪੀਡ ਆ ਕਿਰਨ ਦੀ। ਤੇ ਉੱਥੋਂ ਸੂਰਜ ਤੇ ਜਦੋਂ ਚੱਲਦੀ ਆ ਉਹਨੂੰ ਸਾਡੇ ਤੱਕ ਪਹੁੰਚਣ ਲਈ ਪਤਾ ਨਹੀਂ 5-7 ਮਿੰਟ ਲੱਗ ਜਾਂਦੇ ਆ। ਤੇ ਜਿਹੜੇ ਤਾਰੇ ਨੇ ਉਹ ਸਾਡੇ ਤੋਂ ਇੰਨੇ ਜ਼ਿਆਦਾ ਦੂਰ ਨੇ, ਉਹ ਜਦੋਂ ਪ੍ਰਕਾਸ਼ ਇੰਨੀ ਹੀ ਸਪੀਡ ਨਾਲ ਸਾਡੇ ਵੱਲ ਆਉਂਦਾ ਹੈ ਨਾ, ਤੇ ਉਸ ਪ੍ਰਕਾਸ਼ ਨੂੰ ਸਾਡੇ ਤੱਕ ਪਹੁੰਚਣ ਦੇ ਲਈ 5 ਸਾਲ ਲੱਗ ਜਾਂਦੇ ਜੀ। ਇਹਦਾ ਮਤਲਬ ਕੀ ਆ ਕਿ ਜਿਹੜਾ ਤਾਰਾ ਆਪਾਂ ਜਿੱਥੇ ਵੇਖਦੇ ਪਏ ਨਾ, ਉਹ 5 ਸਾਲ ਪਹਿਲਾਂ ਸੀ ਉੱਥੇ। 5 ਸਾਲ ਪਹਿਲਾਂ ਸੀ, ਹੁਣ ਉੱਥੇ ਨਹੀਂ ਹੈਗਾ, ਪਰ ਦਿਖਦਾ ਉੱਥੇ ਪਿਆ। ਸੋ ਕਹਿਣ ਤੋਂ ਭਾਵ ਇਹ ਆ ਕਿ ਇੰਨਾ ਆਪ ਜਸਟ ਸੋਚੋ, ਜਿੰਨੇ ਇਸ ਬ੍ਰਹਮੰਡ ਦੀ ਰਚਨਾ ਕੀਤੀ ਆ, ਜਿਹੜਾ ਪ੍ਰਕਾਸ਼ ਬਣਾਇਆ ਹੈ, ਉਹਦੀ ਸਪੀਡ ਵੀ ਉਹਨੇ ਸੈਟਿੰਗ ਕੀਤੀ ਹੋਈ ਆ। ਔਰ ਆਪ ਜਸਟ ਦੇਖੋ ਕਿ ਉਹ ਚੀਜ਼ ਕੀ ਹੈ, ਉਹ ਕਿੰਨੀ ਪਾਵਰਫੁਲ ਸ਼ਕਤੀ ਹੈ। ਆਪ ਜਸਟ ਇਮੇਜਿਨ ਕਰੋ, ਜਿਸ ਸ਼ਕਤੀ ਦੀ ਨਜ਼ਰ ਚੋਂ ਇੱਕ ਕੀੜੀ ਤੱਕ ਵੀ ਦੂਰ ਨਹੀਂ ਹੈ। ਇੱਕ ਕੀੜੀ ਕੀ ਤੇ ਬੜੀ ਵੱਡੀ ਗੱਲ ਮੈਂ ਕਹਿਤੀ, ਬੈਕਟੀਰੀਆ ਤੱਕ ਵੀ ਉਹਦੀ ਨਜ਼ਰ ਤੋਂ ਵੱਖ ਨਹੀਂ ਜੇ। ਉਹਨੂੰ ਬੈਕਟੀਰੀਆ ਵੀ ਦੇਦਾ ਪਿਆ। ਔਰ ਇੱਕ ਬੈਕਟੀਰੀਆ ਦੀ ਗੱਲ ਨਹੀਂ ਮੈਂ ਕਰਦਾ, ਆ ਸਾਰੀਆਂ ਧਰਤੀਆਂ ਦੇ ਜਿੰਨੇ ਵੀ ਬੈਕਟੀਰੀਆ ਨੇ, ਜਿੰਨੇ ਵੀ ਜੀਵ ਨੇ, ਜਿੰਨੀਆਂ ਵੀ ਧਰਤੀਆਂ ਨੇ, ਇੱਕੋ ਸਮੇਂ ਦੇ ਵਿੱਚ ਉਹਦੀ ਨਜ਼ਰ 'ਚ ਜੇ। ਕਿੰਨੀ ਪਾਵਰਫੁਲ ਸ਼ਕਤੀ। ਅਬ ਜਸਟ ਸੋਚ, ਇੰਨੀ ਪਾਵਰਫੁਲ ਸ਼ਕਤੀ ਹੈ ਜਿਸਨੇ ਮਾਇਆ ਦਾ ਰਚਨਾ ਕੀਤੀ ਹੈ। ਔਰ ਜਿਹਦੀ ਕਿਸੇ ਵੀ ਚੀਜ਼ ਦੀ ਕੋਈ ਸੀਮਾ ਨਹੀਂ ਹੈ। ਉਹਦੀ ਜੇਕਰ ਤਾਰੀਫ ਵੀ ਕਰੀਏ ਤੇ ਸਾਡੇ ਲਫ਼ਜ਼ ਬਹੁਤ ਥੋਥੇ ਨੇ। ਤੇ ਹੁਣੇ ਉਹ ਸਾਇੰਟਿਸਟ ਕਹਿੰਦੇ ਸੀ ਕਿ ਜਦੋਂ ਇੱਕ ਆਪਾਂ ਨਾ ਕੋਈ ਗ੍ਰਹਿ ਛੱਡਿਆ ਵਾ, ਆਪਣਾ ਕੋਈ ਇੰਸਟਰੂਮੈਂਟ ਹੈਗਾ, ਬੜਾ ਦੂਰ ਚਲ ਗਿਆ, ਉੱਥੋਂ ਫੋਟੋ ਖਿੱਚੀ ਉਹਨੇ ਧਰਤੀ ਦੀ। ਉਹ ਇੰਨੀ ਦੂਰ ਜਾ ਚੁੱਕਿਆ ਵਾ, ਉੱਥੋਂ ਜਦੋਂ ਫੋਟੋ ਖਿੱਚੀ ਹੈ ਤੇ ਸਾਡੀ ਜਿਹੜੀ ਧਰਤੀ ਹੈ ਨਾ, ਉਹ ਕਹਿੰਦੇ ਕਿ ਬ੍ਰਹਿਮੰਡ 'ਚ ਇੱਕ ਰੇਤਾ ਦੇ ਕਣ ਤੋਂ ਜ਼ਿਆਦਾ ਵੱਡੀ ਨਹੀਂ ਹੈ। ਇੱਕ ਛੋਟਾ ਜਿਹਾ ਰੇਤਾ ਦਾ ਕਣ ਹੈ ਨਾ, ਜੇ ਇੱਕ ਬ੍ਰਹਮ ਐਡਾ ਵੱਡਾ ਵਾ ਤੇ ਉਹਦੇ 'ਚ ਇਹ ਆਪਣੀ ਧਰਤੀ ਦੀ ਕੇਵਲ ਕੀਮਤ ਕਿੰਨੀ ਆ? ਇੱਕ ਰੇਤਾ ਦੇ ਕਣ ਜਿੰਨੀ। ਉਸ ਤੋਂ ਵੀ ਛੋਟੀ ਕਹਿੰਦੇ ਹੈਗੀ ਆ। ਉਹ ਇਹ ਸਾਡੀ ਧਰਤੀ ਦੀ ਕੀਮਤ ਇੱਕ ਰੇਤਾ ਦੇ ਕਣ ਜਿੱਡੀ ਆ, ਤੇ ਅਸੀਂ ਕੀ ਆ? ਤੁਸੀਂ ਕੀ ਆ ਤੇ ਮੈਂ ਕੀ ਆ? ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਆਪ ਜਸਟ ਸੋਚੋ, ਅਸੀਂ ਕੀ ਆ? ਅਸੀਂ ਕੁਛ ਵੀ ਨਹੀਂ ਹੈਗੇ। ਬਹੁਤ ਛੋਟੀ ਇਕਾਈ, ਇੰਨੀ ਛੋਟੀ ਇਕਾਈ ਜਿੱਦਾਂ ਸਾਡੇ ਲਈ ਕੀੜੀਆਂ ਆ ਨਾ, ਅਸੀਂ ਕੀੜੀਆਂ ਵੀ ਨਹੀਂ ਹੈਗੇ। ਅਸੀਂ ਤੇ ਮਤਲਬ ਇਹ ਬ੍ਰਹਮੰਡ ਦੇ ਵਿੱਚ ਜੋ ਸਾਡਾ ਸਿਸਟਮ ਹੈਗਾ, ਮਤਲਬ ਸਾਡੀ ਜਿਹੜੀ ਪਹਿਚਾਣ ਹੈ, ਜਿਹੜੀ ਸਾਡੀ ਆਇਡੈਂਟੀਟੀ ਹੈ, ਬਹੁਤ ਛੋਟੀ ਹੈ। ਔਰ ਇੱਥੇ ਹੋਮੇ ਕਾਹਦੀ? ਕਿ ਅਸਲ ਦੇ ਵਿੱਚ ਇਹ ਬਾਣੀ ਆਪਾਂ ਨੂੰ ਕੀ ਕਹਿਣਾ ਚਾਹੁੰਦੀ ਹੈ? ਇਹ ਨਹੀਂ ਕਹਿੰਦੇ ਕਿ ਪ੍ਰਮਾਤਮਾ ਦਾ ਕੋਈ ਅੰਤ ਨਹੀਂ ਹੈ। ਉਹ ਕਹਿੰਦੇ ਕਿ ਤੇਰੀ ਜਿਹੜੀ ਹੋਮੇ ਹੈ ਨਾ, ਬਹੁਤ ਛੋਟੀ ਹੈ। ਤੂੰ ਬੱਚਾ ਹੈਗਾ, ਛੋਟਾ ਜਿਹਾ ਬੱਚਾ, ਕਿਹੜੀ ਹੋਮੇ ਚੁੱਕੀ ਸਕਦਾ ਹੈ? ਔਰ ਇਹ ਬ੍ਰਹਮ ਏਡਾ ਵੱਡਾ ਵਾ, ਤੇਰੀ ਸੋਚ ਵੀ ਇੱਕ ਕਣ ਜਿੰਨੇ ਬਾਰੇ ਵੀ ਨਹੀਂ ਦੱਸਦੀ, ਇੱਕ ਰੇਤਾ ਦੇ ਕਣ ਬਾਰੇ ਨਹੀਂ ਦੱਸ ਸਕਦੀ। ਔਰ ਇੱਥੋਂ ਇਹ ਮਹਿਸੂਸ ਕਰਾਉਣ ਦੀ ਲੋੜ ਆ ਆਪਣੇ ਆਪ ਨੂੰ ਕਿ ਆਪਾਂ ਜਦੋਂ ਬ੍ਰਹਮ ਨੂੰ ਸਮਝੀਏ ਤੇ ਸਾਡਾ ਜਿਹੜਾ ਹਿਰਦਾ ਬੜਾ ਵਿਸ਼ਾਲ ਚਾਹੀਦਾ, ਈਰਖਾ ਤੋਂ ਪਰੇ ਚਾਹੀਦਾ। ਜੇਕਰ ਸਾਡੇ ਅੰਦਰ ਈਰਖਾ ਹੈਗੀ ਹੈ, ਅਸੀਂ ਸੋਚਦੇ ਹਾਂ ਉਹ ਕਾਲਾ ਹੈ, ਪੀਲਾ, ਨੀਲਾ, ਹਰਾ ਹੈ, ਫਿਰ ਗੜਬੜ ਆ। ਕਿਉਂਕਿ ਧਰਮ ਜਿਹੜਾ ਵਿਸ਼ਾ ਹੈ ਨਾ, ਬੜਾ ਠੀਕ ਆ। ਪਰਮਾਤਮਾ ਨੇ ਹਰ ਇੱਕ ਚੀਜ਼ ਬਣਾਈ ਹੈ, ਪਰ ਜਦੋਂ ਤੁਹਾਡੇ ਅੰਦਰ ਐਨਰਜੀ ਪ੍ਰਗਟ ਹੋ ਗਈ ਤੇ ਤੁਹਾਡੇ ਅੰਦਰੋਂ ਦਵੈਸ਼ ਉਦੋਂ ਖਤਮ ਹੋਣਾ ਹੈ। ਇਹ ਤਾਂ ਮੇਰੇ ਕਹਿਣ ਦੇ ਨਾਲ ਨਹੀਂ ਖਤਮ ਹੋ ਜਾਣਾ ਕਿ ਅਸੀਂ ਸਾਰਿਆਂ ਨੂੰ ਆਪਣਾ ਸਮਝਣ ਡੈ ਪਈਏ ਜਾਂ ਚੰਗੇ ਬਣ ਜਾਈਏ। ਇਹ ਬਾਈ ਪ੍ਰੋਡਕਟ ਆ। ਜਦੋਂ ਕਿ ਆਪ ਨੇ ਆਪਣੀ ਬੁੱਧੀ ਨੂੰ ਆਤਮ ਤੱਕ ਚ ਲੀਨ ਕੀਤਾ, ਉਸ ਤੋਂ ਬਾਅਦ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ। ਔਰ ਇੱਕ ਚੀਜ਼ ਆਪ ਇੱਕ ਮਨ ਦੇ ਵਿੱਚ ਬਿਠਾਉਣੀ ਹੈ, ਪਰਮਾਤਮਾ ਆਉਣ ਜਾਣ ਵਾਲਾ ਵਿਸ਼ਾ ਨਹੀਂ ਹੈ, ਉਹ ਸਰਵ ਵਿਆਪਕ ਹੈ ਤੇ ਹਰ ਪਲ ਮੌਜੂਦ ਹੈ। ਹਾਂਜੀ ਨਿਜਰ ਸਾਹਿਬ ਤੁਕ ਬੋਲ ਦੋ। ਪਾਤਾਲਾ ਪਾਤਾਲ ਲੱਖ ਆਗਾਸ ਆਗਾਸ, ਓੜਕ ਓੜਕ ਭਾਲ ਸਕੇ ਵੇਦ ਕਹਿਣ ਇੱਕ ਬਾਤ। ਪਾਤਾਲ ਜਿਹੜਾ ਹੁੰਦਾ, ਇਹ ਹੁੰਦਾ ਹੈ ਪਾਣੀ, ਧਰਤੀ ਦੇ ਥੱਲੇ ਪਾਣੀ, ਜਿਹੜਾ ਸਮੁੰਦਰ, ਇਹ ਕਹਿੰਦੇ ਆ ਪਾਤਾਲ। ਕਹਿੰਦੇ ਇਹੋ ਜਿਹੇ ਪਾਤਾਲ ਲੱਖਾਂ ਹੀ ਆ, ਔਰ ਇਹੋ ਜਿਹੇ ਆਕਾਸ਼ ਵੀ ਲੱਖਾਂ ਹੀ ਹੈਗੇ। ਔਰ ਭਾਲ ਕੇ ਥੱਕ ਗਿਆ ਗਿਆਨ, ਜਿਹੜੇ ਵੀ ਭਾਲਦੇ ਆ।
ਉਹ ਇੱਕੋ ਹੀ ਗੱਲ ਕਹਿੰਦੇ ਆ ਭਾਈ ਕਿ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ, ਕਿ ਉਹ ਵੱਡਾ ਹੈ ਭਾਈ, ਆਪੇ ਜਾਣਦਾ ਹੈ, ਉਹਨੂੰ ਨਹੀਂ ਡਿਫਾਈਨ ਕੀਤਾ ਜਾ ਸਕਦਾ ਉਹਦੀ ਰਚਨਾ ਨੂੰ। ਹਾਂਜੀ ਹਾਂ, ਹੁਣ ਸਾਧ ਸੰਗਤ ਜੀ ਆਮ ਹੀ ਲੋਕੀ ਕਹੀ ਜਾਂਦੇ ਆ, ਹੱਥ ਉੱਤੇ ਖੜਾ ਕਰੀ ਜਾਂਦੇ ਆ ਕਿ ਰੱਬ ਉੱਤੇ ਆ। ਹੁਣ ਤੁਸੀਂ ਆਪ ਸਿਆਣੇ ਜੋ 24 ਘੰਟੇ ਚ ਧਰਤੀ ਤੇ ਘੁੰਮ ਜਾਂਦੀ ਹੈ, ਇਹਦਾ ਮਤਲਬ ਕਿਤੇ ਰੱਬ ਉੱਤੇ ਕਿਤੇ ਥੱਲੇ, ਇਹੋ ਹੀ ਕੰਮ ਕਰੂਗਾ ਰੱਬ ਹੈ ਨਿਜਰ ਸਾਹਿਬ? ਬਿਲਕੁਲ। ਹੈ ਇਹ ਧਰਤੀ ਤੇ ਘੁੰਮੀ ਜਾ ਰਹੀ ਹੈ, ਜਿੱਦਾਂ ਫੁੱਟਬਾਲ ਨਹੀਂ ਹੁੰਦਾ ਕਿ ਕਿਤੇ ਹੀ ਉੱਤੇ ਚੱਲ ਜਾਂਦੇ ਆ, ਕਿਤੇ ਥੱਲੇ ਆ ਜਾਂਦੇ ਆ, ਤੇ ਇਹ ਫਿਰ ਰੱਬ ਹੀ ਕਿਤੇ ਅੱਗੇ ਚੱਲ ਜਾਊਗਾ, ਜਿੱਥੇ ਹੱਥ ਕਿਹੜਾ ਉੱਥੇ ਰੱਬ ਹੋਊਗਾ। ਇਹ ਸਾਨੂੰ ਸਮਝਣ ਦੀ ਲੋੜ ਹੈ। ਬਾਣੀ ਉਹ ਸਮਝਾਉਂਦੀ ਆ ਕਿ ਪ੍ਰਮਾਤਮਾ ਕੋਈ ਬਾਹਰ ਨਹੀਂ ਬੈਠਾ, ਅਸੀਂ ਬ੍ਰਹਮ ਦੇ ਅੰਦਰ ਹੈ, ਪਰ ਇੰਨਾ ਬਰੀਕ ਸਾਡਾ ਬਹੁਤ ਛੋਟਾ ਜਿਹਾ ਸਾਡਾ ਗੈਪ ਹੈ, ਉਹ ਵੀ ਕੇਵਲ ਸਾਡੀ ਬੇਵਕੂਫੀ ਇੱਕ ਕੌਮ ਹੈ। ਜੀਵਨ ਚ ਆਪ ਜਿੱਥੇ ਮਰਜੀ ਭੱਜ ਕੇ ਦੇਖ ਲਓ, ਤੁਹਾਡੇ ਤੋਂ ਕੁਛ ਵੀ ਨਹੀਂ ਹੋਣਾ। ਕਿਉਂ ਨਹੀਂ ਹੋਣਾ? ਕਿਉਂਕਿ ਜਦੋਂ ਅਸੀਂ ਆਏ ਹਾਂ ਖਾਲੀ ਹੱਥ ਆਏ ਸਾਂ, ਜਦੋਂ ਜਾਣਾ ਉਦੋਂ ਵੀ ਖਾਲੀ ਹੱਥ ਜਾਣਾ, ਪਰ ਸਾਡੇ ਨਾਲ ਜਿਹੜੇ ਸਾਡੀ ਸਵਾਦ ਦਾ ਟੋਕਰਾ ਜ਼ਰੂਰ ਨਾਲ ਜਾਣਾ, ਕਿਉਂਕਿ ਜਿਹੜੇ ਕਰਮ ਆ ਉਹ ਕੀਤੇ ਆ ਉਹ ਸਾਡੇ ਨਾਲ ਪੱਕੇ ਜਾਣਗੇ। ਆਏ ਸਾਂ ਤੇ ਮੇਰੇ ਹਿਸਾਬ ਨਾਲ ਕਾਫੀ ਸਾਫ਼ ਸੁਥਰੇ ਸਾਂ, ਪਰ ਕਈ ਲੋਕ ਤੇ ਆਪਣਾ ਜਿਹੜਾ ਸਰੀਰ ਰੂਪੀ ਜੋੜਾ ਇਹਨੂੰ ਭਰ ਕੇ ਲੈ ਕੇ ਜਾਂਦੇ ਨੇ, ਰੱਜ ਕੇ ਇੰਨਾ ਭਰ ਲੈਂਦੇ ਨੇ ਕਿ ਮਾਂ ਦੇ ਪੁੱਤ ਉਹਨਾਂ ਚਿਰ ਸਾਹ ਨਹੀਂ ਲੈਂਦੇ ਜਿੰਨਾ ਚਿਰ ਤੱਕ ਕਾਲੀ ਸਵਾਹ ਨਹੀਂ ਹੋ ਜਾਂਦੀ ਨੇ। ਜਿੱਦਾਂ ਬਿਲਕੁਲ ਸਹੀ ਗੱਲ ਹੈ, ਕਿਉਂਕਿ ਫਿਰ ਜਿਹੜਾ ਆਏ ਸੀਗੇ ਤੇ ਸਰੀਰ ਲੈ ਕੇ ਆਏ ਸੀਗੇ, ਹੁਣ ਜਾ ਰਹੇ ਆ ਤੇ ਸਰੀਰ ਖਤਮ ਹੋ ਜਾਣਾ, ਸਰੀਰ ਮਿਲਣਾ ਨਹੀਂ ਹੈ ਦੁਬਾਰਾ। ਹਾਂ ਬਿਲਕੁਲ ਸਹੀ ਹੈ। ਹਾਂਜੀ ਨਿਜਰ ਸਾਹਿਬ, ਹਾਂਜੀ ਗ੍ਰੰਥਾਂ ਦੇ ਵਿੱਚ ਵਰਣਨ ਕੀਤਾ ਹੈ ਤੇ ਕਹਿੰਦੇ ਉਸ ਚੀਜ਼ ਦਾ ਕੋਈ ਅੰਤ ਨਹੀਂ ਹੈਗਾ, ਕਿਉਂਕਿ ਅੰਤ ਤੇ ਤਾਂ ਲੱਭੋ ਨਾ ਕਿ ਚੀਜ਼ ਸ਼ੁਰੂ ਹੁੰਦੀ, ਜਿਹੜੀ ਚੀਜ਼ ਸ਼ੁਰੂ ਨਹੀਂ ਹੁੰਦੀ ਉਹਦਾ ਅੰਤ ਕਿੱਥੋਂ ਲੱਭੋ। ਹਾਂਜੀ ਨਿਜਰ ਸਾਹਿਬ। ਹਾਂ, ਓੜਕ ਪਾਲ ਸਕੇ ਵੇਦ ਕਹਿਣ ਇੱਕ ਬਾਤ ਵੇ ਇਹੀ ਕਹਿੰਦੇ ਆ ਭਾਈ ਕਿ ਉਸ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦੀ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਹਿਸ 18 ਕਹਿਣ ਕਤੇਬਾਂ ਅਸਲੂ ਇੱਕ ਧਾਤ, ਜਿਹੜੀਆਂ ਮੁਸਲਮਾਨੀ ਜਿਹੜੀਆਂ ਹੈਗੀਆਂ ਧਾਰਮਿਕ ਗ੍ਰੰਥ ਜਿਹੜੇ ਹੈਗੇ ਆ ਉਹ ਵੀ ਆਹੀ ਗੱਲ ਕਹਿੰਦੇ ਆ। ਸਹਿਸ 18,000 ਕਹਿੰਦੇ ਆਲਮ ਹੈਗੇ ਆ ਇਹੋ ਜਿਹੇ, ਪਰ ਕਹਿੰਦੇ ਆ ਇਹ ਉਹਦਾ ਅਸਲ ਜਿਹੜਾ ਹੈਗਾ ਉਹ ਇੱਕ ਮਾਲਕ ਪਰਮਾਤਮਾ। ਧਾਤ ਕਹਿੰਦੇ ਆ ਉਹ ਅਸਲ ਉਹਦਾ ਜਿਹੜਾ ਹੈਗਾ ਉਹ ਧਾਤੂ ਕਹਿੰਦੇ ਉਹ ਮਾਲਕ ਪਰਮਾਤਮਾ ਆਪ ਹੀ ਹੈਗਾ, ਸਾਰੀ ਰਚਨਾ ਦਾ ਕਰਤਾ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਇਹਨਾਂ ਨੇ 18,000 ਕਹਿ ਦਿੱਤੀਆਂ ਨੇ, ਉਹ ਵੀ ਨਹੀਂ ਕਹਿਣਾ ਚਾਹੀਦਾ। ਜਿਹੜੀ ਚੀਜ਼ ਦਾ ਪਤਾ ਹੀ ਨਹੀਂ, ਐਵੇਂ ਕਾਹਨੂੰ ਕੱਚੀ ਗੱਲ ਕਰ ਦੇਣੀ। ਕਿਉਂਕਿ ਦੇਖੋ ਜਿਹੜੀ ਚੀਜ਼ ਦਾ ਪਤਾ ਹੀ ਨਹੀਂ, ਕਿਉਂ ਮੈਂ ਉਸ ਚੀਜ਼ ਨੂੰ ਚੇਂਜ ਕਰ ਰਿਹਾ, ਮੈਂ ਕਿਉਂ ਕਹਿ ਰਿਹਾ? ਨਹੀਂ ਕਹਿਣਾ ਚਾਹੀਦਾ, ਕਿਉਂਕਿ ਜਿਹੜੀ ਚੀਜ਼ ਦਾ ਮੈਨੂੰ ਪਤਾ ਹੀ ਨਹੀਂ, ਮੈਂ ਵੀ ਕਹਿਦਾ ਕਿ ਹਾਂ ਬਈ ਇੰਨੀ ਆ, ਕਹਿਣ ਵਾਲੇ ਦੀ ਕਰਿਆ ਜਾਂਦਾ, ਪਰ ਪ੍ਰਮਾਤਮਾ ਦੇ ਘਰ ਚ ਉਹ ਬੰਦਾ ਜਿਹੜਾ ਹੈ ਨਾ ਉਹ ਸੋਭਾ ਨਹੀਂ ਪਾਉਂਦਾ। ਕਿਉਂਕਿ ਜਦੋਂ ਅਸੀਂ ਕਹਿ ਦਿੰਦੇ ਹਾਂ ਤੇ ਇਹਦਾ ਮਤਲਬ ਕਿ ਪ੍ਰਮਾਤਮਾ ਨੇ ਹੀ ਕਾਊਂਟ ਕਰ ਲਿਆ, ਉਹਨੂੰ ਗਿਣ ਲਿਆ। ਨਹੀਂ, ਤੁਸੀਂ ਬਾਹਰ ਵੇਖੋ ਕਿੰਨੇ ਤਾਰੇ ਨੇ, ਲੱਖਾਂ ਕਰੋੜਾਂ ਤੇ ਮੈਂ ਹੀ ਵੇਖ ਸਕਦਾ, ਪਤਾ ਨਹੀਂ ਇੱਕ ਬੰਦਾ ਅੱਖਾਂ ਦੇ ਨਾਲ ਪਤਾ ਨਹੀਂ ਕਿੰਨੇ ਇੱਕ ਬੰਦਾ ਵੇਖ ਸਕਦਾ। ਉਹ ਇਹਦਾ ਮਤਲਬ ਥੋੜੀ ਕਿ ਅੱਗੇ ਤਾਰੇ ਨਹੀਂ ਆ, ਉਹ ਇੰਨੇ ਕੁ ਜ਼ਿਆਦਾ ਦੂਰ ਨੇ, ਉਹਨਾਂ ਦਾ ਪ੍ਰਕਾਸ਼ ਨਹੀਂ ਸਾਡੇ ਕੋਲ ਪਹੁੰਚਣ ਦਿਆ। ਆਪ ਜਸਟ ਸੋਚੋ। ਹਾਂਜੀ ਨਿਸ਼ਚਿਤ ਸਾਹਿਬ। ਲੇਖਾ ਹੋਏ ਤਾਂ ਲਿਖੀਏ, ਲਿਖੇ ਹੋਏ ਵਿਨਾਸ਼, ਕਹਿੰਦੇ ਕੋਈ ਲੇਖਾ ਕਾਊਂਟਿੰਗ ਹੋਏ ਤਾਂ ਫਿਰ ਲਿਖ ਸਕਦੇ ਆ, ਪਰ ਇੱਥੇ ਤਾਂ ਜਿਹੜਾ ਹੈਗਾ ਨਾ ਤਾਂ ਲੇਖਾ ਹੈਗਾ, ਨਾ ਕਾਊਂਟਿੰਗ ਹੈਗੀ, ਔਰ ਨਾ ਹੀ ਜਿਹੜਾ ਹੈਗਾ ਲਿਖਣ ਦੀ ਸਮੱਗਰੀ ਹੈਗੀ, ਨਾ ਹੀ ਲਿਖਣ ਵਾਲਾ ਹੈਗਾ ਕੋਈ। ਲੇਖਾ ਹੋਏ ਤਾਂ ਲਿਖੀਏ, ਲਿਖੇ ਹੋਏ ਵਿਨਾਸ਼, ਲੇਖਾ ਹੀ ਖਤਮ ਹੋ ਜਾਂਦਾ ਹੈ। ਨਾਨਕ ਵੱਡਾ ਆਖੀਏ ਆਪੇ ਜਾਣੇ ਆਪ, ਕਹਿੰਦੇ ਉਹ ਮਾਲਕ ਪਰਮਾਤਮਾ ਵੱਡਾ ਹੈ ਭਾਈ। ਮੁੱਖ ਦੀ ਗੱਲ ਆਹੀ ਹੈ, ਉਹ ਆਪਣੀ ਰਚਨਾ ਨੂੰ, ਆਪਣੀ ਸ੍ਰਿਸ਼ਟੀ ਨੂੰ ਆਪ ਹੀ ਜਾਣਦਾ ਹੈ, ਹੋਰ ਕੋਈ ਨਹੀਂ ਜਾਣ ਸਕਦਾ। ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ, ਪੂਰਾ ਪ੍ਰੋਗਰਾਮਰ ਹੈ, ਉਹਦੇ ਅੰਦਰ ਹੀ ਹੈ ਸਾਰਾ ਕੁਝ, ਔਰ ਜਿੱਦਾਂ ਉਹਦਾ ਹੁਕਮ ਹੈ ਉਸੇ ਤਰ੍ਹਾਂ ਹੀ ਧਰਤੀਆਂ, ਤਾਰੇ, ਚੰਦਰਮਾ, ਸਮੁੰਦਰ, ਇਹ ਬਨਸਪਤੀਆਂ ਚੱਲ ਰਹੇ ਨੇ, ਉਹਦਾ ਹੁਕਮ ਹੈ। ਉਹ ਜਿੰਨਾ ਚਿਰ ਤੱਕ ਹੁਕਮ ਰਹੇਗਾ ਤਦ ਤੱਕ ਇਹ ਬ੍ਰਹਮ ਜਿਹੜੇ ਵੀ ਬ੍ਰਹਮ ਦੇ ਵਿੱਚ ਜੋ ਵੀ ਕੁਝ ਹੈਗਾ ਉਹ ਚੱਲੂਗਾ। ਔਰ ਜਦੋਂ ਉਹਦਾ ਦਿਲ ਕਰੂਗਾ, ਜਦੋਂ ਉਹਦੀ ਮਨ ਕਰਦਾ ਹੈ, ਉਹ ਸਭ ਨੂੰ ਖਤਮ ਕਰਕੇ ਸਮਾਧੀ ਲੀਨ ਵੀ ਹੋ ਜਾਂਦਾ ਹੈ। ਕਿੰਨੇ ਪਤਾ ਨਹੀਂ ਜੁਗਾਂ ਤੱਕ ਫਿਰ ਸਮਾਧੀ ਲੀਨ ਹੀ ਰਹਿੰਦਾ। ਔਰ ਫਿਰ ਜਦੋਂ ਸ਼ਕਤੀ ਦਾ ਦਿਲ ਕਰਦਾ ਹੈ, ਫਿਰ ਉਹ ਪ੍ਰਗਟ ਕਰੀ ਜਾਂਦੀ ਹੈ, ਧਰਤੀਆਂ ਬਣਾਈ ਜਾਂਦੀ ਹੈ, ਸੂਰਜ ਬਣਾਈ ਜਾਂਦੀ। ਇਹ ਪਰਮਾਤਮਾ ਇਸੇ ਤਰ੍ਹਾਂ ਹੀ ਸੋਚ ਕਰਦਾ ਹੈ।
ਕਿਉਂਕਿ ਉਹ ਮਤਲਬ ਉਹਨੂੰ ਚੰਗਾ ਲੱਗਦਾ ਹੈ। ਠੀਕ ਹੈ ਨਾ ਜੀ ਸਰ? ਬਿਲਕੁਲ। ਔਰ ਨੰਬਰ 2 ਇੱਕ ਚੀਜ਼ ਹੋਰ, ਮੈਂ ਮੰਨ ਲਓ ਇੰਜੀਨੀਅਰ ਹੈ ਜਾਂ ਮੈਂ ਕੋਈ ਚੀਜ਼ ਬਣਾ ਸਕਦਾ, ਮੈਂ ਮੁਰਦਾ ਚੀਜ਼ ਹੀ ਬਣਾਉਂਗਾ, ਪਰ ਪਰਮਾਤਮਾ ਇੱਕ ਐਸਾ ਕਲਾਕਾਰ ਹੈ ਜਿਹੜੀ ਵੀ ਚੀਜ਼ ਬਣਾਉਂਦਾ ਉਹ ਜਿੰਦਾ ਹੀ ਬਣਾਉਂਦਾ ਜੀ। ਬਿਲਕੁਲ। ਉਹ 'ਚ ਜਾਨ ਹੁੰਦੀ ਹੈ। ਉਹ ਪੱਥਰਾਂ ਪੁੱਥਰਾਂ ਦੇ ਬਾਰੇ ਸਾਨੂੰ ਨਹੀਂ ਪਤਾ, ਪਰ ਪੱਥਰ 'ਚ ਵੀ ਜਾਨ ਹੈ। ਉਹਦੀ ਚੇਤਨਾ ਹੈਗੀ ਆ, ਬਹੁਤ ਘੱਟ ਲੈਵਲ ਦੀ ਚੇਤਨਾ। ਮੈਂ ਸੋਚਦਾ ਕਿ ਇੱਕ ਧਰਤੀ ਦੀ ਇੱਕ ਜੀਵ ਹੈ ਜੀ ਸਰ। ਸੂਰਜ ਵੀ ਇੱਕ ਜੀਵ ਹੈ, ਚੰਦਰਮਾ ਵੀ ਮੈਂ ਸੋਚਦਾ ਕੋਈ ਜੀਵ ਹੈ, ਉਹ ਵੱਡਾ ਜੀਵ ਹੈ, ਉਹ ਲਾਈਵ ਹੈ, ਜੀਵ ਹੈ। ਹਾਂ, ਲਾਈਵ ਹੈ, ਕਿਉਂਕਿ ਉਹ ਜਿੰਦਾ ਵਾ ਤੇ ਤਾਂ ਹੀ ਉਹ ਤਹੀਂ ਜਿੰਦਾ ਵਾ, ਉਹਦੇ ਕਰਕੇ ਜਿੰਦਾ ਹੈ, ਕਿਉਂਕਿ ਜੀਵ ਹੈ ਉਹ। ਉਹਦੇ ਅੰਦਰ ਕੁਛ ਪਾਵਰ ਹੈ, ਉਦਾਂ ਹੀ ਕਿੱਦਾਂ ਜਿੰਦਾ ਰਹਿ ਸਕਦੇ ਹਾਂ ਅਸੀਂ। ਤੁਸੀਂ ਜਸਟ ਕਿੱਦਾਂ ਕੰਪੋਨੈਂਟ ਤਿਆਰ ਕੀਤਾ, 5 ਪਦਾਰਥ ਨੇ, ਆਕਾਸ਼ ਆ, ਹਵਾ ਵਾ, ਸੂਰਜ ਆ, ਧਰਤੀ ਆ, ਪਾਣੀ ਆ, ਕਿੱਦਾਂ ਉਹਨਾਂ ਦਾ ਕੰਬੀਨੇਸ਼ਨ ਕੀਤਾ ਔਰ ਇੱਕ ਜੀਵ ਬਣ ਜਾਂਦਾ ਹੈ। ਔਰ ਪਰਮਾਤਮਾ ਦੀ ਮੈਂ ਸੋਚਦਾ ਇੰਨੀ ਕਲਾਕਾਰੀ ਇੱਕ ਛੋਟੇ ਜਿਹੇ ਸ਼ੁਕਰਾਣੂ ਤੋਂ, ਇੱਕ ਛੋਟੇ ਜਿਹੇ ਬੀਜ ਤੋਂ ਉਹ ਚੀਜ਼ ਸ਼ੁਰੂ ਕਰਦਾ ਹੈ ਔਰ ਚੀਜ਼ਾਂ ਕਿੱਥੋਂ ਆ ਜਾਂਦੀਆਂ। ਆਪ ਜਸਟ ਸੋਚੋ, ਇੱਕ ਮੂਰਖ ਬੰਦਾ ਕਹਿੰਦਾ ਕਿ ਰੱਬ ਨਹੀਂ ਹੈਗਾ। ਹੁਣ ਇੱਕ ਬੁੱਢਾ ਜਿਹਾ ਮਰਿਆ ਸੀ ਜਿਹੜਾ ਸਰੀਰ ਨਹੀਂ ਚੱਲਦਾ, ਨੇ ਜਿਸ ਪਤਾ ਨਹੀਂ ਕੀ ਨਾਂ ਹੈ ਉਹਦਾ, ਹਾਂਜੀ, ਉਹ ਕਹਿੰਦਾ ਕਿ ਰੱਬ ਨਹੀਂ ਹੈਗਾ। ਮੈਂ ਸੋਚਿਆ ਕਿ ਤੂੰ ਬੇਸ਼ੱਕ ਤੇਰੇ ਸਰੀਰ 'ਚ ਨੁਕਤੇ ਸੀ, ਪਰ ਤੂੰ ਏਡਾ ਸਾਇੰਟਿਸਟ ਹੋ ਕੇ ਤੇਰਾ ਦਿਮਾਗ ਨੇ ਕੰਮ ਕੀਤਾ ਕਿ ਇਹ ਬ੍ਰਹਮ ਕਿੱਥੋਂ ਆਇਆ, ਇਹ ਚੀਜ਼ਾਂ ਜਿੰਦਾ ਕਿਉਂ ਨੇ, ਇਹ ਕਿੱਥੋਂ ਆ ਰਹੀਆਂ ਨੇ। ਸਟੀਫਨ ਹਾਕਨ ਜੀ, ਸਟੀਫਨ ਸੀ, ਸਟੀਫਨ। ਤੇ ਉਹ ਮੈਂ ਸੋਚਦਾ ਕਿ ਦੇਖੋ ਕੋਈ ਬੰਦੇ ਦੀ ਹੋਮੇ ਕਿੰਨੇ ਵੱਡੇ ਲੈਵਲ ਤੇ ਆ ਕੇ ਵੀ ਬੰਦਾ ਜਿਹੜਾ ਵਾ ਉਹ ਬੰਦਾ ਵੇਖ ਲਓ ਕਿਸੇ ਦੀ ਗੱਲ ਕਹਿ ਜਾਂਦਾ। ਉਹਦੀ ਲਾਈਫ ਕਾਫੀ ਡਿਸਟਰਬ ਸੀ, ਉਹ ਸਰੀਰ ਨਹੀਂ ਚੱਲਦਾ ਸੀ, ਉਹਦਾ ਦਿਮਾਗ ਹੀ ਚੱਲਦਾ ਸੀ ਇਕੱਲਾ। ਤੇ ਮਤਲਬ ਕਹਿਣ ਤੋਂ ਭਾਵ ਹੈ ਕਿ ਅੱਜ ਜਿਹੜੀ ਵੀ ਆਪਾਂ ਥਿਊਰੀ ਕੱਢਦੇ ਨਾ ਸਾਧ ਸੰਗਤ ਦੀ, ਉਹ ਥਿਊਰੀ ਫਾਈਨਲ ਨਹੀਂ ਹੈਗੀ। ਕੱਲ ਨੂੰ ਇੱਕ ਸਮਾਂ ਆਊਗਾ ਉਸ ਥਿਊਰੀ ਨੂੰ ਕੈਂਸਲ ਕਰਨਾ ਪਊਗਾ, ਫਿਰ ਨਵੀਂ ਥਿਊਰੀ। ਅੱਜ ਤੱਕ ਜਿਹੜੀਆਂ ਖੋਜਾਂ ਹੋਈਆਂ ਨਾ ਉਹਨਾਂ ਤੋਂ ਗਾਂ ਥਿਊਰੀ ਤੁਰੀ ਜਾ ਰਹੀ ਹੈ। ਇਹ ਚੀਜ਼ ਰੁਕੇਗੀ ਨਹੀਂ। ਕਿਉਂ ਨਹੀਂ ਰੁਕੇਗੀ? ਕਿਉਂਕਿ ਸਾਡੀ ਬੁੱਧੀ ਦੀ ਲਿਮਿਟ ਆ, ਬ੍ਰਹਮ ਦੀ ਲਿਮਿਟ ਨਹੀਂ ਹੈਗੀ। ਹਾਂਜੀ ਨਿਜ ਸਾਹਿਬ ਅੱਗੇ ਚਲੀਏ। ਅੱਗੇ 23ਵਾਂ ਅੰਕ ਆ ਗਿਆ, ਕਹਿੰਦੇ ਸਾਲਾ ਹੀ ਸਾਲਾਹ ਏਤੀ ਸੁਰਤ ਨਾ ਪਾਈਆ। ਕਹਿੰਦੇ ਹੁਣ ਤੂੰ ਧਿਆਨ ਸਿਮਰਨ ਕਰਨ ਲੱਗਾ ਆ, ਪਰਮੇਸ਼ਰ ਦੀ ਭਗਤੀ ਕਰਨੀ ਆ, ਕਰ ਰਿਹਾ ਆ। ਕਹਿੰਦੇ ਇੱਕ ਗੱਲ ਚੇਤੇ ਰੱਖ ਲਈ ਬਈ ਤੇਰੀ ਜਿਹੜੇ ਜਿੰਨੀ ਮਰਜ਼ੀ ਭਗਤੀ ਕਰ ਲੈ, ਜਿੰਨਾ ਮਰਜ਼ੀ ਸਲਾਹ ਲਾ, ਉਸ ਸਲਾਹ ਹੀ ਪਰਮਾਤਮਾ ਨੂੰ ਐਤੀ ਸੁਰਤ ਨਾ ਪਾਈ ਹੈ। ਇੰਨੀ ਤੂੰ ਅਵਸਥਾ ਨਹੀਂ ਪ੍ਰਾਪਤ ਕਰ ਸਕਦਾ, ਇੰਨੀ ਤੇਰੀ ਸੁਰਤੀ ਨਹੀਂ ਹੋ ਸਕਦੀ ਕਿ ਉਸ ਮਾਲਕ ਪਰਮਾਤਮਾ ਦਾ ਅੰਤ ਲੱਭ ਲੈ। ਉਸ ਮਾਲਕ ਪਰਮਾਤਮਾ ਕਿੰਨਾ ਵੱਡਾ ਹੈਗਾ ਇਹਨੂੰ ਜਾਣ ਲੈ। ਨਦੀਆਂ ਅਤੇ ਵਾਹ ਭਾਵੇਂ ਸਮੁੰਦ ਨਾ ਜਾਣੀਏ। ਕਹਿੰਦੇ ਦੇਖ ਕਿੰਨੇ ਦਰਿਆ ਹੈਗੇ, ਕਿੰਨੇ ਨਾਲੇ ਹੈਗੇ, ਜਾ ਕੇ ਜਿਹੜਾ ਹੈਗਾ ਦਰਿਆ ਦੇ ਵਿੱਚ ਸਾਰੇ ਡਿੱਗ ਪੈਂਦੇ ਦਰਿਆ ਦੇ ਵਿੱਚ। ਫਿਰ ਕਿਤੇ ਪਤਾ ਲੱਗਦਾ ਵੀ ਕਿਹੜਾ ਗੰਗਾ ਹੈ ਤੇ ਕਿਹੜਾ ਜਮਨਾ ਹੈਗੀ ਔਰ ਕਿਹੜੀ ਗੋਦਾਵਰੀ ਹੈਗੀ ਆ, ਕਿਹੜਾ ਦਰਿਆ ਹੈਗਾ ਹੈ। ਨਦੀਆਂ ਅਤੇ ਵਾਹ ਪਵੇਂ ਸਮੁੰਦ ਨਾ ਜਾਣੀਏ। ਸਮੁੰਦਰ ਨੂੰ ਨਹੀਂ ਜਾਣ ਸਕਦੇ ਹੋ। ਸਮੁੰਦ ਸਾਹ ਸੁਲਤਾਨ ਗਿਰਹਾਂ ਸੇਤੀ ਮਾਲ ਤਨ। ਕਹਿੰਦੇ ਕੋਈ ਐਸਾ ਇਨਸਾਨ ਜਿਹੜਾ ਹੈਗਾ, ਕੋਈ ਐਸਾ ਰਾਜਾ, ਸੁਲਤਾਨ, ਸ਼ਾਹ, ਸਮੁੰਦਰ ਜਿੰਨਾ ਵੱਡਾ ਹੋ ਜਾਏ। ਸਮੁੰਦ ਸਾਹ ਸੁਲਤਾਨ ਗਿਰਹਾਂ ਸੇਤੀ ਮਾਲ ਤਨ। ਗਿਰੀ ਕਹਿੰਦੇ ਪਹਾੜ। ਕਹਿੰਦੇ ਪਹਾੜਾਂ ਜਿੰਨੀ ਧਨ ਦੌਲਤ ਹੋ ਜਾਏ ਉਸ ਇਨਸਾਨ ਦੇ ਕੋਲ, ਉਸ ਰਾਜੇ ਸੁਲਤਾਨ ਦੇ ਕੋਲ। ਸਮੁੰਦ ਸਾਹ ਸੁਲਤਾਨ ਗਿਰਹਾਂ ਸੇਤੀ ਮਾਲ ਤਨ। ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੁ ਨਾ ਵੀਸਰੈ। ਕਹਿੰਦੇ ਉਹ ਸੁਲਤਾਨ, ਉਹ ਸਮੁੰਦਰ ਜਿੰਨਾ ਵੱਡਾ, ਪਹਾੜਾਂ ਜਿੰਨੀ ਦੌਲਤ ਵਾਲਾ, ਇੱਕ ਜਿਹੜੀ ਹੈਗੀ ਆ ਕੀੜੀ ਦੇ ਬਰੋਬਰ ਨਹੀਂ ਹੋ ਸਕਦਾ। ਕੀੜੀ ਦਾ ਕੀ ਮਤਲਬ? ਕੀੜੀ ਦਾ ਮਤਲਬ ਇੱਕ ਆਮ ਆਦਮੀ ਵਿਚਾਰਾ, ਗਰੀਬ ਆਦਮੀ ਜਿਹੜਾ ਹੈਗਾ। ਹੁਣ ਦੇਖ ਲਓ ਇੱਕ ਜਿਹੜਾ ਹੈਗਾ ਹੁਣ ਰਾਜੇ ਹੈਗੇ ਆ, ਇਹ ਜਿਹੜੇ ਹੈਗੇ ਪ੍ਰੈਜ਼ੀਡੈਂਟ ਹੈਗੇ ਆ ਪੂਰੇ ਦੇਸ਼ ਦੇ, ਇੱਕ ਆਮ ਆਦਮੀ ਵਿਚਾਰਾ ਉਹਨਾਂ ਦੇ ਸਾਹਮਣੇ ਕੀ ਹੈਗਾ? ਕੀੜੀ ਦੇ ਬਰੋਬਰ ਹੈਗਾ। ਕਹਿੰਦੇ ਜੇ ਉਹ ਆਮ ਆਦਮੀ, ਉਹਦੇ ਮਨ ਦੇ ਵਿੱਚ ਪਰਮਾਤਮਾ ਹੈਗਾ ਵਸਿਆ ਹੋਇਆ, ਤੇ ਉਹ ਰਾਜਾ ਜਿਹੜਾ ਹੈਗਾ ਉਹਦੇ ਪੈਰਾਂ ਦੀ ਬਰੋਬਰੀ ਵੀ ਨਹੀਂ ਕਰ ਸਕਦਾ। ਕੀੜੀ ਤੁਲ ਨਾ ਹੋਵਨੀ, ਕਹਿੰਦੇ ਉਹਦੇ ਬਰੋਬਰ ਨਹੀਂ ਹੋ ਸਕਦਾ ਉਹ। ਜੇ ਤਿਸ ਮਨੋਂ ਨਾ ਵਿਸਰੈ, ਜੇ ਉਹਦੇ ਮਨ ਤੋਂ ਉਹ ਮਾਲਕ ਪਰਮਾਤਮਾ ਨਾ ਵਿਸਰੈ ਤੇ ਉਹ ਜਿਹੜਾ ਹੈਗਾ
ਉਹ ਸ਼ਾਹ ਸੁਲਤਾਨ ਉਹ ਹੈਗਾ ਭਾਈ, ਉਹ ਤਾਂ ਜਿਹੜਾ ਹੈਗਾ ਕੀੜੀ ਵੀ ਨਹੀਂ ਆ ਉਹਦੇ ਸਾਹਮਣੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਐਡੀ ਵੱਡੀ ਸ਼ਕਤੀ ਹੈ। ਉਹ ਕਹਿੰਦੇ ਜੇ ਉਹਦੇ ਮਨ ਚੋਂ ਮੰਨ ਲਓ ਪਰਮਾਤਮਾ ਦਾ ਭਾਵ ਖਤਮ ਹੋ ਜਾਏ, ਉਹਦੀ ਕੀਮਤ ਇੱਕ ਕੀੜੀ ਜਿੰਨੀ ਵੀ ਨਹੀਂ ਹੈਗੀ। ਹਾਂ, ਤੇ ਅਸੀਂ ਤੁਸੀਂ ਕੀ ਆ ਦੱਸੋ? ਇਨਸਾਨ ਕਿਤੇ ਵਿਚਾਰ ਨਹੀਂ ਕਰਦਾ ਕਿ ਮੈਂ ਧਰਤੀ ਤੇ ਕਿਉਂ ਆਇਆ, ਮੇਰੇ ਜੀਵਨ ਦਾ ਮਕਸਦ ਕੀ ਹੈ, ਮੈਂ ਕਿੱਥੋਂ ਆ ਗਿਆ। ਕਿਤੇ ਆਪਨੇ ਨੋਟਿਸ ਕੀਤਾ ਸ਼ਦਾਈਆਂ ਵਾਂਗੂ ਭਾਈ ਜੀ तुम क्यों दौड़े? कहता तुम दौड़े तो हम भी दौड़े। सारी जिंदगी भाईचारे दा पहुंच ते कदे है नहीं। दुख ਵਧਦੇ ਹੀ ਜਾਂਦੇ ਕਦੇ ਨਹੀਂ ਸੋਚਦਾ ਕਿ ਮੇਰੇ ਜੀਵਨ 'ਚ ਦੁੱਖ ਕਿਉਂ। ਸਭ ਇਕੱਠਾ ਕਰੀ ਜਾਂਦਾ ਔਰ ਇਹ ਨਹੀਂ ਸੋਚਦਾ ਇਹ ਤੇ ਰੇਤਾ ਦਾ ਘਰ ਹੈ। ਔਰ ਜਿਹੜੀ ਬਾਣੀ ਤੈਨੂੰ ਸਮਝਾਉਣ ਦੀ ਗੱਲ ਕਿ ਤੇਰੇ ਅਵਰ ਕਾਜ ਤੇਰੇ ਕਿਸੇ ਕੰਮ ਨਹੀਂ ਹੋਣੇ, ਪਰ ਉਹਦੇ ਤੇ ਧਿਆਨ ਹੀ ਨਹੀਂ ਦਿੰਦਾ। ਹਾਂ ਇਹ ਕਹਿੰਦਾ ਵਾ ਕਿ ਬਾਬਾ ਜੀ ਲੱਖ ਰੁਪਏ ਦੀ ਠੱਗੀ ਮਾਰੀ ਆ, ਇਹ 5-6 ਹਜ਼ਾਰ ਦਾ ਤੁਸੀਂ ਪ੍ਰਸ਼ਾਦ ਲੈ ਲਓ ਨਿਜਰ ਸਾਹਿਬ। ਬਿਲਕੁਲ। ਉਹ ਰੱਬ ਨੂੰ ਵੀ ਕਹਿੰਦੇ ਹਿੱਸਾ ਕਰ ਲਾ ਸਾਡੇ ਨਾਲ। ਉਹ ਕੋਈ ਇਹ ਤਾਂ ਹੀ ਚੋਰ ਹੀ ਤੇ ਉਹਨੇ 2 ਵੰਗਾਂ ਲਾ ਲੀਆਂ ਕੁੜੀ ਦੀਆਂ ਤੇ ਉਹ ਚੋਰੀ ਹੋ ਗਈਆਂ। ਤੇ ਬਾਅਦ ਦੇ ਵਿੱਚ ਉਹ ਕੁੜੀ ਕਹਿੰਦੀ ਗੁਰਦੁਆਰੇ ਮੱਥਾ ਟੇਕਣ ਲੱਗੀ ਤੇ ਕਹਿਣ ਪਤਾ ਨੀ ਕਿਤੇ ਧਾਰਮਿਕ ਸਥਾਨ ਸੀ, ਕੱਲ ਇੱਕ ਸੱਚੀ ਕਿ ਝੂਠੀ। ਤੇ ਉੱਥੇ ਕਹਿੰਦੇ ਕਿ ਉਹ ਕਹਿੰਦੇ ਬਾਬਾ ਜੀ 500 ਰੁਪਏ ਚੜਾਉਂਗੀ ਮੇਰੀ ਵੰਗਾ ਲੱਭ ਜਾਣ। ਉੱਥੇ ਵੇਖਿਆ ਤੇ ਵੰਗ ਕਿਸੇ ਨੇ ਹੋਰ ਚੜਾਤੀ ਨੇਜਰ ਸਾਹਿਬ। ਤੇ ਉਹ ਕਹਿੰਦਾ ਬਾਬਾ ਨੇ ਦੱਦਾ ਚੜਾ ਗਿਆ ਕੋਈ। ਤੋ ਕਹਿਣ ਤੋਂ ਭਾਵ ਹੈ ਵੰਗ ਦੀ ਤੇ ਮੈਂ ਗੱਲ ਸਮਝਾਈ ਆ, ਪਰ ਕਈ ਲੋਕ ਇਸੇ ਤਰ੍ਹਾਂ ਲੱਗੇ ਹੋਏ ਨੇ, ਬਾਹਰ ਠੱਗੀਆਂ ਮਾਰਦੇ ਨੇ। ਤੇ ਉਹ ਪੈਸਾ ਜਿਹੜਾ ਵਾ ਉਹ ਪੈਸੇ ਚ ਵੀ ਦਾਨ ਕਰੀ ਜਾਂਦੇ ਨੇ। ਉਹ ਪ੍ਰਮਾਤਮਾ ਸਾਡੇ ਐਸੇ ਪੈਸੇ ਨੂੰ ਕਿਤੇ ਵੀ ਸਵੀਕਾਰ ਨਹੀਂ ਕਰੇਗਾ। ਇਹ ਜਿਹੜੀਆਂ ਗੱਲਾਂ ਸਾਨੂੰ ਸਮਝਾਈਆਂ ਗਈਆਂ ਨੇ, ਬੇਸ਼ੱਕ ਅਸੀਂ ਆਪਣੀ ਮਿਹਨਤ ਕਰਕੇ ਅਸੀਂ ਇੱਕ ਆਪਣਾ ਸਹੀ ਜੀਵਨ ਬਤੀਤ ਕਰਦੇ ਹਾਂ ਤੇ ਇਹਦੇ ਵਿੱਚ ਹੀ ਪਰਮਾਤਮਾ ਖੁਸ਼ ਹੈ। ਦਾਨ ਕੀਤਿਆਂ ਸਾਡੇ ਦਾਨ ਦੇ ਨਾਲ ਕੋਈ ਉਮੀਦ ਨਹੀਂ ਹੋ ਸਕਦਾ। ਇੱਕ ਹਾਂ ਪਰ ਇਹ ਆ ਕਿ ਜੀ ਸਾਡੇ ਕੋਲ ਹੈਗਾ ਵਾ ਤੇ ਆਪਾਂ ਕਿਹਦੀ ਮਦਦ ਕਰ ਸਕਦੇ ਹਾਂ, ਉਹ ਵੀ ਆਪਣੀ ਹੱਥੀਂ ਕਰਨੀ ਹੈ। ਹਾਂ ਨਿਜਰ ਸਾਹਿਬ ਅੱਗੇ ਚਲੀ। ਹਾਂਜੀ ਅੱਗੇ 24ਵਾਂ ਅੰਕ ਆ ਗਿਆ, ਅੰਤ ਨਾ ਸਿਫਤੀ ਕਹਿਣ ਨਾ ਅੰਤ। ਕਹਿੰਦੇ ਉਸ ਮਾਲਕ ਪਰਮਾਤਮਾ ਦਾ ਸਿਫਤ ਕਰਨ ਦੇ ਨਾਲ, ਕਹਿਣ ਦੇ ਨਾਲ ਉਹ ਮਾਲਕ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹਦੀ ਸਿਫਤਾਂ ਦਾ ਉਹਨੂੰ ਕਹਿਣ ਦੇ ਨਾਲ ਉਸ ਮਾਲਕ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹਾਂ ਉਹਦੇ ਵਿੱਚ ਬੂੰਦ ਸਾਗਰ ਦੇ ਵਿੱਚ ਜਿਹੜੀ ਹੈ ਸਮਾ ਸਕਦੀ ਹੈ। ਅੰਤ ਨਾ ਕਰਨਾ ਦੇਣ ਨਾ ਅੰਤ। ਉਹ ਮਾਲਕ ਪਰਮਾਤਮਾ ਦੇ ਕਰਨੇ ਦਾ, ਕਰਤੇ ਦੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹਦੀ ਦਾਤ ਦੇਣ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜੇ ਆਪਾਂ ਚਾਹੀਏ ਕਿ ਆਪਾਂ ਕੁਛ ਦੇ ਕੇ ਜਿਹੜਾ ਹੈਗਾ ਪਤਾ ਕਰ ਲਈਏ, ਕਹਿੰਦੇ ਆਪਾਂ ਨਹੀਂ ਪਤਾ ਕਰ ਸਕਦੇ ਭਾਈ ਉਸ ਮਾਲਕ ਪਰਮਾਤਮਾ ਦਾ ਅੰਤ ਨਾ ਵੇਖਣੇ ਸੁਣਨੇ ਨਾ ਅੰਤ। ਵੇਖਣ ਦੇ ਨਾਲ, ਸੁਣਨ ਦੇ ਨਾਲ ਬਈ ਕਿਤੇ ਮਾਲਕ ਪਰਮਾਤਮਾ ਦਾ ਅੰਤ ਪਾਇਆ ਜਾ ਸਕੇ। ਕੋਈ ਅੰਤ ਨਾ ਕਰਨੇ, ਕੋਈ ਕਿਰਿਆ ਕਰਨ ਦੇ ਨਾਲ, ਜੇ ਆਪਾਂ ਕਹੀਏ ਕੋਈ ਦਾਨ ਕਰਨ ਦੇ ਨਾਲ ਉਹਦਾ ਅੰਤ ਪਾ ਲਈਏ, ਨਹੀਂ ਪਾਇਆ ਜਾ ਸਕਦਾ। ਅੰਤ ਨਾ ਜਾਪੇ ਕਿਆ ਮਨੇ ਮੰਤ। ਔਰ ਇਹ ਵੀ ਨਹੀਂ ਪਤਾ ਲੱਗਦਾ ਭਾਈ ਕਿ ਉਹ ਮਾਲਕ ਪਰਮਾਤਮਾ ਦੇ ਮਨ ਦੇ ਵਿੱਚ ਕੀ ਹੈਗਾ। ਉਹ ਮਾਲਕ ਪਰਮਾਤਮਾ ਦੇ ਮਨ ਦੇ ਵਿੱਚ ਕਿਹੜਾ ਉਹਦੇ ਮਨ ਦੇ ਵਿੱਚ ਮੰਤਰ ਹੈਗਾ, ਕੀ ਚਾਹੁੰਦਾ ਹੈ ਮਾਲਕ ਪਰਮਾਤਮਾ, ਇਹਦਾ ਕੋਈ ਅੰਤ ਨਹੀਂ ਪਾ ਸਕਦਾ। ਅੰਤ ਨਾ ਜਾਪੇ ਕੀਤਾ ਆਕਾਰ। ਕਹਿੰਦੇ ਉਸ ਮਾਲਕ ਪਰਮਾਤਮਾ ਦਾ ਕਿੰਨਾ ਕੁ ਵੱਡਾ ਆਕਾਰ ਆ, ਇਸ ਆਕਾਰ ਦਾ, ਇਸ ਸ੍ਰਿਸ਼ਟੀ ਦਾ, ਇਹਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਜਾਪੇ ਪਾਰਾਵਾਰ। ਇਸ ਸੰਸਾਰ ਸਮੁੰਦਰ ਦਾ ਕੋਈ ਪਰਲਾ ਬੰਨਾ ਨਹੀਂ ਪਤਾ ਲੱਗਦਾ। ਇਸ ਸੰਸਾਰ ਸਮੁੰਦਰ ਦਾ ਪੈਰੀਫੇਰੀ ਜਿਹੜੀ ਹੈਗੀ ਨਹੀਂ ਪਤਾ ਲੱਗਦੀ ਭਾਈ, ਪਰਿਮਿਤੀ ਨਹੀਂ ਪਤਾ ਲੱਗਦੀ। ਅੰਤ ਕਾਰਨ ਕੀਤੇ ਬਿਲਾਏ। ਕਹਿੰਦੇ ਕਿੰਨੇ ਹੈਗੇ ਜਿਹੜੇ ਅੰਤ ਕਾਰਨ ਬ੍ਰਹਮੇ ਵਰਗੇ ਕਿੰਨੇ ਤਰਲੇ ਕੱਢਦੇ ਆ, ਕਹਿੰਦੇ ਤਾਂ ਕਿ ਅੰਤ ਨਾ ਪਾਏ ਜਾਏ। ਕਹਿੰਦੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਅੰਤ ਨਾ ਜਾਣੇ ਕੋਈ। ਕਹਿੰਦੇ ਕੋਈ ਵੀ ਮਾਲਕ ਪਰਮਾਤਮਾ ਦਾ ਅੰਤ ਨਹੀਂ ਜਾਣ ਸਕਦਾ। ਬਹੁਤਾ ਕਹੀਏ ਬਹੁਤਾ ਹੋਏ। ਕਹਿੰਦੇ ਬਹੁਤਾ ਕਿਹਾ ਜਾਂਦਾ ਹੈ, ਉਹ ਉਸ ਤੋਂ ਵੀ ਗਾਹਾਂ ਹੋ ਜਾਂਦਾ ਹੈ। ਬਹੁਤਾ ਕਹੀਏ ਬਹੁਤਾ ਹੋਏ, ਉਸ ਤੋਂ ਅੱਗੇ ਦੇ ਅੱਗੇ ਹੋ ਜਾਂਦਾ। ਉਹ ਵੱਡਾ ਸਾਹਿਬ ਉੱਚਾ ਥਾਂ। ਕਹਿੰਦੇ ਵੱਡਾ ਹੈ ਉਹ ਮਾਲਕ ਪਰਮਾਤਮਾ,
ਵੱਡਾ ਸਾਹਿਬ ਉੱਚਾ ਥਾਂ, ਉਹਦਾ ਥਾਨ ਉੱਚਾ ਹੈਗਾ ਮਾਲਕ ਪਰਮਾਤਮਾ ਦਾ, ਉਹਦਾ ਮਹਿਲ ਉੱਚਾ ਹੈਗਾ। ਉੱਚੇ ਉੱਪਰ ਉੱਚਾ ਨਾਉ, ਉੱਚੇ ਤੋਂ ਉੱਪਰ ਜਿਹੜਾ ਹੈਗਾ ਸਭ ਤੋਂ ਉੱਪਰ ਉਹ ਮਾਲਕ ਪਰਮਾਤਮਾ ਦਾ ਨਾਮ ਹੈਗਾ। ਸਭ ਤੋਂ ਵੱਡੀ ਦਾਤ ਮਾਲਕ ਪਰਮਾਤਮਾ ਦੀ ਉਹਦਾ ਨਾਮ ਹੈਗਾ। ਸਭ ਤੋਂ ਵੱਡੀ ਸ਼ਕਤੀ ਮਾਲਕ ਪਰਮਾਤਮਾ ਦੀ ਉਹਦਾ ਨਾਮ ਹੈਗਾ। ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਕਹਿੰਦੇ ਕੋਈ ਇੰਨਾ ਵੱਡਾ ਹੋ ਜਾਏ ਜਿੰਨਾ ਵੱਡਾ ਮਾਲਕ ਪਰਮਾਤਮਾ ਹੈਗਾ, ਉਸ ਮਾਲਕ ਪਰਮਾਤਮਾ ਨੂੰ ਉਹ ਜਾਣ ਸਕਦਾ ਹੈ ਭਾਈ। ਪਰ ਇੰਨਾ ਵੱਡਾ ਕੋਈ ਵੀ ਨਹੀਂ ਹੈ, ਮਾਲਕ ਪਰਮਾਤਮਾ ਜਿੰਨਾ ਵੱਡਾ ਕੋਈ ਵੀ ਨਹੀਂ ਹੈਗਾ। ਜੇ ਵੱਡਾ ਆਪ ਜਾਣੇ ਆਪ ਆਪ, ਕਹਿੰਦੇ ਜਿੰਨਾ ਵੱਡਾ ਆਪ ਆ ਉਹ ਆਪ ਹੀ ਜਾਣਦਾ ਹੈ ਭਾਈ। ਜਿੰਨਾ ਕਿੰਨਾ ਵੱਡਾ ਹੈ ਉਹ ਆਪ ਮਾਲਕ ਪਰਮਾਤਮਾ ਜਾਣਦਾ ਹੈ। ਨਾਨਕ ਨਦਰੀ ਕਰਮੀ ਦਾਤ, ਕਹਿੰਦੇ ਉਸ ਦੀ ਮਿਹਰ ਦੇ ਨਾਲ ਦਾਤ ਜਿਹੜੀ ਮਿਲਣੀ ਹੈ, ਜੋ ਵੀ ਮਿਲਣਾ ਹੈ, ਸਾਰਾ ਕੁਝ ਮਾਲਕ ਪਰਮਾਤਮਾ ਤੋਂ ਹੈ। ਦਾਤਾਂ ਉਸ ਦੀ ਕਰਮ, ਉਸ ਦੀ ਬਖਸ਼ਿਸ਼ ਦੇ ਨਾਲ ਜਿਹੜਾ ਹੈਗਾ ਉਸ ਦੀ ਦਾਤ ਮਿਲਦੀ ਹੈ ਭਾਈ। ਔਰ ਬਖਸ਼ਿਸ਼ ਦਾ ਆਪਾਂ ਨੂੰ ਪਾਤਰ ਬਣਨਾ ਪੈਂਦਾ ਹੈ। ਉਸ ਦੀ ਬਖਸ਼ਿਸ਼ ਤਾਂ ਮਿਲੂਗੀ ਜੇ ਆਪਾਂ ਬਖਸ਼ਿਸ਼ ਦੇ ਪਾਤਰ ਹੋਵਾਂਗੇ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਹਾਂਜੀ ਬੇਟਾ। ਹਾਂਜੀ ਠੀਕ ਹੈ ਨਿਜੇ ਸਰ। ਹਾਂਜੀ ਹਾਂਜੀ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਕਹਿੰਦੇ ਸਿਫਤਾਂ ਦੇ ਨਾਲ ਜਿਹੜਾ ਹੈਗਾ ਉਹਦੇ ਮਾਲਕ ਦਾ ਸਿਫਤ ਜਿਹੜੀ ਮਾਲਕ ਦੇ ਗੁਣਾਂ ਦਾ ਕੋਈ ਅੰਤ ਹੀ ਨਹੀਂ ਹੈਗਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਉਹਦੇ ਗੁਣਾਂ ਨੂੰ ਜਿਹੜਾ ਹੈਗਾ ਕਿਹਾ ਵੀ ਨਹੀਂ ਜਾ ਸਕਦਾ, ਗਿਣਤੀ ਮਿਣਤੀ ਵੀ ਨਹੀਂ ਹੋ ਸਕਦੀ ਉਹਦੇ ਗੁਣਾਂ ਦੀ। ਹਾਂ ਬਿਲਕੁਲ ਠੀਕ ਹੈ। ਸਾਧ ਸੰਗਤ ਜੀ ਬਾਣੀ ਤੇ ਸਮਝਾ ਰਹੀ ਆ ਕਿ ਜਿੱਦਾਂ ਕੋਈ ਸਾਹਮਣੇ ਚੀਜ਼ ਪਈ ਮੇਰੇ ਤੇ ਮੈਂ ਉਹਦਾ ਵਿਸ਼ਲੇਸ਼ਣ ਤੇ ਕਰ ਲਾਂ, ਉਹਦੇ ਬਾਰੇ ਤੇ ਮੈਂ ਦੱਸਾਂਗਾ ਨਾ। ਚੀਜ਼ ਮੇਰੇ ਲਾਗੇ ਪਈ ਹੁਣ ਜਿਹੜੀ ਚੀਜ਼ ਦੇ ਅੰਦਰ ਹੈ ਮੈਂ ਉਹਦੇ ਬਾਰੇ ਕਿੱਦਾਂ ਦੱਸੂਗਾ? ਮੈਂ ਦੱਸਣ ਦੇ ਲਈ ਗੈਪ ਥੋੜਾ ਫਾਸਲਾ ਚਾਹੀਦਾ ਨਾ ਨਿਜਰ ਸਾਹਿਬ। ਫਾਸਲਾ ਤਾਂ ਹੈ ਨਹੀਂ। ਜਿਹੜੀ ਚੀਜ਼ ਨੇ ਮੈਨੂੰ ਘੇਰਿਆ ਉਹਦੇ ਬਾਰੇ ਮੈਂ ਕਿੱਦਾਂ ਦੱਸ ਸਕਦਾ? ਔਰ ਮੈਂ ਜਿੱਧਰ ਜਾਂਦਾ ਉਧਰ ਹੀ ਤੇ ਉਨਾ ਹੀ ਆ, ਨਾ ਤੇ ਵੱਧ ਨਾ ਘੱਟ। ਆਤਮਾ ਮਤਲਬ ਇੱਕ ਸਾਰ ਤੱਤ, ਨਾ ਵੱਧ ਨਾ ਘੱਟ, ਨਾ ਜ਼ਿਆਦਾ ਉੱਚਾ ਵਾ ਤੇ ਨਾ ਉਹ ਜ਼ਿਆਦਾ ਨੀਵਾਂ, ਇੱਕੋ ਹੀ ਸਾਰ ਤੱਤ ਆ। ਸਾਰਾ ਬ੍ਰਹਮ ਜਿਹੜਾ ਇੱਕੋ ਆਤਮਾ ਨਾਲ ਬਣਿਆ। ਆਪ ਦੇਖੋ ਜਿਹੜਾ ਤੁਹਾਡੇ ਅੰਦਰ ਬਿੰਦੂ ਉਹ ਥੋੜੀ ਹਿਲਦਾ ਵਾ। ਤੁਸੀਂ ਜਿੱਥੇ ਮਰਜ਼ੀ ਚੱਲ ਜਾਓ, ਜਿੰਨਾ ਮਰਜ਼ੀ ਘੁੰਮ ਲਓ, ਉਹ ਤੁਹਾਡੇ ਵਾਲਾ ਜਿਹੜਾ ਬਿੰਦੂ ਉਹ ਆਤਮਾ ਉਸੇ ਤਰ੍ਹਾਂ ਹੀ ਖਲੋਤੀ ਹੈ। ਜਿਹੜਾ ਤੁਹਾਡੇ ਅੰਦਰ ਸਾਖਸ਼ੀ ਹੈ ਉਹ ਸਾਖਸ਼ੀ ਦੇਖੋ। ਆਪਾਂ ਹੁਣ ਗੱਲਾਂ ਕਰ ਰਹੇ ਇਹਦੋਂ ਵੀ ਬੈਠਾ ਵਾ ਤੁਹਾਡੇ ਅੰਦਰ, ਕੁਛ ਕਹਿਣ ਥੋੜੀ ਦਿਆ ਤੁਹਾਨੂੰ, ਕੁਛ ਨਹੀਂ ਕਹਿੰਦਾ, ਪਰ ਵੇਖਦਾ ਪਿਆ ਤਾਂ। ਇਸੇ ਲਈ ਤੇ ਉਹ ਸਾਨੂੰ ਚੰਗੀ ਤਰ੍ਹਾਂ ਜਾਣਦਾ। ਫਿਰ ਅਸੀਂ ਜੋ ਵੀ ਕੰਮ ਕਰਦੇ ਹਾਂ ਸਾਨੂੰ ਤੇ ਬਾਹਰੀ ਸਰੀਰ ਦਾ ਪਤਾ, ਉਹਨੂੰ ਸਾਡੇ ਅੰਦਰ ਦੇ ਸਰੀਰ ਦਾ ਵੀ ਪਤਾ ਕਿ ਅੰਦਰ ਕੀ ਹੋ ਰਿਹਾ। ਔਰ ਸਾਨੂੰ ਉਹ ਇੰਨਾ ਵੀ ਪਤਾ ਵਾ ਕਿ ਸਾਡੇ ਕਰਮ ਕਿੱਦਾਂ ਦੇ, ਅਸੀਂ ਕਿੱਦਾਂ ਦੇ ਵਿਚਾਰ ਕਰਦੇ। ਸਾਡੇ ਵਿਚਾਰ ਵੀ ਪੜ੍ਹ ਲੈਂਦਾ, ਮਗਰ ਤੇ ਬੈਠਾ ਹੋ ਤੈਨੂੰ ਤਾਂ ਤੁਹਾਨੂੰ ਦੱਸਦਾ ਕਿ ਤੂੰ ਕਿੱਦਾਂ ਦੇ ਵਿਚਾਰ ਵੇਖਣ ਆ। ਇੱਥੋਂ ਤੱਕ ਕਿ ਜਦੋਂ ਅਸੀਂ ਸੌਂ ਜਾਂਦੇ ਹਾਂ ਰਾਤ ਨੂੰ ਕਿਹੜਾ ਸੁਪਨਾ ਵੇਖਿਆ ਉਹ ਵੀ ਦੱਸਦਾ ਉਹ ਸਵੇਰੇ। ਨਿੱਜੀ ਸਾਹਿਬ ਬਿਲਕੁਲ ਸੁਪਨਾ ਤੇ ਦੱਸਦਾ ਵਾ। ਸੁਪਨੇ ਚ ਤੇ ਚੱਲ ਕੁਛ ਹੁੰਦਾ ਵਾ, ਜਿੱਥੇ ਗਹਿਰੀ ਨੀਂਦ ਚੱਲ ਜਾਂਦੇ ਉਦੋਂ ਵੀ ਦੱਸਦਾ ਵਾ ਕਿ ਨੀਂਦ ਬੜੀ ਵਧੀਆ ਆਈ, ਅੱਜ ਕੋਈ ਸੁਪਨਾ ਨਹੀਂ ਆਇਆ। ਦੇਖੋ ਆਪ ਜਿਸ ਤੇ ਸੋਚੋ ਕਿ ਸ਼ਕਤੀ ਦੀ ਗੱਲ ਹੈ, ਤੁਹਾਨੂੰ ਕੌਣ ਦੱਸਣ ਦਿਆ? ਤੁਹਾਡੇ ਅੰਦਰ ਬੈਠਾ ਵਾ, ਤੁਹਾਨੂੰ ਇਹ ਵੀ ਕਹਿਣ ਦਿਆ ਕਿ ਤੇਰਾ ਮਨ ਜਿਹੜਾ ਵਿਚਾਰਾਂ ਚ ਗਵਾਚਿਆ। ਦੱਸੋ ਤੁਹਾਡੇ ਅੰਦਰ ਬੈਠਾ ਵਾ, ਉਹ ਕਹਿਣ ਦਿਆ ਕਿ ਤੇਰੇ ਚਿੱਤ ਚ ਫਲਾਣਾ ਵਿਚਾਰ ਆ ਗਿਆ, ਦਵੈਸ਼ ਆ ਗਈ, ਰਾਗ ਆ ਗਏ, ਤੇਰੇ ਚਿੱਤ ਚ ਆ ਚੀਜ਼ ਹੁੰਦੀ। ਇਹਦਾ ਮਤਲਬ ਉਹਦੇ ਅੰਦਰ ਆ ਸਾਰਾ ਕੁਝ ਹੋ ਰਿਹਾ। ਪਰ ਜਦੋਂ ਅਸੀਂ ਤੁਰੀਆ ਅਵਸਥਾ ਚ ਚੱਲ ਜਾਂਦੇ ਹਾਂ, ਸੁਖਾ ਬੁੱਧੀ ਤੋਂ ਅਗਲੀ ਅਵਸਥਾ, ਨਿਰਵਿਚਾਰ ਵਾਲੀ ਅਵਸਥਾ ਚ ਪਹੁੰਚ ਜਾਂਦੇ ਹਾਂ, ਤੇ ਉਦੋਂ ਜਾ ਕੇ ਉਸ ਤੱਤ ਨੂੰ ਵੇਨੇ ਸਾਖਸ਼ੀ ਨੂੰ, ਉਦੋਂ ਸਾਖਸ਼ੀ ਸਾਡੀ ਸੁੱਤੀ ਚੱਲ ਜਾਂਦੀ। ठीक है नीचे साहब? बिल्कुल। जब हम होते तब तुम नहीं, जब तुम होते तब हम नहीं। बूंद समानी जो समुद्र चल की बूंद ਤੇ ਫਿਰ ਕੀ ਹੁੰਦੀ ਆ ਕਿ ਫਿਰ ਉਹ ਬਸ ਸਮੁੰਦਰ ਹੋ ਗਈ। ਉਦੋਂ ਤੁਸੀਂ ਆਤਮਾ ਹੁੰਦੇ, ਉਹ ਤਾਂ ਅਸੀਂ ਆਤਮਾ ਨਹੀਂ ਹੁੰਦੇ। ਤੀਰਥ ਸਥਾਨ ਕਹਿੰਦੇ ਨਾ, ਤੀਰਥ ਲੋਕੀ ਕਹਿੰਦੇ ਤੀਰਥ ਸਥਾਨ ਤੇ ਜਾ ਕੇ ਨਹਾਓ। ਅਸਲ ਦੇ ਵਿੱਚ ਜਿਹੜਾ ਤੀਰਥ ਸਥਾਨ ਹੈ ਉਹ ਸਾਡੀ ਆਤਮਾ ਵਾ, ਜਿੱਥੇ ਨਹਾਉਣਾ ਵਾ। ਬਾਹਰੀ ਤੀਰਥ ਨਹਾਉਣਾ ਜ਼ਰੂਰੀ ਆ, ਚਲੋ ਕੋਈ ਗੱਲ ਨਹੀਂ ਆਪਾਂ ਨਹਾਈਏ, ਪਰ ਉਹ ਮੰਜ਼ਿਲ ਨਹੀਂ ਹੈਗੀ, ਉਹ ਰਸਤੇ ਤੇ ਮੀਲ ਪੱਥਰ ਨੇ।
ਅਸਲੀ ਜਿਹੜਾ ਤੀਰਥ ਸਥਾਨ ਉਹ ਸਾਡੇ ਅੰਦਰ ਆ। ਔਰ ਜਿੰਨਾ ਚਿਰ ਤੱਕ ਸਾਡੀ ਸੁਰਤੀ ਉੱਥੇ ਜਾ ਕੇ ਇਸ਼ਨਾਨ ਨਹੀਂ ਕਰਦੀ, ਉਹਨਾਂ ਚਿਰ ਤੱਕ ਜੀਵਨ 'ਚ ਕੋਈ ਬਦਲਾਵ ਨਹੀਂ ਆ ਸਕਦਾ। ਕਿੰਨੇ ਮਰਜ਼ੀ ਕਾਲਜ 'ਚ ਬੰਦਾ ਪੜ੍ਹ ਜੇ, ਕਿੰਨੇ ਮਰਜ਼ੀ ਯੂਨੀਵਰਸਿਟੀ 'ਚ ਵਾ ਕੇ ਬੰਦਾ ਪੜ੍ਹ ਕੇ ਵੇਖ ਲੇ, ਜਿੱਥੇ ਮਰਜ਼ੀ ਕਥਾ ਸੁਣ ਲੇ, ਕਹਾਣੀਆਂ ਸੁਣ ਲੇ, ਜਿੰਨਾ ਮਰਜ਼ੀ ਵੱਡੇ ਵੱਡੇ ਸੰਤਾਂ ਕੋਲ ਚਲ ਜੇ, ਜਦ ਤੱਕ ਸੁਰਤੀ ਆਤਮ ਤੱਤ 'ਚ ਨਹੀਂ ਜਾਂਦੀ ਨਿੱਜਰ ਸਾਹਿਬ, ਉਹਨਾਂ ਚਿਰ ਤੱਕ ਜੀਵਨ 'ਚ ਬਦਲਾਵ ਨਹੀਂ ਆਉਣਾ। ਇਸ ਸੁਰਤੀ ਨੂੰ ਬੰਦਾ ਖੁਦ ਹੀ ਲੈ ਕੇ ਜਾ ਸਕਦਾ ਹੈ, ਕਿਉਂਕਿ ਇੱਕ ਪ੍ਰਮਾਤਮਾ ਨੇ ਏਦਾਂ ਦੀ ਵਿਧ ਬਣਾਈ ਹੈ। ਜਿਹੜੇ ਵੇਖੋ ਮਹਾਨ ਸੰਤ ਹੋਏ ਨੇ, ਉਹ ਆਪਣੇ ਬੱਚਿਆਂ ਨੂੰ ਨਹੀਂ ਸਮਝਾ ਸਕੇ। ਕਿਉਂ ਨਹੀਂ ਸਮਝਾ ਸਕੇ? ਕਿਉਂਕਿ ਹਰ ਕੋਈ ਬੰਦਾ ਉਹਦੀ ਮਰਜ਼ੀ ਹੋਣੀ ਚਾਹੀਦੀ ਹੈ। ਤੁਹਾਨੂੰ ਵੀ ਸਾਧਨਾ ਦੇ ਬਾਰੇ ਤਾਂ ਹੀ ਗਿਆਨ ਕਰਾਇਆ ਜਾ ਸਕਦਾ ਵਾ ਜੇਕਰ ਤੁਹਾਡੇ ਅੰਦਰ ਉਹ ਚਿਰਾਗ ਹੈਗਾ, ਤੁਹਾਡੇ ਅੰਦਰ ਇੱਛਾ ਵਾ। ਬਿਨਾਂ ਇੱਛਾ ਦੇ ਤੁਹਾਨੂੰ ਆਤਮ ਗਿਆਨ ਕੋਈ ਪ੍ਰਾਪਤ ਨਹੀਂ ਕਰਾ ਸਕਦਾ। ਹਾਂ, ਗੁਰਦੁਆਰੇ ਧਾਰਮਿਕ ਥਾਂ 'ਚ ਜ਼ਰੂਰ ਲੈ ਕੇ ਜਾਇਆ ਜਾ ਸਕਦਾ। ਇਹ ਹੁਣ ਆ ਜਿਹੜੀ ਸੰਗਤ ਹੈਗੀ ਹੈ ਨਾ, ਮੈਂ ਇਹ ਨਾ ਸੋਚਿਓ ਤੁਹਾਡਾ ਮੈਂ ਦਿਲ ਤੋੜਨਾ ਚਾਹੁੰਦਾ, ਸਾਰੇ ਨਹੀਂ ਪਹੁੰਚਣਗੇ। ਕਿਉਂਕਿ ਦੇਖੋ ਕਾਲਜ ਵਿੱਚ ਸਾਰੇ ਬੱਚੇ ਪੜ੍ਹਦੇ ਨੇ, ਸਾਰੇ ਡਾਕਟਰ ਨਹੀਂ ਬਣ ਜਾਂਦੇ। ਨਿੱਜੀ ਸਾਹਿਬ ਬਿਲਕੁਲ ਠੀਕ ਹੈ ਜੀ, ਐਗਰੀ ਕਰਦੇ ਨਾ ਮੇਰੀ ਗੱਲ ਨੂੰ? ਬਿਲਕੁਲ। ਕਿਉਂਕਿ ਬੜਾ ਤੁਹਾਡੀ ਨਹੀਂ ਕਹਿੰਦੇ ਪਏ ਤੁਸੀਂ ਆਰਮੀ 'ਚ ਨੌਕਰੀ ਦਿੰਦੇ, ਅਗਲੇ ਪੂਰੀ ਜਾਨ ਕੱਢਦੇ ਮੇਰੇ ਵਰਗੇ ਦੀ, ਭਜਾ ਕੇ ਐਕਸਰਸਾਈਜ਼ਾਂ ਕਰਾ ਕੇ ਪਿੱਠੂ ਪਾ ਆਹ ਕਰ। ਉਹ ਮੇਰਾ ਇਮਤਿਹਾਨ ਲੈਂਦੇ ਨੇ ਕਿ ਚਰਨਜੀਤ ਟ੍ਰੇਨਿੰਗ 'ਚੋਂ ਭੱਜ ਜੇ, ਕਿਉਂਕਿ ਮੁੜ ਕੇ ਬੜੀ ਵੱਡੀ ਜ਼ਿੰਮੇਵਾਰੀ ਦੇਣੀ ਹੋਵੇ। ਠੀਕ ਹੈ ਨਿੱਜੀ ਸਾਹਿਬ? ਬਿਲਕੁਲ। ਹੁਣ ਮੇਰੇ ਹੱਥ 'ਚ ਬੰਦੂਕ ਦੇਣੀ ਆ, ਉਹ 'ਚ ਗੋਲੀਆਂ ਵਾ, ਪਰ ਉਹ ਕਹਿੰਦੇ ਕਿ ਏਡੀ ਵੱਡੀ ਜ਼ਿੰਮੇਵਾਰੀ ਦੇਣ ਤੋਂ ਪਹਿਲਾਂ ਇਹਨੂੰ ਭਜਾ ਦਿਓ, ਐਸਾ ਇਹਨੂੰ ਐਕਸਰਸਾਈਜ਼ ਦਿਓ। ਜੇ ਪਾਸ ਹੁੰਦਾ ਤੇ ਸਮਝ ਲਓ ਕਿ ਉਹ ਬੰਦਾ ਇਹ ਕੰਮ ਦੇ ਉਹ ਕਾਬਿਲ ਹੈ, ਇਸ ਪੋਜੀਸ਼ਨ ਦੇ, ਇਸ ਜ਼ਿੰਮੇਵਾਰੀ ਦੇ। ਇਸੇ ਹੀ ਤਰ੍ਹਾਂ ਆਤਮ ਗਿਆਨ ਸਾਰਿਆਂ ਦੇ ਜਾਂਦੇ ਸਾਰੇ ਨੇ, ਪਰ ਪਹੁੰਚਦਾ ਵਿਰਲੇ ਨੇ। ਕੋਈ 5 ਮਹੀਨਿਆਂ 'ਚ, ਕੋਈ ਸਾਲ ਬਾਅਦ ਰੁਕ ਜਾਂਦਾ, ਥੋੜਾ ਜਿਹਾ ਗਿਆਨ ਪ੍ਰਾਪਤ ਹੋਇਆ, ਉਹ ਸੋਚਦਾ ਮੈਂ ਬੜਾ ਗਿਆਨੀ ਹੋ ਗਿਆ। ਪਰ ਇਹ ਜਰਨੀ ਏਦਾਂ ਦੀ ਹੈ, ਇਹਦਾ ਅੰਤ ਨਹੀਂ ਹੈਗਾ, ਇਹਦਾ ਅੰਤ ਹੈ ਹੀ ਨਹੀਂ। ਤੁਸੀਂ ਤੁਰੇ ਜਾਓ, ਸੁਰਤੀ ਰਾਤ ਨੂੰ ਕਿੰਨੀ ਲਈ ਜਾਂਦੇ ਜੋ, ਨਿੱਜਰ ਸਾਹਿਬ ਉਹਦਾ ਕਿਨਾਰਾ ਹੈਗਾ? ਦੱਸੋ ਮੈਨੂੰ। ਪਾਣੀ 'ਚ ਖੁੱਦ ਕਿਹਾ ਸਾਹਿਬ ਮੇਰਾ ਨੀਤ ਨਵਾਂ, ਕਿਹਾ ਨਾ ਨਿੱਜਰ ਸਾਹਿਬ ਤੋਂ ਕਹੇਗੀ ਨਾ। ਹਾਂਜੀ, ਸਾਹਿਬ ਮੇਰਾ ਨੀਤ ਨਵਾਂ। ਤੇ ਗੁਰਸਿੱਖ ਸਾਹਿਬ ਇੱਕ ਚੀਜ਼ ਹੈਗੀ, ਜਿਹੜੇ ਨਹੀਂ ਮੰਜ਼ਿਲ ਤੇ ਪਹੁੰਚੇ ਪਰ ਜਿਹੜੇ ਚੱਲੇ ਹੈਗੇ, ਉਹਨਾਂ ਦਾ ਫਲ ਤਾਂ ਉਹਨਾਂ ਨੂੰ ਜ਼ਰੂਰ ਮਿਲਦਾ ਹੈ। ਉਹ ਉਸ ਸਟੇਜ ਤੇ ਉਹ ਥੋੜੀ ਯਾਤਰਾ ਤਾਂ ਉਹਨਾਂ ਨੇ ਕਰ ਲਈ ਨਾ, ਇੱਕ ਅੱਧਾ ਸਟੈਪ, ਇੱਕ ਅੱਧੀ ਮੰਜ਼ਿਲ ਤਾਂ ਉਹ ਚਲੇ ਗਏ ਨਾ ਉੱਪਰ। ਪਰ ਨਿੱਜਰ ਸਾਹਿਬ, ਪਰ ਮੈਂ ਚਾਹੁੰਦਾ ਵਾਂ ਕਿ ਜਦ ਤੱਕ ਜਿਹੜਾ ਫਲ ਫਰੂਟ ਨੂੰ ਫਲ ਲੱਗਦਾ ਹੀ ਨਹੀਂ ਆ, ਉਹ ਪ੍ਰੋਸੈਸ 'ਚ ਹੀ ਰਹਿ ਗਿਆ। ਆਪ ਕਿਉਂ ਨਹੀਂ ਸਮਝਦੇ ਮੇਰੀ ਗੱਲ? ਇੱਕ ਗਾਂ ਵਾ, ਗਾਂ ਲਿਆਂਦੀ, ਮੈਨੂੰ ਤੁਸੀਂ ਗਾਂ ਦਿੱਤੀ, ਜਦ ਤੱਕ ਗਾਂ ਦੀ ਤੇ ਮੈਨੂੰ ਤਾਂ ਸੁੱਖ ਹੋਣਾ ਨਾ ਜਦੋਂ ਥਣਾ 'ਚ ਦੁੱਧ ਆਵੇ। ਪਰ ਬਸ ਦੁੱਧ ਦੀ ਹੈ ਨਾ, ਬਸ ਹੋਰ ਗਾਂ ਦਾ ਕੀ ਕਰਨਾ ਆਪਾਂ? ਬਿਲਕੁਲ। ਪਰ ਜਦ ਤੱਕ ਆਪਾਂ ਨੂੰ ਸਹਿਜ ਸਮਾਧੀ ਨਹੀਂ ਮਿਲੀ, ਆਪਾਂ ਰਾਹ 'ਚ ਹੀ ਰੁਕ ਗਏ ਆ। ਤੇ ਉਹ ਉੱਥੇ ਤੇ ਨਹੀਂ ਨਾ ਪਹੁੰਚੇ ਜਿੱਥੇ ਆਪਾਂ ਜਿਹੜਾ ਡਿਸੀਜਨ ਲਿਆ ਸੀ ਕਿ ਆਪਾਂ ਸਹਿਜ ਸਮਾਧੀ 'ਚ ਜਾਣਾ, ਐਫੋਰਟਲੈਸ ਜਾਣਾ, ਜਿੱਥੇ ਕੁਛ ਨਹੀਂ ਕਰਨਾ ਪਵੇ ਪਰ ਬ੍ਰਾਹਮੀ ਹੋ ਜਾਈਏ। ਉਹ ਤੇ ਸਾਡੀ ਆਖਰੀ ਮੰਜ਼ਿਲ ਹੈ। ਜੇ ਸਾਨੂੰ ਇੰਨਾ ਵੀ ਨਹੀਂ ਨਿੱਜਰ ਸਾਹਿਬ ਪਤਾ ਤੇ ਫਿਰ ਉਹ ਰਾਹ 'ਚ ਮੁੜ ਕੇ ਆ ਜਾਵਾਂਗੇ ਆਪਾਂ। ਮੈਂ 70 ਫੁੱਟ, ਜੇ ਪਾਣੀ 300 ਫੁੱਟ ਤੇ ਮੈਨੂੰ 300 ਫੁੱਟ ਤੱਕ ਗਹਿਰਾਈ ਕਰ ਜਾਣਾ ਪਊਗਾ ਮੈਨੂੰ। ਬਿਲਕੁਲ ਜਾਣਾ ਪਊਗਾ। 280 ਫੁੱਟ ਤੇ ਵੀ ਨਹੀਂ ਗੱਲ ਬਣਨੀ, 290 ਕਿ 299 ਤੇ ਵੀ ਗੱਲ ਬਣਨੀ। ਉਹ ਜਦੋਂ ਚੀਜ਼ ਹੀ ਬਣਨੀ ਹੈ 300 ਫੁੱਟ ਤੇ 300 ਫੁੱਟ ਤੇ ਜਾਣਾ ਪਊ। ਔਰ ਇਸ ਲਈ ਸਾਧ ਸੰਗਤ ਜੀ, ਸੰਕਲਪ ਇੱਕ ਸ਼ਕਤੀ ਹੈ ਕਿ ਮੈਂ ਪਿੱਛੇ ਨਹੀਂ ਹੋਵਾਂਗਾ, ਭਾਵੇਂ ਜੋ ਮਰਜ਼ੀ ਹੋਏ ਪਰਿਵਾਰ 'ਚ ਹੋਣਾ ਵਾ। ਇਸ ਪ੍ਰਕਿਰਤੀ ਦੇ ਵਿੱਚ ਬੈਠੇ ਆ, ਸਰੀਰ ਬੁੱਢਾ ਹੋਣਾ ਵਾ, ਜਿਹੜੇ ਦੁੱਖ ਵੀ ਆਉਣੇ, ਪਰ ਇਹ ਸਾਡਾ ਹੌਸਲਾ ਨਹੀਂ ਤੋੜ ਸਕਦਾ। ਬੇਬੀ ਸਟੈਪ ਸਾਨੂੰ ਇੱਕ ਕਦਮ ਜਿਹੜੇ ਨਾ, ਉਹ ਕਬੀਰ ਦੇ ਖੁਦ ਕਹਿੰਦੇ ਔਖਦ ਘੜੀ ਘਾਟੀ ਆ, ਰਾਮ ਦੀ ਹੈਗੀ ਆ। ਮੈਂ ਚੜ ਰਿਹਾ, ਮਤਲਬ ਮੈਂ ਕੰਟੀਨਿਊ ਉਧਰ ਵੱਲ ਗਤੀ ਕਰ ਰਿਹਾ, ਭਾਵੇਂ ਮੈਂ ਇੱਕ ਕਦਮ ਜਾ ਰਿਹਾ, ਬਟ ਮੇਰੀ ਡਾਇਰੈਕਸ਼ਨ ਜਿਹੜੀ ਉੱਪਰ ਵੱਲ ਨੂੰ ਆ, ਮੈਂ ਥੱਲੇ ਨਹੀਂ ਜਾ ਰਿਹਾ। ਠੀਕ ਹੈ ਨਿੱਜਰ ਸਾਹਿਬ? ਤੇ ਨਾ ਮੈਂ ਰੁਕ ਗਿਆ ਵਾਂ। ਬਿਲਕੁਲ। ਉਹ ਨਹੀਂ ਕਹਿੰਦੇ ਮੈਂ ਰੁਕ ਗਿਆ, ਅੱਜ ਮੈਂ ਪਹੁੰਚ ਗਿਆ, ਕਹਿੰਦਾ ਮੈਂ ਚੜ ਰਿਹਾ ਵਾਂ, ਮੈਂ ਪ੍ਰੋਸੈਸ ਦੇ ਵਿੱਚ ਹੈਗਾ ਵਾਂ। ਮੈਂ ਮਤਲਬ ਆਪਣੇ ਨੂੰ ਰੋਕ ਨਹੀਂ ਲਿਆ, ਪਰ ਬੰਦਾ ਰੋਕ ਲੈਂਦਾ ਨਿੱਜਰ ਸਾਹਿਬ। ਇਸ ਕਰਕੇ ਅੱਜ ਵਿਚਾਰ ਕੀਤੀ ਗਈ ਹੈ। ਠੀਕ ਹੈ ਨਿੱਜਰ ਸਾਹਿਬ? ਅਗਲੀ ਤੁਕ ਬੋਲੋ। ਅੰਤ ਨਾ ਸਿਫਤੀ ਕਹਿਣ ਨਾ ਅੰਤ ਨਾ ਕਰਨੇ ਦੇਣ ਨਾ ਅੰਤ। ਕਹਿੰਦੇ ਉਹ ਮਾਲਕ ਪਰਮਾਤਮਾ ਦਾ ਕਰਨਾ, ਕਹਿੰਦੇ ਆ ਉਹਦੀ ਕਿਰਤ ਜਿਹੜੀ ਹੈਗੀ, ਮਾਲਕ ਪਰਮਾਤਮਾ ਜੋ ਕਰ ਰਿਹਾ ਆ, ਉਹ ਸ੍ਰਿਸ਼ਟੀ, ਕਹਿੰਦੇ ਉਹਦਾ ਕੋਈ ਅੰਤ ਨਹੀਂ ਹੈਗਾ, ਉਹਦੀਆਂ ਦਾਤਾਂ ਦਾ ਕੋਈ ਅੰਤ ਨਹੀਂ ਹੈਗਾ। ਦੇਣ ਨਾ ਅੰਤ, ਉਹਦੇ ਦੇਣ ਦਾ ਕੋਈ ਅੰਤ ਨਹੀਂ ਪਾ ਸਕਦਾ। ਅੰਤ ਨਾ ਵੇਖਣ ਸੁਣਨ ਨਾ ਅੰਤ। ਕਹਿੰਦੇ ਵੇਖਣ ਦੇ ਨਾਲ ਵੀ ਤੇ ਸੁਣਨ ਦੇ ਨਾਲ ਵੀ ਕੋਈ ਉਹਦਾ ਮਾਲਕ ਪਰਮਾਤਮਾ ਦਾ
ਪਾਰਲਾ ਬੰਨਾ ਨਹੀਂ ਲੱਭ ਸਕਦਾ ਭਾਈ, ਅੰਤ ਨਹੀਂ ਪਾ ਸਕਦਾ। ਉਹਦੇ ਮਾਲਕ ਦੇ ਜਿਹੜੇ ਹੈਗੇ ਕਿੰਨੇ ਕੁ ਗੁਣ ਆ, ਕਿੰਨਾ ਕੁ ਵੱਡਾ ਹੈ ਮਾਲਕ ਪਰਮਾਤਮਾ, ਇਹਦੇ ਬਾਰੇ ਨਹੀਂ ਜਾਣਿਆ ਜਾ ਸਕਦਾ। ਅੰਤ ਨਾ ਜਾਪੈ ਕਿਆ ਮਨੇ ਮੰਤ, ਕਹਿੰਦੇ ਇਹ ਵੀ ਨਹੀਂ ਪਤਾ ਲੱਗਦਾ ਕਿ ਮਾਲਕ ਪਰਮਾਤਮਾ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਆ। ਅੰਤ ਨਾ ਜਾਪੈ ਕੀਤਾ ਆਕਾਰ, ਕਹਿੰਦੇ ਉਹਦੇ ਆਕਾਰ ਜੋ ਮਾਲਕ ਪਰਮਾਤਮਾ ਨੇ ਰਚਨਾ ਬਣਾਈ ਆ, ਉਹਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਜਾਪੈ ਪਾਰਾਵਾਰ, ਉਹਦਾ ਕੋਈ ਪਰਲਾ ਤੇ ਉਰਲਾ ਬੰਨਾ ਮਾਲਕ ਪਰਮਾਤਮਾ ਦਾ ਨਹੀਂ ਪਾਇਆ ਜਾ ਸਕਦਾ ਭਾਈ। ਕਿੰਨਾ ਕੁ ਵੱਡਾ ਹੈ, ਉਹਦੀ ਟੈਰੀਟਰੀ, ਉਹਦੀ ਪੈਰੀਫਰੀ ਨਹੀਂ ਨਾਪੀ ਜਾ ਸਕਦੀ। ਹਾਂਜੀ ਵੀਰ ਜੀ। ਹਾਂਜੀ ਨਿਜ ਸਾਹਿਬ। ਹਾਂਜੀ ਹਾਂਜੀ। ਅੰਤ ਨਾ ਕਰ, ਠੀਕ ਹੈ। ਹਾਂਜੀ ਬੋਲ ਦੋ। ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ। ਹਾਂਜੀ ਵੀਰ ਜੀ। ਠੀਕ ਹੈ ਸਾਧ ਸੰਗਤ ਜੀ, ਉਸ ਪਰਮਾਤਮਾ ਦਾ ਅੰਤ ਲੱਭਣਾ ਤੇ ਬੜੀ ਦੂਰ ਦੀ ਗੱਲ ਆ। ਅਸੀਂ ਕਹਿੰਦੇ ਆਪਣੇ ਸਰੀਰ ਬਾਰੇ ਜਾਣ ਲਈਏ ਤੇ ਬੜੀ ਵੱਡੀ ਗੱਲ ਹੈ ਨਿਜ ਸਾਹਿਬ। ਸਾਡੇ ਸਰੀਰ ਦੇ ਵਿੱਚ ਇੰਨਾ ਕਹਿੰਦੇ ਰਹਿਤ ਹੈਗਾ, ਔਰ ਉਹਦੇ ਬਾਰੇ ਦੱਸਣਾ ਕਾਫੀ ਮੁਸ਼ਕਲ ਹੈ। ਇੱਕ ਕੱਲੀ ਨੀਂਦ ਦੇ ਬਾਰੇ ਪਤਾ ਨਹੀਂ ਕਿੰਨੀ ਸਟੱਡੀ ਹੋ ਚੁੱਕੀ ਹੈ, ਤੇ ਪਤਾ ਨਹੀਂ ਲੱਗਦਾ ਕਿ ਨੀਂਦ 'ਚ ਕੀ ਹੁੰਦਾ, ਕਿੱਦਾਂ ਨੀਂਦ ਆਉਂਦੀ ਆ, ਕਿੱਦਾਂ ਅਸੀਂ ਜਾਗਦੇ ਆ, ਉਹ ਅੰਦਾਜ਼ੇ ਲਾਈ ਜਾ ਰਹੀ ਹੈ ਸਾਇੰਸ ਵੀ। ਬੈਟਰੀ ਕਿਵੇਂ ਚਾਰਜ ਹੁੰਦੀ ਹੈ ਪਤਾ ਨਹੀਂ ਲੱਗਦਾ। ਹਾਂ, ਉਹ ਆਖਰ ਚ ਡਾਕਟਰਾਂ ਕੋਲ ਇੱਕ ਚੀਜ਼ ਰਹਿ ਜਾਂਦੀ ਆ ਕਿ ਚੁੱਪ ਕਰਕੇ ਇਹਨੂੰ ਨੀਂਦ 'ਚ ਭੇਜੋ, ਇਹਨੂੰ ਸੌਂ ਦਿਓ ਬਸ। ਕਿਉਂਕਿ ਜਦੋਂ ਬੰਦਾ ਸੌਂ ਜਾਂਦਾ ਵਾ ਤੇ ਉਸ ਤੋਂ ਬਾਅਦ ਜਿਹੜੀ ਉਹਦੀ ਸੁਰਤੀ ਆਤਮਾ 'ਚ ਚੱਲ ਜਾਂਦੀ ਆ, ਉਸ ਤੋਂ ਬਾਅਦ ਹੀ ਸੈਟਿੰਗ ਹੋ ਜਾਂਦੀ ਉਹਦੀ। ਹਾਂਜੀ ਠੀਕ ਹੈ ਨਿੱਜਰ ਸਾਹਿਬ। ਤੇ ਇਹ ਦੇਖੋ ਹੁਣ ਕੁਦਰਤ ਦੀ ਕਿੰਨੀ ਬਨਸਪਤੀ ਹੈ। ਹੁਣ ਇੱਕ ਚੀਜ਼ ਨੂੰ ਜਸਟ ਆਪ ਸੋਚੋ, ਜਿੱਦਾਂ ਰੁੱਖਿਆ ਨਾ ਕੁਦਰਤ ਨੇ ਓਡਾ ਹੀ ਉਹਦਾ ਤਣਾ ਲਾਇਆ। ਜੇ ਬੋੜ ਕਿੱਡਾ ਵੱਡਾ ਤੇ ਉਹਦੀਆਂ ਜੜ੍ਹਾਂ ਵੇਖੋ ਕਿੰਨੀਆਂ ਮਜ਼ਬੂਤ ਬਣਾਈਆਂ ਨੇ ਨਿੱਜਰ ਸਾਹਿਬ। ਹਰ ਇੱਕ ਜਿਹੜੀ ਡਿਜ਼ਾਈਨਿੰਗ ਹੈ ਨਾ ਬੜੀ ਫਾਈਨ ਕੀਤੀ ਹੋਈ ਹੈ, ਇੰਨੀ ਜ਼ਿਆਦਾ ਬਰੀਕ। ਔਰ ਉਹ ਮੈਂ ਮਹਿਸੂਸ ਕਰਦਾ ਹਾਂ ਕਿ ਪਰਮਾਤਮਾ ਨੇ ਫਰੂਟ ਵੀ ਇਸ ਹਿਸਾਬ ਨਾਲ ਕਈ ਕਿਸਮ ਦਾ ਬਣਾਇਆ ਵਾ, ਡਰਾਈ ਫਰੂਟ ਬਣਾਇਆ ਵਾ। ਉਹਦਾ ਕਾਰਨ ਇਹੋ ਹੀ ਆ ਕਿ ਬੰਦੇ ਨੂੰ ਚਾਹੁੰਦਾ ਵਾ ਕਿ ਕੰਪੀਟੀਸ਼ਨ 'ਚ ਰਵੇ ਬੰਦਾ। ਕੁਛ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਉਹ ਜ਼ਿਆਦਾ ਮਿਹਨਤ ਮੰਗਦੀਆਂ ਨੇ, ਮਤਲਬ ਸਾਰੇ ਬੰਦੇ ਨੂੰ ਉਹ ਚੀਜ਼ ਪ੍ਰਾਪਤ ਕਰ ਲੈਣ, ਉਹਦੇ ਲਈ ਮਿਹਨਤ ਕਰਨੀ ਪਵੇ। ਨਿੱਜਰ ਸਾਹਿਬ ਕੁਦਰਤ ਨੇ ਏਦਾਂ ਦਾ ਸਿਸਟਮ ਬਣਾਇਆ, ਰਾਈਟ? ਬਿਲਕੁਲ। ਉਹਨੂੰ ਉਹਦੇ ਲਈ ਜ਼ਿਆਦਾ ਮਿਹਨਤ ਆ, ਕਿਉਂਕਿ ਉਹ ਥੋੜੀ ਜਿਹੀ ਉੱਪਰ ਕਰਕੇ ਲਾਈ ਆ। ਕੋਈ ਚੀਜ਼ ਹੈਗੀ 3 ਫੁੱਟ ਤੇ, ਥੋੜੀ ਮਿਹਨਤ ਆ 3 ਫੁੱਟ ਤੇ ਪ੍ਰਾਪਤ ਹੋਊਗੀ। ਇੱਕ 100 ਫੁੱਟ ਤੇ ਚੀਜ਼ ਲਾਈ ਆ, ਉਹ ਕਹਿੰਦਾ ਕਿ ਪਹਿਲਾਂ 100 ਫੁੱਟ ਤੇ ਆਉਣ ਦਾ ਅਰੇਂਜਮੈਂਟ ਕਰ, ਤੈਨੂੰ ਮਿਲ ਜੂਗੀ ਉਹ ਵੀ। ਪਰ ਉਹ ਦੇਖੋ ਕੁਦਰਤ ਨੇ ਏਦਾਂ ਦਾ ਜੁਗਾੜ ਕੀਤਾ ਹੈ ਨਿੱਜਰ ਸਾਹਿਬ ਕਿ ਬੰਦੇ ਨੂੰ ਖੁਦ ਚਾਹੁੰਦੀ ਆ ਕਿ ਜਿੱਦਾਂ ਤੂੰ ਆ ਇੱਥੇ ਇੰਨਾ ਉੱਤੇ ਆ ਜਾ ਤੇ ਆਹ ਚੀਜ਼ ਲੈ ਲਾ। ਔਰ ਉਹ ਮਤਲਬ ਮੈਂ ਮਹਿਸੂਸ ਕਰਦਾ ਕਿ ਉਹ ਏਦਾਂ ਦੀ ਡਿਜ਼ਾਈਨਿੰਗ ਕੀਤੀ ਹੋਈ ਆ। ਔਰ ਸਾਰਾ ਦਿਲੋਂ ਸਾਰਾ ਸੰਸਾਰ ਉਸੇ ਚੱਕਰਾਂ 'ਚ ਲੱਗਾ ਫਿਰਦਾ। ਪਰ ਆਖਰ ਦੇ ਵਿੱਚ ਜਿਹੜੀ ਸਾਡੇ ਗ੍ਰੰਥ ਨੇ, ਗ੍ਰੰਥ ਸਾਨੂੰ ਇੱਕ ਚੀਜ਼ ਸਮਝਾਉਂਦੇ ਨੇ ਕਿ ਸੁੱਖ ਜਿਹੜਾ ਬਾਹਰ ਨਹੀਂ ਹੈਗਾ। ਜਿੱਥੇ ਵੀ ਤੂੰ ਭੱਜੇਗਾ, ਤੂੰ ਭੱਜ ਕੇ ਵੇਖ ਲਾ। ਇਹੋ ਹੀ ਚਾਹੁੰਦੀ ਹੈ ਬਾਣੀ ਸਮਝਾਉਣਾ ਸਾਨੂੰ ਕਿ ਤੂੰ ਜਿੱਥੇ ਮਰਜ਼ੀ ਭੱਜ ਕੇ ਵੇਖ ਲਾ, ਅੱਜ ਨਹੀਂ ਤੇ ਕੱਲ ਨੂੰ ਉਹ ਖਟਾਸ ਤੇਰੇ ਮੂੰਹ ਨੂੰ ਜ਼ਰੂਰ ਲੱਗਣੀ ਹੈ। ਪਰ ਤੂੰ ਇਹ ਨਾ ਹੋਵੇ ਕਿ ਪੱਥਰ ਚੱਟ ਕੇ ਵਾਪਸ ਆਈ, ਤੂੰ ਪਹਿਲਾਂ ਹੀ ਵਾਪਸ ਆ ਜਾ। ਬਿਲਕੁਲ ਸਹੀ ਗੱਲ ਹੈ। ਇਹਨੇ ਹੋਰ ਬਾਣੀ ਕੁਛ ਵੀ ਨਹੀਂ ਕਹਿੰਦੀ ਸਾਨੂੰ। ਕੁਝ ਕਿਤੇ ਬਾਣੀ 'ਚ ਕਿਤੇ ਬੜੀਆਂ ਗੱਲਾਂ ਕੀਤੀਆਂ ਨੇ, ਇੱਕੋ ਤੇ ਗੱਲ ਸਮਝਾ ਰਹੇ ਨੇ, ਕਿਤੇ ਭਗਤੀ ਕਰ। ਪਰ ਕਹਿੰਦੇ ਕਿ ਭਗਤੀ ਮਤਲਬ ਕਹਿੰਦੇ ਕਿਹੜਾ ਫਰੂਟ ਹੈ ਨਾ ਤੇਰਾ, ਇਹਨੂੰ ਖਰਾਬ ਨਾ ਕਰਕੇ ਬਹਿ ਜੀ, ਪਹਿਲਾਂ ਇਹਦੀ ਵਰਤੋਂ ਥੋੜੀ ਜਿਹੀ ਆਪਣੇ ਲਈ ਕਰ ਲਾ। ਥੋੜਾ ਜਿਹਾ ਨਾ 1-2 ਘੰਟੇ 24 ਘੰਟੇ ਤੂੰ ਬੜਾ ਬਿਜੀ ਆ। ਉਹ ਮਸਕੀਨ ਸਾਹਿਬ ਜੀ ਕਹਿੰਦੇ ਹੁੰਦੇ, ਮਸਕੀਨ ਜੀ ਕਹਿੰਦੇ ਹੁੰਦੇ, ਕਹਿੰਦਾ ਬੰਦਾ ਮਿਲਿਆ ਕਿਤੇ ਸੰਤ ਮਸਕੀਨ ਸਿੰਘ ਜੀ ਕਹਿੰਦੇ ਕਿ ਤੁਸੀਂ ਨਾ ਭਗਤੀ ਕਰ ਲਿਆ ਕਰੋ, ਨਾਮ ਨੂੰ ਧਿਆ ਲਿਆ ਕਰੋ। ਕਹਿੰਦੇ ਮਸਕੀਨ ਸਾਹਿਬ ਜੀ ਨਾਮ ਕੀ ਧਿਆਉਣਾ, ਸਾਡੇ ਕੋਲ ਤਾਂ ਮਰਨ ਜੋਗਾ ਟਾਈਮ ਨਹੀਂ ਹੈਗਾ। ਕਹਿੰਦਾ ਅੱਛਾ। ਤੇ ਨਿੱਜਰ ਸਾਹਿਬ ਕਹਿੰਦੇ ਕੋਈ ਟਾਣ ਚੱਕ ਕੇ ਕਹਿੰਦੇ ਉਹ ਬੰਦਾ ਮਰ ਗਿਆ, ਤੇ ਨਿੱਜਰ ਉਹ ਮਸਕੀਨ ਸਾਹਿਬ ਕਿਤੇ ਉਹਦੀ ਲੰਘਣ ਦੇ ਕਹਿੰਦੇ ਵੇਖ ਲਾ ਤੇਰੇ ਕੋਲ ਟਾਈਮ ਨਹੀਂ, ਪਰ ਉਹਨੇ ਕੱਢ ਲਏ। ਬਿਲਕੁਲ ਸਹੀ। ਮਤਲਬ ਆਪ ਜਸਟ ਸੋਚੋ ਕਿ ਕਈ ਵਾਰੀ ਬੰਦੇ ਨੂੰ ਇੰਝ ਲੱਗਦਾ ਕਿ ਮੇਰੇ ਤੇ ਦੁਨੀਆ ਖਲੋਤੀ। ਹੁਣ ਸਦਾਮ ਹੁਸੈਨ ਮਰ ਗਿਆ ਤੇ ਕੀ ਹੋ ਗਿਆ, ਗਦਾਫੀ ਮਰ ਗਿਆ, ਦੇਸ਼ ਰੁਕ ਗਿਆ। ਉੱਥੇ ਤੇਰੇ ਕੰਟਰੀਆਂ ਬੈਠੀਆਂ ਨੇ, ਇਹ ਸੰਸਾਰ ਏਦਾਂ ਹੀ ਚੱਲਣਾ ਵਾ। ਸਾਡੀ
ਸਾਡਾ ਅਗਿਆਨ ਜਿਹੜਾ ਸਾਡੀ ਬੇਵਕੂਫੀ ਸਾਨੂੰ ਬੰਨ੍ਹ ਕੇ ਰੱਖਦੀ ਹੈ। ਮੈਂ ਨਹੀਂ ਹੋਊਂਗਾ ਤੇ ਆਹ ਨਹੀਂ ਕੰਮ ਹੋਣਾ, ਮੈਂ ਨਹੀਂ ਹੋਊਂਗਾ ਤੇ ਆਹ ਕੰਮ ਨਹੀਂ ਹੋਣਾ। ਉਹ ਕੁਦਰਤ ਕਹਿੰਦੀ ਆ ਕਿ ਤੂੰ ਥੋੜਾ ਜਿਹਾ ਆਪਣੇ ਅਗਿਆਨ ਦੇ। ਵੇਖੋ ਜਹਾਜ਼ 'ਚ ਆਪਾਂ ਜਾਂਦੇ ਹਾਂ, ਜਹਾਜ਼ ਦੇ ਵਿੱਚ ਮੈਂ ਜਿੰਨੀ ਵਾਰੀ ਸਫ਼ਰ ਕੀਤਾ ਨਾ, ਇੱਕੋ ਹੀ ਗੱਲ ਕਹਿੰਦੇ ਆ, ਕਹਿੰਦਾ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੀ ਸੀਟ ਬੈਲਟ ਲਾਉਣੀ ਆ। ਮੇਜਰ ਸਾਹਿਬ ਉਹ ਕਹਿੰਦੇ ਕੀ ਕਹਿੰਦੇ ਆ ਕਿ ਫਸਟ ਤੈਨੂੰ ਆਪਣੀ ਸੀਟ ਬੈਲਟ ਲਾਉਣੀ ਚਾਹੀਦੀ ਆ, ਆਪਣੇ ਬੱਚੇ ਤੇ ਵੀ ਨਹੀਂ ਲਾਉਣੀ ਤੂੰ, ਕਿਉਂਕਿ ਜੇ ਤੂੰ ਬਚ ਜਾਏਗਾ ਦੂਜੇ ਵੀ ਬਚ ਜਾਣਗੇ। ਜੇ ਤੂੰ ਨਹੀਂ ਲਾਈ ਤੇ ਦੂਜੇ ਦੀ ਲਾਉਣ ਜਾਏਗਾ ਤੇ ਕਿੱਥੋਂ ਕੰਮ ਬਣੂਗਾ। ਇਹ ਵੀ ਕਿੱਡਾ ਸੋਹਣਾ ਨਾ ਰੈਗੂਲੇਸ਼ਨ ਬਣਾਇਆ। ਔਰ ਬੰਦੇ ਦੀ ਇੱਕ ਬੜੀ ਪ੍ਰੋਬਲਮ ਹੈ, ਬੰਦਾ ਦੁਨੀਆ ਭਰ ਦੇ ਲੋਕਾਂ ਦੀਆਂ ਸੀਟ ਬੈਲਟਾਂ ਲਾਈ ਜਾਂਦਾ ਵਾ, ਪਰ ਕਿਤੇ ਆਪਣੀ ਸੀਟ ਬੈਲਟ ਲਾਉਂਦਾ ਹੀ ਨਹੀਂ, ਆਪਣੇ ਲਈ ਕਿਤੇ ਕਰਦਾ ਹੀ ਨਹੀਂ ਭਗਤੀ। ਔਰ ਇਹ ਨਹੀਂ ਸੋਚਦਾ ਆਪ ਜਸਟ ਮੈਂ ਥੋੜਾ ਟੌਪਿਕ ਤੋਂ ਥੋੜਾ ਦੂਰ ਜਾਣਾ। ਮੈਨੂੰ ਪਤਾ ਨਿੱਜਰ ਸਾਹਿਬ ਕਹਿੰਦੇ ਚਰਨਜੀਤ ਤੂੰ ਦਿੱਲੀ ਜਾਣਾ, 1 ਮਹੀਨਾ ਦਿੱਲੀ ਜਾ ਕੇ ਰਹਿਣਾ ਵਾ ਤੂੰ। ਮੇਰੇ ਦਿਮਾਗ ਦਾ ਸਾਰੀ ਲਾਈਟ ਜਗ ਜਾਂਦੀ ਹੈ। ਮੈਂ ਫਿਰ ਸੋਚਦਾ ਕਿੰਨਾ ਕਿਰਾਇਆ ਲੱਗੂਗਾ, ਕਿੰਨੇ ਕੱਪੜੇ ਚਾਹੀਦੇ ਨੇ, ਫਿਰ ਰਹਿਣ ਲਈ ਜਗ੍ਹਾ ਕਿੰਨੀ ਆ, ਮੈਂ ਸਾਰਾ ਪਲਾਨ ਕਰਦਾ। ਕਿਤੇ ਸਾਡੇ ਮਨ 'ਚ ਇਹ ਨਹੀਂ ਵਿਚਾਰ ਆਉਂਦਾ ਕਿ ਇਹ ਸੰਸਾਰ ਤੋਂ ਜਦੋਂ ਜਾਣਾ ਹੈ ਤੇ ਕਮ ਸੇ ਕਮ ਸਾਡੇ ਕੋਲ ਕੁਛ ਤੇ ਰਤਨ ਹੋਣ, 2-4 ਰਤਨ, ਕੁਛ 2-4 ਦਿਨ ਦੀ ਭਗਤੀ। ਅਸੀਂ ਖੁਸ਼ੀ ਨਾਲ ਇਸ ਸੰਸਾਰ ਤੋਂ ਜਦੋਂ ਜਾਈਏ ਤੇ ਸਾਡੇ ਚਿਹਰੇ ਤੇ ਖੁਸ਼ੀ ਹੋਵੇ ਕਿ ਅਸੀਂ ਸੰਸਾਰ ਤੋਂ ਚੱਲੇ ਆ, ਅਸੀਂ ਗੇਮ ਹਾਰ ਕੇ ਨਹੀਂ ਚੱਲੇ। ਪਰ ਬੰਦਾ ਖਾਲੀ ਹੱਥ ਜਾਂਦਾ। ਬਿਲਕੁਲ ਬਹੁਤ ਜਿਹੜਾ ਨਾ, ਜਿਹੜੇ 2-4 ਗਹਿਣੇ ਹੁੰਦੇ ਨੇ ਉਹ ਵੀ ਸਾੜ ਕੇ ਚੱਲ ਜਾਂਦਾ, ਉਹ ਵੀ ਖਰਾਬ ਕਰ ਲੈਂਦਾ। ਬਾਣੀ ਤੇ ਉਹ ਕਹਿੰਦੀ ਆ ਕਿ ਬਾਣੀ ਸਾਨੂੰ ਕੀ ਕਹਿਣਾ ਚਾਹੁੰਦੀ, ਕੁਛ ਵੀ ਨਹੀਂ ਤੇ ਕਹਿਣਾ ਚਾਹੁੰਦੀ ਬਾਣੀ। ਉਹ ਤੇ ਸੰਤ ਬ੍ਰਹਮ ਗਿਆਨੀ ਹੋ ਗਏ, ਉਹ ਤੇ ਨਿਕਲ ਗਏ। ਉਹ ਖਾਨੂੰ ਕਹਿੰਦੇ ਆ ਕਿ ਚਰਨਜੀਤ ਓਏ ਬੇਵਕੂਫਾ, ਇਹ ਬੁਝਾਰਤ ਦੀ ਧਿਆਨ ਨਾਲ ਪੜ੍ਹ ਲਈ, ਇਹਨੂੰ ਬੁੱਝ ਲਈ, ਅਸੀਂ ਲੱਭ ਲਈ ਆ, ਅਸੀਂ ਚੱਲ ਗਏ ਆ ਤੇ ਇੱਕ ਅਸੀਂ ਜੋ ਜਾਣਿਆ ਆ, ਤੂੰ ਨਾ ਬੇਵਕੂਫੀ ਕਰ। ਇਹਨਾਂ ਤੇ ਕੰਮ ਕਰਕੇ ਗਏ, ਪਰ ਅਸੀਂ ਪੜ੍ਹਦੇ ਹੀ ਨਹੀਂ ਆ। ਅਸੀਂ ਪੜ੍ਹਦੇ ਆ ਪਰ ਸਮਝਦੇ ਨਹੀਂ ਬਾਣੀ ਕੀ ਕਹਿੰਦੀ। ਬਾਣੀ ਤੇ ਕਹਿੰਦੀ ਨਾਮ ਤੋਂ ਬਿਨਾਂ ਤੂੰ ਹਿੱਲਣਾ ਨਹੀਂ ਹੈ। ਬਾਣੀ ਤੇ ਕਹਿੰਦੀ ਨਾਮ ਉੱਚਾ ਕਰ, ਤੇਰਾ ਤੈਨੂੰ ਨਹੀਂ ਵੇਖਦਾ ਬੇਵਕੂਫਾ, ਤੈਨੂੰ ਹਰ ਦਿਨ ਇੱਕ ਨਵਾਂ ਚਿੱਟੇ ਰੰਗ ਦਾ ਪੇਜ ਮਿਲਦਾ ਹੀ ਲਿਖਣ ਵਾਸਤੇ, ਤੈਨੂੰ ਇੱਕ ਦਿਨ ਮਿਲਦਾ ਪੇਜ ਦੇ ਰੂਪ ਚ, ਤੇ ਤੂੰ ਪਿਓ ਦਾ ਪੁੱਤਾ ਜੋ ਪਿੰਡ ਫੜਿਆ ਲੀਕਾ ਮਾਰ ਕੇ ਚੋਰੀਆਂ, ਠੱਗੀਆਂ, ਬੇਈਮਾਨੀਆਂ, ਕਾਮ, ਕ੍ਰੋਧ, ਲੋਭ, ਮੋਹ, ਉਹਨਾਂ ਚਿਰ ਤੱਕ ਕਹਿੰਦਾ ਹੀ ਨਹੀਂ ਜਿੰਨਾ ਚਿਰ ਤੱਕ ਪੂਰਾ ਕਾਲਾ ਨਹੀਂ ਕਰ ਦਿੰਦਾ। ਸਵਾਹ ਕਰਕੇ ਰਾਤੀ ਤੂੰ ਆਪ ਦਿਖਾਉਣਾ, ਤੇ ਇਹ ਜਿਹੜਾ ਤੂੰ ਇੰਨਾ ਸਵਾਹ ਪਾਉਂਦਿਆ ਵਾ ਉਸ ਪੇਜ ਦੇ ਉੱਪਰ ਲਿਖਣਿਆ ਵਾ, ਇਹ ਕਾਪੀ ਤੇਰੇ ਨਾਲ ਜਾਣੀ ਆ। ਇਹ ਦਿਨਾਂ ਦੀ ਕਾਪੀ ਜਿਹੜੇ ਤੇਰੇ ਸਵਾਸ ਮਿਲੇ ਨੇ, ਉਸ ਵਾਸਤੇ ਉਹ ਤੇਰੇ ਕਾਊਂਟਿੰਗ ਹੋਣੇ ਆ। ਔਰ ਤੈਨੂੰ ਪੁੱਛਣਾ ਪਰਮਾਤਮਾ ਨੇ, ਤੁਸੀਂ ਕਿਉਂ ਨਹੀਂ ਸਮਝਦੇ। ਆਪ ਦੇਖੋ ਪਾਣੀ ਆ, ਸਮੁੰਦਰ ਚ ਬਾਹਰ ਆਉਂਦਾ ਨਾ, ਮੀਂਹ ਪੈਂਦਾ ਵਾ, ਨਦੀਆਂ ਬਣ ਕੇ ਫੇਰ ਸਮੁੰਦਰ ਚ। ਆਪ ਦੇਖੋ ਹਰ ਚੀਜ਼ ਘੁੰਮ ਰਹੀ ਆ, ਕੋਈ ਕਿੱਥੇ ਨਹੀਂ ਚੱਲਿਆ। ਸੂਰਜ ਚੜਿਆ ਡੁੱਬ ਗਿਆ, ਫਿਰ ਚੜਿਆ ਫਿਰ ਡੁੱਬ ਗਿਆ। ਧਰਤੀ ਘੁੰਮ ਕੇ ਫਿਰ ਆਪਣੀ ਜਗ੍ਹਾ 'ਚ ਆ ਜਾਂਦੀ ਆ, ਚੰਦਰਮਾ ਵੀ ਘੁੰਮ ਕੇ ਉਸੇ ਜਗ੍ਹਾ 'ਚ ਆਈ ਜਾਂਦਾ ਵਾ। ਹਰ ਚੀਜ਼ਾਂ ਉਸੇ ਤਰ੍ਹਾਂ ਹੀ ਘੁੰਮ ਰਹੀਆਂ ਨੇ। ਇਸੇ ਹੀ ਤਰ੍ਹਾਂ ਵਾ ਅਸੀਂ। ਮੈਂ ਸੋਚਦਾ ਕਿ ਖੂਹ ਦੀਆਂ ਟਿੰਡਾਂ ਨੇ ਇਹ ਜੂਨੀਆਂ, ਜਿਹੋ ਜਿਹੇ ਅਸੀਂ ਕਰਮ ਕਰਦੇ ਉਹੋ ਜਿਹੀ ਜੂਨੀ ਮਿਲਦੀ ਹੈ। ਖੂਹ ਦੀ ਟਿੰਡ ਵਾਂਗੂ ਸਮੁੰਦਰ 'ਚ ਉਹ ਖੂਹ 'ਚ ਜਾਂਦੀ ਹੈ, ਭਰ ਕੇ ਫਿਰ ਵਾਪਸ ਆਉਂਦੀ ਹੈ, ਫਿਰ ਭਰ ਕੇ ਵਾਪਸ ਆ ਜਾਂਦੀ। ਇਸੇ ਤਰ੍ਹਾਂ ਜੀਵਨ ਚੱਲ ਰਿਹਾ। ਔਰ ਅਸੀਂ ਨਹੀਂ ਵੇਂਦੇ ਪਏ ਆਪਣੇ ਜੀਵਨ 'ਚ ਸਾਡਾ ਜੀਵਨ ਉੱਚਾ ਕਿਉਂ ਨਹੀਂ ਹੋ ਰਿਹਾ। ਔਰ ਇਹਨੂੰ ਉੱਚਾ ਕਿੰਨੇ ਕਰਨਾ, ਅਸੀਂ ਖੁਦ ਕਰਨਾ। ਔਰ ਉਹਦੇ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਹੈਗਾ। ਬਾਣੀ ਤੇ ਸਾਨੂੰ ਇਹ ਸਮਝਾਉਂਦੀ ਹੈ ਕਿ ਕਮ ਸੇ ਕਮ ਦੂਜੀਆਂ ਡਿਊਟੀਆਂ ਦੇ ਨਾਲ 1-1.5 ਘੰਟਾ ਆਪਣੇ ਜੀਵਨ ਨੂੰ ਜ਼ਰੂਰ ਦੇਣਾ। ਤੇਰੀ ਬੈਂਕ 'ਚ ਪੈਸਾ ਨਹੀਂ ਹੋਊਗਾ ਤੇ ਤੁਸੀਂ ਛਾਤੀ ਚੌੜੀ ਕਰਕੇ ਕਾਊਂਟਰ ਤੇ ਨਹੀਂ ਜਾ ਸਕਦਾ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਕਾਊਂਟਰ ਜਿਹੜਾ ਧਰਮਰਾਜ ਹੈ, ਕਾਊਂਟਰ ਧਰਮਰਾਜ ਹੈਗਾ। ਹਾਂਜੀ ਬੋਲੇ ਨਿਜਰ ਸਾਹਿਬ। ਮੈਂ ਕਿਹਾ ਕਾਊਂਟਰ ਧਰਮਰਾਜ ਹੈਗਾ, ਉੱਥੇ ਜਾਣਾ ਪੈਣਾ ਹੈ। ਮੇਰੇ ਵਰਗਾ ਕਹਿੰਦਾ ਵਾ, ਉਹ ਕਹਿੰਦਾ ਤੈਨੂੰ 400-500 ਦਿੱਤਾ ਚਰਨਜੀਤ, ਤੂੰ ਤੇ ਵੀ ਫੂਕ ਆਇਆ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ। ਸੋ ਇਹ ਗੱਲਾਂ ਨੇ, ਠੀਕ ਹੈ ਨਿਜਰ ਸਾਹਿਬ। ਪਾਣੀ ਦੇ ਲਾਜੀ ਵਾਪਸ ਹਾਂਜੀ ਕੁਝ ਗੱਲਾਂ ਕਰੀਦੀਆਂ ਨੇ ਕਿਉਂਕਿ ਬੇਹੋਸ਼ੀ ਬੜੀ ਪਾਵਰਫੁਲ ਹੈ। ਮੈਂ ਮਿਲਦਾ ਨੂੰ ਕਈ ਬੰਦੇ ਮੈਨੂੰ 7 ਮਹੀਨੇ ਸਾਲ ਬਾਅਦ ਫੋਨ ਕਰਦੇ ਆ, ਵੀਰ ਜੀ ਸਾਧਨਾ ਬੰਦ ਕਰਤੀ, ਅਸੀਂ ਆਹ ਕਰਨ ਡਿਆ ਪਿਆ, ਮੈਂ ਉਹ ਕਰਨ ਡਿਆ ਪਿਆ। ਮੈਂ ਵਾਹ ਵੀ ਵਾਹ। ਮੈਂ ਇਸ ਲਈ ਕਿਹਾ, ਮੈਂ ਖਰਗੋਸ਼ ਵਾਂਗੂ ਨਹੀਂ ਚੱਲਣਾ, ਕੱਛੂ ਕੁੰਮੇ ਵਾਂਗੂ ਚੱਲਣਾ ਔਰ ਲਗਾਤਾਰ ਚੱਲਣਾ ਪਊ। ਉਹ ਚੱਲਦੇ ਹੀ ਜਾਣਾ ਹੈ, ਚੱਲਦੇ ਹੀ ਜਾਣਾ। ਕਿਤੇ ਖਰਗੋਸ਼ ਵਾਂਗੂ ਟਪੂਸੀਆਂ ਨਾ ਮਾਰਿਓ। ਕਈ ਬੰਦੇ ਬੜੇ ਸ਼ੁਰੂ ਚ ਬੜਾ ਜੋਸ਼ ਹੁੰਦਾ ਤੇ ਮੁੜ ਕੇ ਨਾਲ ਹੀ ਫੋਸ ਟੈਂ ਫਿਸ਼, ਫਿਰ ਤੇ ਫਾਇਦਾ ਹੀ ਕੁਛ ਨਹੀਂ। ਜਦੋਂ ਚੱਲ ਪਏ ਇੱਕ ਵਾਰੀ ਪ੍ਰਕਾਸ਼ ਪ੍ਰਗਟ ਹੋ ਗਿਆ, ਸੂਰਜ ਇੱਧਰ ਦਾ ਉੱਧਰ ਚੜ ਜੇ, ਦਿਨ ਹੋ ਜੇ ਰਾਤ ਹੋ ਜੇ, ਘਰ 'ਚ ਕੋਈ ਵੀ ਸਮੱਸਿਆ ਆ ਜੇ, ਕੋਈ ਵੀ ਪ੍ਰੋਬਲਮ ਆ ਜੇ, ਨਾਮ ਤੋਂ ਪਿੱਛੇ ਨਹੀਂ ਹੋਣਾ।
ਜੇਕਰ ਮੰਜ਼ਿਲ ਤੇ ਪਹੁੰਚਣਾ, ਕਿਉਂਕਿ ਇਮਤਿਹਾਨ ਉਹਦੇ ਹੁੰਦੇ ਨੇ ਜਿਹੜਾ ਪੜ੍ਹਦਾ ਹੈ, ਜਿਹੜਾ ਕਾਲਜ ਯੂਨੀਵਰਸਿਟੀ 'ਚ ਦਾਖਲਾ ਲੈਂਦਾ ਹੈ, ਤੇ ਜਿਹੜਾ ਮੇਰੇ ਗੱਲ ਗਿਆ ਹੀ ਨਹੀਂ, ਉਹਦਾ ਇਮਤਿਹਾਨ ਕਦੋਂ ਹੋਣਾ? ਥੋੜੇ ਜਿਹੇ ਜੀਵਨ ਦੇ ਵਿੱਚ ਹਲਚਲ ਹੋ ਜਾਣੀ ਹੈ, ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਉਹਨੂੰ ਭੋਗਣਾ ਹੀ ਪੈਂਦਾ। ਠੀਕ ਹੈ ਨਾ ਜੱਸਾ, ਆਪ ਤੋਂ ਬੋਲੋ ਜੀ। ਅੰਤ ਕਾਰਨ ਕੇਤੇ ਬਿਲਾਏ ਤਾਂ ਕਿ ਅੰਤ ਨਾ ਪਾਏ ਜਾਏ। ਕਹਿੰਦੇ ਅੰਤ ਦੇ ਕਾਰਨ ਵਾਸਤੇ ਕਿੰਨੇ ਬਿੱਲ ਆਉਂਦੇ ਆ, ਉਸ ਮਾਲਕ ਪਰਮਾਤਮਾ ਦਾ ਉਹ ਇੰਨਾ ਵੱਡਾ ਹੈਗਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਨਾ ਉਹਦੀ ਸ੍ਰਿਸ਼ਟੀ ਦਾ ਤੇ ਨਾ ਉਹਦਾ ਮਾਲਕ ਪਰਮਾਤਮਾ ਦਾ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ, ਕੋਈ ਵੀ ਇਹਦਾ ਅੰਤ ਨਹੀਂ ਲੱਭ ਸਕਦਾ, ਬਹੁਤ ਮੁਸ਼ਕਿਲ ਹੈ। ਅਜੇ ਤੱਕ ਅਸੀਂ ਇੱਕ ਚੀਜ਼ ਬਣਾ ਸਕੇ ਆ, ਉਹ ਰਾਕਟ। ਉਹਦੀ ਸਪੀਡ ਹੈਗੀ ਆ 1 ਘੰਟੇ ਦੀ, ਮੈਨੂੰ ਲੱਗਦਾ ਕੋਈ 17-18 ਕਿਲੋਮੀਟਰ। ਆਪ ਜਸਟ ਸੋਚੋ ਕਿ ਉਹਦੀ ਕੀ ਪੋਜੀਸ਼ਨ ਹੈ, 18,000 ਕਿਲੋਮੀਟਰ। ਤੇ ਜੇ ਉਹ 18,000 ਕਿਲੋਮੀਟਰ ਦੀ ਸਪੀਡ ਨਾਲ ਆਪਾਂ ਕੋਈ ਚੀਜ਼ ਛੱਡਾਂਗੇ ਜਾਂ ਕਿਤੇ ਭੇਜਾਂਗੇ, ਉਹ ਕਦੋਂ ਪਹੁੰਚੂਗੀ? ਬਹੁਤ ਮੁਸ਼ਕਲ ਕੰਮ ਹੈ। ਇੱਕ ਜੇ ਕਿਰਨ 3 ਲੱਖ ਕਿਲੋਮੀਟਰ ਸਪੀਡ ਦੇ ਨਾਲ ਚੱਲਦੀ ਹੈ ਤੇ ਉਹ ਸੂਰਜ ਤੱਕ ਪਹੁੰਚਣ ਲਈ ਉਹਨੂੰ 5-6 ਮਿੰਟ ਲੱਗਦੇ ਆ, ਤੇ ਤਾਰਿਆਂ ਤੱਕ ਪਹੁੰਚਣ ਲਈ ਪਤਾ ਨਹੀਂ 5 ਸਾਲ ਲੱਗ ਜਾਂਦੇ ਆ। ਤੇ ਅਸੀਂ ਅੰਤ ਲੱਭਣ ਜਾਵਾਂਗੇ ਤੇ ਵਾਪਸ ਤੇ ਨਹੀਂ ਆ ਸਕਦੇ, ਰਾਹ 'ਚ ਹੀ ਰਹਿ ਜਾਵਾਂਗੇ। ਉੱਥੇ ਹੀ ਸਾਡੀ ਉਮਰ ਸਾਰੀ ਰਾਹ 'ਚ ਹੀ ਮੁੱਕ ਜਾਣੀ ਸਾਰੀ। ਠੀਕ ਹੈ ਨਾ ਜੱਸਾ? ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਕਹਿੰਦੇ ਕੋਈ ਵੀ ਨਹੀਂ ਜਾਣ ਸਕਦਾ ਇਹ ਅੰਤ ਭਾਈ। ਬਹੁਤਾ ਕਹਿੰਦੇ ਆ ਤੇ ਬਹੁਤਾ ਗਾਹਾਂ, ਉਹ ਉਸ ਤੋਂ ਵੀ ਗਾਹਾਂ ਬਹੁਤਾ ਨਿਕਲ ਆਉਂਦਾ ਹੈ ਭਾਈ, ਉਸ ਤੋਂ ਵੀ ਵੱਡਾ ਨਿਕਲ ਆਉਂਦਾ ਹੈ ਉਹ। ਹਾਂਜੀ ਵੀਰ, ਹਾਂਜੀ। ਅੰਤ ਤੇ ਉਹਦਾ ਕਿੱਥੋਂ ਲੱਭੋਗੇ? ਅੰਤ ਤਾਂ ਹੈ ਹੀ ਨਹੀਂ। ਉਹ ਜਿਹੜਾ ਸ਼ੁਰੂ ਨਹੀਂ ਹੋਣ ਦੇ, ਉਹਨੇ ਖਤਮ ਕਿੱਥੋਂ ਹੋਣਾ? ਇਸ ਕਰਕੇ ਤਾਂ ਅੰਤ ਵੀ ਨਹੀਂ ਹੈਗਾ। ਨਿਜਰ ਸਾਹਿਬ ਠੀਕ ਹੈ ਜੀ, ਬਿਲਕੁਲ। ਵੱਡਾ ਸਾਹਿਬ ਉੱਚਾ ਥਾਂ, ਕਹਿੰਦੇ ਉਹ ਤਾਂ ਬਹੁਤ ਵੱਡਾ ਹੈ, ਔਰ ਉਹਦਾ ਥਾਂ ਜਿਹੜਾ ਹੈਗਾ, ਟਿਕਾਣਾ ਜਿਹੜਾ ਹੈਗਾ, ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਹੈਗਾ। ਮਾਲਕ ਪਰਮਾਤਮਾ ਉਹ ਵੀ ਬਹੁਤ ਉੱਚਾ ਹੈਗਾ, ਉੱਚੇ ਉੱਪਰ ਉੱਚਾ ਨਾਮ, ਔਰ ਉਹਦਾ ਨਾਮ ਜਿਹੜਾ ਹੈਗਾ, ਨਾਮ ਵੀ ਬਹੁਤ ਉੱਚਾ ਹੈ ਭਾਈ, ਸਭ ਤੋਂ ਉੱਚਾ। ਉਸਨੇ ਸਭ ਤੋਂ ਜਿਹੜਾ ਹੈਗਾ, ਸਭ ਤੋਂ ਵੱਡੀ ਦਾਤ ਉਹਦਾ ਨਾਮ ਹੈਗਾ। ਨਾਮ ਸਭ ਤੋਂ ਵੱਡੀ ਉਹਦੀ ਮਾਲਕ ਪਰਮਾਤਮਾ ਦੀ ਤਾਕਤ ਹੈਗੀ ਹੈ, ਪਾਵਰ ਹੈਗੀ ਹੈ। ਇਹ ਵੱਡ ਉੱਚਾ ਹੋਵੇ ਕੋਈ, ਜੇ ਕੋਈ ਇੰਨਾ ਵੱਡਾ ਹੋ ਜਾਏ ਉਹਦੇ ਮਾਲਕ ਦੇ ਬਰੋਬਰ, ਤਿਸ ਉੱਚੇ ਕੋ ਜਾਣੇ ਸੋਏ, ਉਸਨੂੰ, ਉਸ ਉੱਚੇ ਨੂੰ ਉਹੀ ਜਾਣ ਸਕਦਾ ਆ। ਹਾਂਜੀ ਵੀਰ, ਬਿਲਕੁਲ ਠੀਕ ਹੈ। ਉਹ ਬਹੁਤ ਵੱਡਾ ਹੈ, ਇੰਨਾ ਵੱਡਾ ਹੈ ਕਿ ਉਹਦਾ ਬਾਹਰ ਕਿਨਾਰਾ ਲੱਭਣ ਜਾਈਏ ਤੇ ਉਹਦਾ ਕਿਨਾਰਾ ਨਹੀਂ ਮਿਲਣਾ। ਪਰ ਜੇ ਅਸੀਂ ਥੋੜਾ ਜਿਹਾ ਧਿਆਨ ਦਈਏ, ਆਪਣੀ ਸੁਰਤੀ ਨੂੰ ਆਪਣੇ ਅੰਦਰ ਸਮੇਟ ਲਈਏ, ਤੇ ਅਸੀਂ ਉਹਨੂੰ ਜਾਣ ਲੈਂਦੇ ਹਾਂ। ਇੰਨਾ ਆਸਾਨ। ਜੇ ਅਸੀਂ ਬਾਹਰ ਲੱਭਣ ਜਾਈਏ ਨਾ, ਬਹੁਤ ਮੁਸ਼ਕਲ। ਬਹੁਤ ਮੁਸ਼ਕਲ ਕਹਿਣ ਤੋਂ ਭਾਵ ਕਿ ਸਾਗਰ ਨੂੰ ਗਾਗਰ 'ਚ ਪਾਉਣ ਵਾਲੀ ਗੱਲ ਹੋ ਜਾਂਦੀ। ਇੰਨਾ ਔਖਾ ਕੰਮ ਪੋਸੀਬਲ ਹੀ ਨਹੀਂ ਹੁੰਦਾ, ਕਿਉਂਕਿ ਗਾਗਰ ਦੀ ਕਪੈਸਿਟੀ 5-7 ਲੀਟਰ ਦੀ ਹੈਗੀ ਆ, ਤੇ ਸਾਗਰ ਤੇ ਬਹੁਤ ਵਿਸ਼ਾਲ ਹੈ। ਪਰ ਉਸ ਸਾਗਰ ਨੂੰ ਜਾਣਿਆ ਜਾ ਸਕਦਾ ਹੈ ਜੇਕਰ ਅਸੀਂ ਆਪਣੀ ਸੁਰਤੀ ਨੂੰ ਆਪਣੇ ਅੰਤਰਾਕਰਨ 'ਚ ਲੈ ਜਾਂਦੇ ਹਾਂ, ਧਿਆਨ ਸਿਮਰਨ ਦੀ ਮਦਦ ਨਾਲ। ਔਰ ਜਦੋਂ ਨਿਰਵਿਚਾਰ 'ਚ ਹੋ ਕੇ ਆਪਣੇ ਆਪ ਤੇ ਵੇਖਦੇ ਹਾਂ, ਅਸੀਂ ਉਸ ਬ੍ਰਹਮ ਦਾ ਹੀ ਰੂਪ ਹੋ ਜਾਂਦੇ ਹਾਂ, ਔਰ ਬ੍ਰਹਮ ਤੇ ਸਾਡੇ 'ਚ ਕੋਈ ਭੇਦ ਨਹੀਂ ਰਹਿ ਜਾਂਦਾ। ਅਸੀਂ ਉਸ ਬ੍ਰਹਮ ਨੂੰ ਦੇਖ ਲਈਏ, ਪਰ ਉਦੋਂ ਦੇਖਦੇ ਹਾਂ ਜਦੋਂ ਨਦੀ ਮਿਟਣ ਨੂੰ ਤਿਆਰ ਹੋ ਜਾਂਦੀ ਹੈ। ਨਦੀ ਸਮੁੰਦਰ ਨੂੰ ਨਹੀਂ ਜਾਣ ਸਕਦੀ, ਪਰ ਉਦੋਂ ਜਾਣੂਗੀ ਜਦੋਂ ਨਦੀ ਸਮੁੰਦਰ ਦੇ ਵਿੱਚ ਵੜ ਜਾਏਗੀ, ਪ੍ਰਵੇਸ਼ ਕਰ ਜਾਏਗੀ। ਫਿਰ ਨਦੀ ਨਹੀਂ ਰਹਿ ਜਾਂਦੀ ਨਿਜਰ ਸਾਹਿਬ, ਉਹ ਸਮੁੰਦਰ ਹੋ ਜਾਂਦੀ। ਠੀਕ ਹੈ ਜੀ? ਹਾਂਜੀ, ਬਿਲਕੁਲ ਸਹੀ ਗੱਲ। ਜੇਵੜ ਆਪ ਤੇਵੜ, ਜੇਵੜ ਆਪ ਜਾਣੇ ਆਪ। ਕਹਿੰਦੇ ਕਿੰਨਾ ਕੁ ਵੱਡਾ ਹੈ ਮਾਲਕ ਪਰਮਾਤਮਾ, ਕਹਿੰਦੇ ਉਹ ਆਪ ਹੀ ਜਾਣਦਾ ਹੈ ਭਾਈ। ਜੇਵੜ ਆਪ ਜਾਣੇ ਆਪ, ਉਹ ਆਪ ਹੀ ਜਾਣ ਸਕਦਾ ਹੈ। ਨਾਨਕ ਨਦਰੀ ਕਰਮੀ ਦਾਤ, ਔਰ ਜੋ ਵੀ ਦਾਤ ਮਿਲਣੀ ਹੈ, ਜੋ ਵੀ ਬਖਸ਼ਿਸ਼ ਹੋਣੀ ਆ, ਉਹ ਮਾਲਕ ਪਰਮਾਤਮਾ ਦੀ ਮਿਹਰ ਦੇ ਨਾਲ ਹੋਣੀ ਹੈ, ਉਹਦੀ ਕਿਰਪਾ ਦੇ ਨਾਲ ਹੋਣੀ ਹੈ। ਇਸ ਕਰਕੇ ਆਪਾਂ ਨੂੰ ਮਾਲਕ ਪਰਮਾਤਮਾ ਦੀ ਕਿਰਪਾ ਲੈਣੀ ਚਾਹੀਦੀ ਆ, ਕਿਰਪਾ ਦਾ ਪਾਤਰ ਬਣਨਾ ਚਾਹੀਦਾ ਹੈ। ਉਹਦਾ ਹੁਕਮ ਜੋ ਹੈਗਾ ਆਪਣੇ ਵਾਸਤੇ, ਮਨੁੱਖ ਦੇ ਵਾਸਤੇ, ਉਹ ਹੁਕਮ ਨੂੰ ਆਪਾਂ ਨੂੰ ਕਮਾਉਣਾ ਚਾਹੀਦਾ ਹੈ। ਹਾਂਜੀ ਬਿਲਕੁਲ ਠੀਕ ਹੈ ਜੀ। ਕਹਿੰਦੇ ਜੇਵੜ ਆਪ ਜਾਣੇ ਆਪ। ਉਹ ਕਿੱਡਾ ਵੱਡਾ ਹੈ, ਉਹ ਖੁਦ ਹੀ ਜਾਣਦਾ ਹੈ। ਉਹ ਸਾਡਾ ਵਿਸ਼ਾ ਨਹੀਂ ਹੈਗਾ, ਨਾ ਹੀ ਦੱਸ ਸਕਦੇ ਹਾਂ, ਕਿਉਂਕਿ ਖੁਦ ਜਾਣਦਾ ਉਹ ਕਿੱਡਾ ਵੱਡਾ। ਉਹ ਕਿੰਨਾ ਕੁ ਫੈਲਾਓ ਕੀਤਾ ਹੋਇਆ ਹੈ ਔਰ ਕੀ ਹੋ ਰਿਹਾ ਹੈ, ਉਹ ਪਰਮਾਤਮਾ ਹੀ ਜਾਣਦਾ ਹੈ। ਉਹ ਅਸੀਂ ਨਹੀਂ ਜਾਣ ਸਕਦੇ, ਨਾ ਹੀ ਕੋਈ ਦੂਜਾ ਜਾਣ ਸਕਦਾ। ਭਾਵੇਂ ਕਿੰਨੀ ਮਰਜ਼ੀ ਦੁਨੀਆ ਤਰੱਕੀ ਕਰ ਲੇ, ਇਹ ਚੀਜ਼ ਦਾ ਅੰਤ ਨਹੀਂ ਹੈਗਾ। ਤੇ ਨਾਨਕ ਨਦਰੀ ਕਰਮੀ ਦਾ, ਤੇ
ਜਦੋਂ ਪ੍ਰਮਾਤਮਾ ਦੀ ਸਾਡੇ ਤੇ ਮਿਹਰ ਹੋ ਜਾਂਦੀ ਹੈ, ਮਿਹਰ ਤੇ ਹੋ ਹੀ ਜਾਣੀ ਹੈ ਜਦੋਂ ਅਸੀਂ ਦੇ ਦਰ ਤੇ ਰੋਜ਼ ਜਾ ਕੇ ਰੋਜ਼ ਦਿਹਾੜੀ ਜਾ ਕੇ ਬਹਿੰਦੇ ਆ ਅੱਧਾ ਘੰਟਾ 45 ਮਿੰਟ, ਔਰ ਅਸੀਂ ਆਪਣੇ ਜੀਵਨ ਦਾ ਕੁਝ ਸਵਾਸ ਪ੍ਰਮਾਤਮਾ ਦੇ ਚਰਨਾਂ 'ਚ ਦਿੰਦੇ ਆ। ਕੋਈ ਇੱਕ ਸਮਾਂ ਹੁੰਦਾ ਉਹ ਪ੍ਰਮਾਤਮਾ ਜੋ ਆਤਮਾ ਰੂਪੀ ਤੀਰਥ ਹੈ ਉਹ ਸਾਨੂੰ ਕਹਿੰਦਾ ਕਿ ਆ ਜਾ, ਹੁਣ ਬਹੁਤ ਹੋ ਗਿਆ, ਬਹੁਤ ਤੂੰ ਭਟਕ ਲਿਆ, ਪਰ ਹੁਣ ਤੂੰ ਆ ਜਾ, ਮੇਰੇ ਕੋਲ ਵਾਪਸ ਆ ਜਾ। ਪਰ ਬਸ ਇੰਨੀ ਗੱਲ ਆ, ਉਹਦੀ ਦਾਤ ਆ, ਦੇਣੀ ਤੇ ਉਹਨੇ ਆ। ਅਸੀਂ ਤੇ ਕੇਵਲ ਆਪਣੀ ਇੱਕ ਜਿੱਦਾਂ ਮੇਰੇ ਵਰਗਾ ਇੱਕ ਮਤਲਬ ਇੰਟਰਵਿਊ ਦੇਣ ਜਾਂਦੇ ਆ ਨਾ, ਆਪਾਂ ਇੰਟਰਵਿਊ ਦੇਣ ਜਾਂਦੇ ਆ ਤੇ ਕੁਆਲੀਫਾਈਡ ਹੋ ਜਾਂਦੇ ਆ। ਸਾਰੇ ਤੇ ਨਹੀਂ ਹੁੰਦੇ ਪਰ ਕੁਝ ਹੋ ਜਾਂਦੇ ਆ ਨਿੱਜਰ ਸਾਹਿਬ, ਕਈਆਂ ਨੂੰ ਨੌਕਰੀ ਮਿਲ ਜਾਂਦੀ ਹੈ। ਬਿਲਕੁਲ। ਤੇ ਉੱਥੇ ਜਾ ਕੇ ਆਪਾਂ ਤੇ ਧਿਆਨ ਸਿਮਰਨ ਦੇ ਵਿੱਚ ਅਸੀਂ ਤੇ ਇਹ ਕਹਿੰਦੇ ਕਿ ਮੇਰੇ ਪਿਤਾ, ਚਲੋ ਅਸੀਂ ਤੇ ਨਹੀਂ ਕਹਿੰਦੇ ਸਾਡੇ 'ਚ ਗੁਣ ਹੈਗੇ, ਪਰ ਸਾਡੇ 'ਚ ਔਗਣ ਬਹੁਤ ਹੈਗੇ। ਇਹ ਕੰਮ ਅਸੀਂ ਗਰੰਟੀ ਨਾਲ ਕਹਿ ਸਕਦੇ ਹਾਂ ਕਿ ਸਾਡੇ ਕੋਲ ਔਗਣ ਬਹੁਤ ਹੈਗੇ, ਪਰ ਫਿਰ ਵੀ ਸਾਡੇ ਨਾ ਗੁਣ ਤੇ ਔਗਣ ਨਾ ਜਤਾ ਰਹੇ ਕਿ ਸਾਨੂੰ ਅਸੀਂ ਜਿੱਦਾਂ ਦੇ ਵੀ ਹੈਗੇ ਸਾਨੂੰ ਐਕਸੈਪਟ ਕਰੋ, ਕਬੂਲ ਕਰੋ। ਤੇ ਪਰਮਾਤਮਾ ਕਦੋਂ ਕਹਿੰਦਾ ਕਿ ਪਵਿੱਤਰ ਹੋ ਗਿਆ ਨਿੱਜਰ ਸਾਹਿਬ? ਪਰਮਾਤਮਾ ਨੇ ਤੇ ਕਿਤੇ ਕੰਡੀਸ਼ਨ ਹੀ ਨਹੀਂ ਰੱਖੀ ਕਿ ਤੁਸੀਂ ਪਵਿੱਤਰ ਹੋ ਕੇ ਆਓ। ਨਹੀਂ, ਪਰਮਾਤਮਾ ਤੇ ਕਿਤੇ ਨਹੀਂ ਕਿਤੇ। ਉਹ ਲੋਕੀ ਕਹੀ ਜਾਂਦੇ ਵੀ ਇੱਕ ਪਤਾ ਨਹੀਂ ਮੈਂ ਅਖਬਾਰ ਤੇ ਪੜ੍ਹ ਰਿਹਾ ਸੀ, ਕਹਿੰਦੇ ਕਿ ਤੁਸੀਂ ਤਾਂ ਕਰੋ ਆਪਣਾ ਮਨ ਸ਼ਾਂਤ ਕਰਕੇ ਆਇਓ, ਫਲਾਣੇ 5-6 ਗੱਲਾਂ ਲਿਖੀਆਂ ਤੇ ਆ ਕਾਮ, ਕ੍ਰੋਧ, ਲੋਭ, ਮੋਹ ਦਾ ਤਿਆਗ ਕਰਕੇ ਫਿਰ ਸਾਡੇ ਕੋਲ ਆਓ। ਤੇ ਬੰਦਾ ਪੁੱਛੇ ਜਦੋਂ ਇਹ ਤਿਆਗ ਕਰਦਾ ਫਿਰ ਤੇਰੇ ਕੋਲ ਜਾਣ ਦੀ ਕੀ ਲੋੜ ਪਈ? ਮਤਲਬ ਪਰਮਾਤਮਾ ਜਿਹੜੀ ਸ਼ਕਤੀ ਆ ਉਹਦੇ ਕੋਲ ਸਾਡੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ। ਉਹ ਨਹੀਂ ਚਾਹੁੰਦਾ ਕਿ ਫਲਾਣੀ ਚੀਜ਼ ਲੈ ਕੇ ਆ ਤੇ ਫਿਰ ਮੇਰੇ ਕੋਲ ਆ ਜਾ। ਉਹ ਕੇਵਲ ਇੱਕੋ ਸ਼ਕਤੀ ਦੀ ਡਿਮਾਂਡ ਹੈਗੀ ਆ ਕਿ ਤੈਨੂੰ ਆਪਣੇ ਜੀਵਨ 'ਚ ਕੁਝ ਸਵਾਸ ਜਿਹੜੇ ਨੇ ਉਹ ਪਰਮਾਰਥ ਦੀ ਵੱਲ ਲਾਉਣੇ ਪੈਣਗੇ, ਔਰ ਤੈਨੂੰ ਆਤਮਾ ਨੂੰ ਚਿੰਤਨ ਕਰਨਾ ਪਊਗਾ, ਤੈਨੂੰ ਖੁਦ ਆਪਣੀ ਆਤਮਾ ਨੂੰ ਵੇਖਣਾ ਪਊਗਾ। ਔਰ ਜਿੱਦਣ ਤੂੰ ਆਤਮਾ ਨੂੰ ਵੇਖ ਲਿਆ ਨਾ, ਤੇਰੇ ਅੰਦਰ ਦੋ ਚੀਜ਼ਾਂ ਪੈਦਾ ਹੋ ਜਾਣੀਆਂ, ਇੱਕ ਸਬਰ ਤੇ ਇੱਕ ਸੰਤੋਖ। ਇਹ ਆਉਣੇ ਨੇ। ਉਸ ਤੋਂ ਬਾਅਦ ਇੱਕ ਚੀਜ਼ ਹੋਰ ਮਿਲਣੀ ਹੈ, ਵਿਰਾਗ। ਵਿਰਾਗ ਮਿਲੂਗਾ ਤੁਹਾਡੇ ਅੰਦਰ, ਔਰ ਤੁਹਾਡਾ ਦਿਲ ਕਰੇਗਾ ਕਿ ਇਸ ਸੰਸਾਰ ਦੇ ਵਿੱਚ ਹੁਣ ਕੁਛ ਨਹੀਂ ਹੈਗਾ, ਸਭ ਕੁਛ ਰੁਕ ਜਾਣਾ ਹੈ, ਕਿਉਂਕਿ ਜਿਹੜੀ ਸੁਰਤੀ ਸੀ ਜਿੱਥੇ ਜਾਣੀ ਸੀ ਤੇ ਪਹੁੰਚ ਚੁੱਕੀ ਹੈ। ਪ੍ਰਕਿਰਤੀ 'ਚ ਇੰਨੀ ਹਿੰਮਤ ਨਹੀਂ ਹੈ ਕਿ ਉਹ ਆਤਮਾ ਦੇ ਵਿੱਚੋਂ ਸੁਰਤੀ ਨੂੰ ਬਾਹਰ ਕੱਢ ਲੇ। ਜਦੋਂ ਵੀ ਸਹਿਜ ਸਮਾਧੀ ਪ੍ਰਾਪਤ ਹੋ ਗਈ, ਸੁਰਤੀ ਜੋਤ 'ਚ ਰਲ ਗਈ, ਆਤਮਾ 'ਚ ਪੂਰੀ ਲੀਨ ਹੋ ਗਈ, ਬਾਰ-ਬਾਰ ਉੱਥੇ ਜਾਂਦੀ ਹੈ। ਔਰ ਇੱਕ ਸਮਾਂ ਆਊਗਾ ਇੰਨੀ ਇਸ ਸੁਰਤੀ ਨੇ ਪਿਓਰ ਹੋ ਜਾਣਾ ਹੈ। ਔਰ ਇਹ ਜਿਹੜਾ ਮਨ ਹੈ, ਮਨ ਦੀ ਕੋਈ ਹੋਂਦ ਨਹੀਂ ਹੈ, ਮਨ ਤੇ ਬਸ ਮਲੀਨਤਾ ਹੀ ਹੈ ਜਿਹੜੀ ਸੁਰਤੀ ਨੂੰ ਚਿੰਬੜ ਗਈ ਹੈ। ਠੀਕ ਹੈ ਸਾਹਿਬ? ਬਿਲਕੁਲ। ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ, ਬਿਲਕੁਲ ਸਹੀ ਹੈ ਜੀ। ਮਨ ਜਿਹੜਾ ਹੈਗਾ, ਮਨ ਦੀ ਕੋਈ ਹੋਂਦ ਨਹੀਂ ਹੈ। ਮਨ ਜਿਹੜਾ ਹੈਗਾ ਮੈਲ ਹੀ ਹੈਗੀ ਜਿਹੜੀ ਆਪਣੀ ਆਤਮਾ ਤੇ ਚੜੀ ਹੋਈ ਹੈ। ਹਾਂ, ਆਤਮਾ ਤੇ ਨਹੀਂ, ਜਿਸ ਸੁਰਤੀ ਤੇ ਚੜ ਗਈ, ਸੁਰਤੀ ਤੇ। ਸੁਰਤੀ ਜਿਹੜੀ ਨਾ, ਸੁਰਤੀ ਜਿਹੜੀ ਨਾ ਸਾਡੀ ਸੁਰਤੀ ਜੀਵ ਦੀ ਸੁਰਤੀ ਹੁੰਦੀ ਹੈ। ਉਸ ਦੀ ਜੀਵ ਦੀ ਸੁਰਤੀ ਦੋ ਤਰਫ ਗਤੀ ਕਰਦੀ ਹੈ, ਇੱਕ ਬਾਹਰ ਮੁਖੀ ਤੇ ਇੱਕ ਅੰਦਰ ਮੁਖੀ। ਜਿਹੜਾ ਸਾਡੇ ਅੰਦਰ ਸੁਰਤੀ ਹੈ ਨਾ, ਜਿੰਨਾ ਚਿਰ ਤੱਕ ਬਾਹਰ ਮੁਖੀ ਹੈ ਨਾ, ਅਸੀਂ ਸੰਸਾਰ ਨਾਲ ਜੁੜੇ। ਜਦੋਂ ਸੁਰਤੀ ਸਾਡੀ ਅੰਦਰ ਮੁਖੀ ਹੋ ਗਈ, ਫਿਰ ਸਾਡੀ ਉਹਦੀ ਸੁਰਤੀ ਹੈਗੀ ਹੈ, ਉਹਨੇ ਉੱਥੇ ਲੀਨ ਹੋ ਜਾਣਾ। ਜਿੱਦਾਂ ਕਿ ਨਦੀ ਸਮੁੰਦਰ 'ਚ ਚਲ ਜਾਂਦੀ ਹੈ ਤੇ ਕਾਰਜ ਪੂਰਾ ਹੋ ਗਿਆ। ਉਸੇ ਲਈ ਤੇ ਬਾਣੀ 'ਚ ਕਿਹਾ ਜੋਤੀ ਜੋਤ ਰਲੀ। ਬਿਲਕੁਲ। ਆਤਮਾ ਤਾਂ ਪਰਮਾਤਮਾ ਦਾ ਅੰਸ਼ ਹੈਗੀ, ਉਹ ਤਾਂ ਮੈਲੀ ਹੋ ਹੀ ਨਹੀਂ ਸਕਦੀ, ਉਹ ਤਾਂ ਸਵਾਲ ਹੀ ਨਹੀਂ ਪੈਂਦਾ। ਹਾਂ, ਆਤਮਾ ਜਿਹੜੀ ਹੁੰਦੀ ਹੈ ਨਾ, ਆਤਮਾ ਕੁਝ ਲੋਕ ਕਹਿ ਦਿੰਦੇ ਨੇ ਨਿੱਜਰ ਸਾਹਿਬ, ਇਹ ਨਾ ਇਹਦੇ 'ਚ ਬੜੀ ਗੜਬੜ ਹੋ ਜਾਂਦੀ ਹੈ। ਉਹ ਸੋਚਦੇ ਕਿ ਆਤਮਾ ਦੀ ਮਲੀਨਤਾ ਦੂਰ ਕਰਨੀ ਹੈ। ਆਤਮਾ ਮਲੀਨ ਨਹੀਂ ਹੁੰਦੀ, ਉਹ ਤੇ ਪਾਰਸ ਹੈ। ਸਾਡਾ ਜਿਹੜਾ ਮੈਲਾ ਕੁਚੈਲਾ ਕਾਰਨ ਸਰੀਰ ਆ, ਅਸੀਂ ਉਹ ਆਤਮਾ 'ਚ ਜਾ ਕੇ ਧੋਨੇ। ਉਹ ਬਹੁਤ ਪਾਕ ਹੈ। ਉਹ ਆਤਮਾ ਦੇ ਵਿੱਚ ਹੀ ਜਾਂਦੇ ਆ। ਜਦੋਂ ਸੁੱਤੇ ਜਾਂਦੇ ਆ ਸੁਖਾਪਤੀ ਅਵਸਥਾ ਦੇ ਵਿੱਚ, ਉਦੋਂ ਸਾਡੇ ਪਾਪ ਨਹੀਂ ਧੋਤੇ ਜਾ ਸਕਦੇ, ਕਿਉਂਕਿ ਉਦੋਂ ਤੇ ਅਸੀਂ ਬੇਹੋਸ਼ ਹਾਂ। ਪਰ ਜਦੋਂ ਸੁਰਤੀ ਸਾਡੀ ਜਾਗਰਤ ਅਵਸਥਾ ਦੇ ਵਿੱਚ ਮਨ, ਬੁੱਧੀ ਤੇ ਚਿੱਤ ਦੇ ਸਾਹਮਣੇ ਜਦੋਂ ਆਤਮ ਤੱਤ 'ਚ ਲੀਨ ਹੁੰਦੀ ਹੈ, ਉਦੋਂ ਇਹ ਹੁੰਦੀ ਨਹੀਂ ਹੈ, ਇਹ ਵਿਸ਼ਰਾਮ ਅਵਸਥਾ 'ਚ ਚੱਲ ਜਾਂਦੇ ਨੇ। ਔਰ ਉਸ ਤੋਂ ਬਾਅਦ ਹੀ ਫਿਰ ਸਾਡੀ ਜਿਹੜੀ ਸੁਰਤੀ ਹੈ, ਉਹ ਸੁਰਤੀ ਦੇ ਨਾਲੋਂ ਇਹਨਾਂ ਦਾ ਪ੍ਰਭਾਵ ਹੌਲੀ ਹੌਲੀ ਕਰਕੇ ਘਟਣਾ ਸ਼ੁਰੂ ਹੋ ਜਾਂਦਾ ਹੈ। ਔਰ ਬਾਰ-ਬਾਰ ਜਦੋਂ ਅਸੀਂ ਨਿਰਵਿਚਾਰ ਸਮਾਧੀ 'ਚ ਜਾਂਦੇ ਹਾਂ, ਸਵੈ ਦੇ ਵਿੱਚ ਅਸਤ। ਹੁਣ ਵੇਖਿਆ ਨਹੀਂ, ਆਪਾਂ ਕਹਿ ਨਹੀਂ ਦਿੰਦੇ ਕਿ ਸੂਰਜ ਅਸਤ ਹੋ ਗਿਆ, ਸੂਰਜ ਛੁਪ ਗਿਆ। ਇਸੇ ਤਰ੍ਹਾਂ ਸਵੈ ਦੇ ਵਿੱਚ ਅਸਤ ਹੋ ਜਾਣਾ, ਆਪਣੇ ਆਪ 'ਚ ਅਸਤ ਹੋ ਜਾਣਾ। ਕੱਲ ਬਾਣੀ ਕਹਿੰਦੀ ਸੀ ਆਪਾਂ ਨੂੰ ਕਿ ਤੁਸੀਂ ਆਪਣੇ ਆਪ 'ਚ ਅਸਤ ਹੋ ਜਾਓਗਾ। ਇਹ ਕਹਿਣ ਤੋਂ ਭਾਵ ਜਿੱਥੋਂ ਚੀਜ਼ ਅੰਦਰੋਂ ਨਿਕਲੀ ਆ, ਉਹ ਅੰਦਰ ਅਸਤ ਹੋ ਜਾਏ, ਵਾਪਸ ਚੱਲ ਜਾਏ ਉੱਥੇ। ਜਿੱਦਾਂ ਮੱਕੜੀ ਆਪਣੇ ਮੂੰਹ 'ਚ ਜਾਲਾ ਕੱਢੀ ਜਾਂਦੀ ਹੈ, ਉਸੇ ਹੀ ਤਰ੍ਹਾਂ ਅਸੀਂ ਜਾਲਾ ਉਣੀ ਜਾਂਦੇ ਹਾਂ।
ਪਰ ਜੇਕਰ ਅਸੀਂ ਉਣੀ ਜਾਵਾਂਗੇ ਜਾਲਾ ਤੇ ਫਿਰ ਇਹ ਵਿਚਾਰਾਂ ਦਾ ਸੰਸਾਰ ਨਹੀਂ ਜੇ ਖਤਮ ਹੋਣਾ। ਪਰ ਇੱਕ ਤਰੀਕਾ ਹੈਗਾ, ਫਿਰ ਮੱਕੜੀ ਹੌਲੀ ਹੌਲੀ ਕਰਕੇ ਥੋੜੇ ਥੋੜੇ ਜਾਲੇ ਨੂੰ ਮੂੰਹ 'ਚ ਪਾ ਕੇ ਉਹ ਨੈਟ ਨੂੰ ਖਤਮ ਕਰ ਲੈਂਦੀ ਹੈ। ਉਸੇ ਹੀ ਤਰ੍ਹਾਂ ਜੀਵ ਹੈ ਕਿ ਜੀਵ ਨੂੰ ਇਹਨਾਂ ਵਿਚਾਰਾਂ ਰੂਪੀ ਸੰਸਾਰ ਨੂੰ ਖੁਦ ਹੀ ਸਮੇਟਣਾ ਪੈਂਦਾ ਹੈ, ਕਿਉਂਕਿ ਜਦ ਤੱਕ ਵਿਚਾਰ ਨੇ ਤਦ ਤੱਕ ਗਤੀ ਹੈ। ਚਿੰਤਨ ਹੈ ਤੁਹਾਡੇ ਸੰਸਕਾਰ ਵਿਚਾਰਾਂ 'ਚ ਤੇ ਹੈਗੇ, ਜਿੱਦਾਂ ਦਾ ਚਿੱਤ ਹੈਗਾ ਉਸੇ ਹੀ ਕਿਸਮ ਦੇ ਅੰਦਰ ਵਿਚਾਰ ਤੁਹਾਡੇ ਪੈਦਾ ਹੋਣੇ। ਉਹ ਕਹਿੰਦੇ ਜੋਗੀ ਦੇ ਅੰਦਰ ਜੋਗੀ ਤੇ ਭੋਗੀ ਦੇ ਅੰਦਰ ਭੋਗੀ। ਕਿਉਂਕਿ ਜੋਗੀ ਦੇ ਅੰਦਰ ਜੋਗੀ ਹੈ ਤੇ ਭੋਗੀ ਦੇ ਅੰਦਰ ਭੋਗੀ ਹੈ, ਕਿਉਂਕਿ ਉਹਦੇ ਅੰਦਰ ਵਿਚਾਰ ਹੀ ਤੇ ਹੈਗੇ ਨੇ। ਹੁਣ ਦੱਸੋ ਹੁਣ ਮੇਰੀਆਂ ਜਿਹੜੀਆਂ ਆਦਤਾਂ ਨੇ ਕਿੱਥੋਂ ਆਦਤਾਂ ਕਹਿੰਦੇ ਪੰਜਾਬੀ ਦੀ ਕਹਾਵਤ ਹੈ, ਕਹਿੰਦੇ ਵਾਰਿਸ਼ਾਂ ਨਹੀਂ ਆਦਤਾਂ ਜਾਂਦੀਆਂ ਭਾਵੇਂ ਕੱਢੀਏ ਬੋਰੀਆਂ ਬੋਰੀਆਂ। ਆਦਤਾਂ ਦਾ ਕਨੈਕਸ਼ਨ ਹੁੰਦਾ ਹੈ ਸਾਡੇ ਕਾਰਨ ਸਰੀਰ ਦੇ ਨਾਲ, ਸਾਡੇ ਚਿੱਤ ਦੇ ਨਾਲ। ਇਹੋ ਜਿਹਾ ਚਿੱਤ ਆ, ਸਾਡੀਆਂ ਆਦਤਾਂ ਉਸੇ ਹੀ ਕਿਸਮ ਦੀਆਂ ਹੋਣੀਆਂ। ਹੁਣ ਤੁਸੀਂ ਬੱਚਾ ਵੇਖੋ, ਛੋਟਾ ਬੱਚਾ, ਪਰ ਇੱਕ ਤਰੀਕਾ ਹੋਰ ਵੀ ਹੈ। ਜੇ ਛੋਟਾ ਬੱਚਾ ਬੰਦਗੀ ਕਰਨ ਲੱਗ ਜਾਂਦਾ ਹੈ, ਮੰਨ ਲਓ ਘਰ ਦਾ ਮਾਹੌਲ ਚੰਗਾ ਹੈ, ਬੱਚੇ ਸਾਡੀਆਂ ਗੱਲਾਂ ਤੋਂ ਨਹੀਂ ਸਿੱਖਦੇ। ਜੇਕਰ ਅਸੀਂ ਬੰਦਗੀ ਕਰਦੇ ਹਾਂ 5-10 ਮਿੰਟ ਵੇਹਨੇ ਹਾਂ, ਉਹ ਬੱਚੇ ਨੇ ਸਾਨੂੰ ਕਾਪੀ ਕਰਨਾ ਹੀ ਕਰਨਾ, ਉਹਨੇ ਸਾਡੇ ਲਾਗੇ ਬਹਿਣਾ ਹੀ ਬਹਿਣਾ। ਪਰ ਜੇ ਅਸੀਂ ਨਹੀਂ ਬਹਿੰਦੇ, ਅਸੀਂ ਕਿਤੇ ਬੱਚਿਆਂ ਨੂੰ ਏਦਾਂ ਕਰੋ, ਹੁਣ ਮੈਨੂੰ ਲਾ ਲਓ, ਮੈਂ ਚਾਹੁੰਦਾ ਕਿ ਮੇਰੇ ਬੱਚੇ ਮੇਰੀ ਸੇਵਾ ਕਰਨ, ਤੇ ਇਹਦੇ 'ਚ ਸਭ ਤੋਂ ਵੱਡੀ ਗੱਲ ਮੈਨੂੰ ਇੱਕ ਚੀਜ਼ ਨੂੰ ਸਮਝਣੀ ਚਾਹੀਦੀ ਹੈ ਕਿ ਮੈਨੂੰ ਖੁਦ ਆਪਣੇ ਬਜ਼ੁਰਗਾਂ ਦੀ ਸੇਵਾ ਕਰਨੀ ਪਊਗੀ। ਮੇਜਰ ਸਾਹਿਬ ਬਿਲਕੁਲ ਠੀਕ ਹੈ ਜੀ, ਕਿਉਂਕਿ ਉਹਨਾਂ ਦੇ ਛੋਟੇ ਬੱਚਿਆਂ ਦੇ ਦਿਮਾਗ 'ਚ ਵੜ ਗਿਆ, ਉਹ ਅਨਕੌਂਸ਼ੀਅਸ ਮਾਈਂਡ 'ਚ ਚੱਲ ਗਿਆ ਕਿ ਮੇਰਾ ਪਿਓ ਸੇਵਾ ਕਰਨ ਦੇ। ਹੁਣ ਜਦੋਂ ਮੈਂ ਹੀ ਨਹੀਂ ਕਰਨ ਦਿਆ ਤੇ ਮੈਂ ਕਿੱਥੋਂ ਐਕਸਪੈਕਟ ਕਰਨ ਦਿਆ ਕਿ ਉਹ ਮੈਨੂੰ ਕਰਨਗੇ? ਇਟ ਇਜ਼ ਨਾਟ ਪੋਸੀਬਲ, ਪ੍ਰੈਕਟੀਕਲੀ ਤੇ ਪੋਸੀਬਲ ਹੀ ਨਹੀਂ ਹੈਗਾ। ਜੋ ਕੰਮ ਮੈਂ ਕਰਦਾ ਪਿਆ, ਮੈਂ ਚੋਰੀਆਂ ਕਰਨ ਦਿਆ, ਹੁਣ ਮੈਂ ਕਹੂੰਗਾ ਮੇਰੇ ਬੱਚੇ ਵੀ ਚੋਰੀ ਨਾ ਕਰਨ, ਕਿਉਂਕਿ ਉਹਨਾਂ ਨੇ ਮੈਨੂੰ ਵੇਖਣ ਦੇ। ਉਹ ਹੁਣ ਇੱਕ ਪਤੀ ਪਤਨੀ, ਉਹ ਬੱਚਿਆਂ ਦੇ ਸਾਹਮਣੇ ਫਾਈਟ ਕਰ ਰਹੇ ਨੇ, ਹਸਬੈਂਡ ਵਾਈਫ ਬੜਾ ਲੜਾਈ ਝਗੜਾ ਕਰਦੇ ਨੇ, ਬੱਚੇ ਵਹਿੰਦੇ ਪਏ ਨੇ। ਕੱਲ ਨੂੰ ਉਹਨਾਂ ਦੇ ਦਿਮਾਗ 'ਚ ਚੀਜ਼ਾਂ ਵੜੀਆਂ, ਉਹਨਾਂ ਨੇ ਉਹੀ ਚੀਜ਼ ਕਰਨੀ ਹੈ ਜੋ ਅਸੀਂ ਉਹਨਾਂ ਨੂੰ ਸਿਖਾ ਰਹੇ ਹਾਂ, ਜੋ ਅਸੀਂ ਉਹਨਾਂ ਦੇ ਸਾਹਮਣੇ ਕਰ ਰਹੇ ਹਾਂ। ਉਹ CCTV ਕੈਮਰੇ ਹੈਗੇ ਨੇ, ਛੋਟੇ ਛੋਟੇ ਕੈਮਰੇ ਲੱਗੇ ਹੋਏ। ਤੁਹਾਡੇ ਕੋਲ 2 ਬੱਚੇ ਤੇ 2 ਕੈਮਰੇ ਆ, ਇੱਕ ਬੱਚਾ ਲੱਗਾ, ਇੱਕ ਹੈ ਤੇ ਇੱਕ ਕੈਮਰਾ, ਇੱਕ ਚੀਜ਼ ਨੂੰ ਓਬਜ਼ਰਵ ਕਰ ਰਿਹਾ, ਸਾਰਾ ਡਾਟਾ ਉਹਨਾਂ ਦੇ ਅੰਦਰ। ਪਰ ਬਾਅਦ ਦੇ ਵਿੱਚ ਜਦੋਂ ਬੱਚਾ ਵੱਡਾ ਹੋ ਜਾਂਦਾ, ਉਹਨੂੰ ਤੁਸੀਂ ਦੁਨੀਆ ਦਾ ਕੋਈ ਕਾਲਜ ਨਹੀਂ ਬਦਲ ਸਕਦਾ, ਕਿਉਂਕਿ ਪ੍ਰੋਗਰਾਮਿੰਗ ਹੋ ਗਈ ਉਹਦੇ ਦਿਮਾਗ 'ਚ। ਤੁਸੀਂ ਖੁਦ ਕੀ, ਜੇ ਤੁਸੀਂ ਉਹਦੇ ਸਾਹਮਣੇ ਚੰਗੀ ਤਰ੍ਹਾਂ ਜੁੱਤੀਆਂ ਰੱਖਦੇ ਜੋ, ਸਾਂਭ ਕੇ ਰੱਖਦੇ ਜੋ, ਉਹਨੇ ਤੁਹਾਨੂੰ ਵੇਖਣਾ ਉਸੇ ਹੀ ਤਰ੍ਹਾਂ ਉਹਨੇ ਜੁੱਤੀਆਂ ਰੱਖਣੀਆਂ। ਜੇ ਕੋਈ ਤੁਸੀਂ ਜੁੱਤੀ ਇੱਕ ਉੱਥੇ ਸੁੱਟੀ ਤੇ ਇੱਕ ਉੱਥੇ ਸੁੱਟੀ, ਉਹਨੇ ਇਸੇ ਤਰ੍ਹਾਂ ਹੀ ਕਰਨਾ ਹੈ, ਤੁਹਾਨੂੰ ਕਾਪੀ ਕਰੂਗਾ ਪੂਰਾ। ਕਿਉਂਕਿ ਮਾਂ ਹੀ ਤੇ ਮਾਂ-ਬਾਪ ਤੇ ਚਲੋ ਪਿਓ ਦਾ ਵੀ ਹਿੱਸਾ ਹੁੰਦਾ ਹੈ, ਪਰ ਮਾਂ ਦਾ ਬਹੁਤ ਵੱਡੀ ਜ਼ਿੰਮੇਵਾਰੀ ਹੈ ਇੱਕ ਔਲਾਦ ਦੀ ਪਰਵਰਿਸ਼ ਕਰਨ ਦੇ ਵਿੱਚ। ਕਹਿੰਦੇ ਆ ਕਿ ਜੇ ਨਿਜਰ ਸਾਹਿਬ ਜਦੋਂ ਬੱਚਾ ਮਾਂ ਦੀ ਕੁੱਖ 'ਚ ਹੁੰਦਾ ਹੈ ਨਾ, ਜੇ ਮਾਂ ਧਿਆਨ ਨਹੀਂ ਨਾ ਦਿੰਦੀ ਆਪਣੇ ਖਾਣ ਪੀਣ ਦਾ, ਤੇ ਕਹਿੰਦੇ ਬੱਚੇ ਦਾ ਦਿਮਾਗ ਜਿਹੜਾ ਉਹਨੇ ਵੱਡੇ ਸਾਈਜ਼ ਦਾ ਨਹੀਂ ਹੁੰਦਾ ਜਿੰਨਾ ਚਾਹੀਦਾ, ਨਾ ਜ਼ਿਆਦਾ ਖੁਰਾਕ ਚਾਹੀਦੀ ਨਾ ਘੱਟ ਚਾਹੀਦੀ। ਬਿਲਕੁਲ, ਉਹ ਜਿਹੜਾ ਬੱਚੇ ਦਾ ਦਿਮਾਗ ਉਹਨਾਂ ਡਿਵੈਲਪ ਨਹੀਂ ਹੋਣਾ ਜਿੰਨਾ ਸਧਾਰਨ ਬੱਚੇ ਦਾ ਹੁੰਦਾ। ਉਹ ਬੱਚਾ ਹੋਊਗਾ ਪਰ ਥੋੜੀ ਜਿਹੀ ਬੁੱਧੀ ਘੱਟ ਹੋਊਗੀ ਦੂਜੇ ਬੱਚਿਆਂ। ਇਸ ਕਰਕੇ ਸਾਡਾ ਜੀਵਨ ਬਹੁਤ ਵਧੀਆ ਹੈ, ਔਰ ਇਸ ਨੂੰ ਆਪਾਂ ਚੰਗੇ ਤਰੀਕੇ ਨਾਲ ਬਤੀਤ ਕਰਨਾ। ਔਰ ਇੱਕ ਸੁਥਰਾ ਜੀਵਨ ਕਿਸੇ ਲਈ ਨਹੀਂ ਕਰਨਾ। ਕਦੇ ਇਹ ਨਾ ਸੋਚੋ ਕਿ ਚਰਨਜੀਤ ਸਾਹਿਬ ਜਾਂ ਨਿੰਜਰ ਸਾਹਿਬ ਦੇ ਲਈ ਕਰ ਰਹੇ ਜੋ, ਨਹੀਂ। ਤੁਸੀਂ ਇਹ ਜਿਹੜਾ ਖੂਹ ਹੈ ਤੁਹਾਡਾ ਖੂਹ ਹੈ। ਹੁਣ ਇਸ ਜਨਮ 'ਚ ਨਹੀਂ ਪੁੱਟੋਗੇ ਤੇ ਅਗਲੇ ਜਨਮ 'ਚ ਪੁੱਟਣਾ ਪਊਗਾ, ਪੁੱਟਣਾ ਜ਼ਰੂਰ ਪੈਣਾ। ਇਹ ਜੀਵਨ ਦੀ ਕੈਦਾ ਇੱਕ ਪਹੇਲੀ ਹੈ। ਪਰਮਾਤਮਾ ਨੇ ਏਦਾਂ ਦਾ ਹੀ ਸੰਸਾਰ ਬਣਾਇਆ, ਔਰ ਉਹਦੀ ਲੀਲਾ ਹੈ, ਉਹਨੇ ਰਚੀ ਹੈ। ਤੇ ਰਾਜੇ ਜਨਕ ਨੂੰ ਸੁਪਨਾ ਆਇਆ, ਸੁਪਨੇ 'ਚ ਨੇ ਵੇਖਿਆ ਕਿ ਮੈਂ ਕਿਸੇ ਦੂਜੇ ਰਾਜੇ ਨੇ ਮੇਰੇ ਤੇ ਅਟੈਕ ਕਰਤਾ, ਮੈਂ ਭਿਖਾਰੀ ਬਣ ਗਿਆ, ਮੈਂ ਮੰਗਣ ਰੋਟੀ, ਮੇਰੇ ਕੋਲ ਰੋਟੀ ਨਹੀਂ, ਤਿੰਨ ਦਿਨ 2 ਦਿਨ ਤੋਂ ਮੈਂ ਭੁੱਖਾ ਬੈਠਾ ਸੀ, ਉਹ ਵੀ ਰੋਟੀ ਖੋ ਕੇ ਲੈ ਗਿਆ। ਡਰ ਗਿਆ, ਸੁਪਨਾ ਵੇਖ ਕੇ, ਜਿੱਦਾਂ ਬੜਾ ਕੇ ਬੰਦੇ ਉੱਠਦੇ, ਉੱਠ ਕੇ ਬਹਿ ਗਿਆ। ਤੇ ਫਿਰ ਉਹਨੇ ਆਪਣਾ ਪੰਡਿਤ ਨੂੰ ਛੱਡਿਆ, ਅਸ਼ਟਾਵਕਰ ਨੂੰ ਸੱਦਿਆ, ਕਿ ਉਹਨੇ ਕਿਹਾ ਕਿ ਤਾਂ ਆਹ ਸੱਚ ਹੈ ਕਿ ਜਾਂ ਉਹ ਸੱਚ ਹੈ। ਉਹਨੇ ਅਸ਼ਟਾਵਕਰ ਨੇ ਇੱਕ ਹੀ ਗੱਲ ਕਹੀ, ਕਹਿੰਦਾ ਰਾਜਨ ਨਾ ਤੇ ਆਹ ਸੱਚ ਤੇ ਨਾ ਉਹ ਸੱਚ ਹੈ। ਕਹਿੰਦਾ ਉਹ ਸੁਪਨਾ ਜਿੱਦਾਂ ਮਿਟ ਗਿਆ, ਕੱਲ ਨੂੰ ਇਹ ਵੀ ਮਿਟ ਜਾਣਾ ਵਾ। ਇਹ ਇੱਕ ਪੱਕਾ ਥੋੜੀ ਹੈਗਾ ਵਾ। ਤੇ ਵੇਖੋ ਹੁਣ ਰਾਜੇ ਅਸ਼ਟਾਵਕਰ ਜਾਂ ਹੋਰ ਦੂਜੇ ਰਾਜੇ ਰੂਜੇ ਕਿੱਧਰ ਗਏ? ਸਮੇਂ ਨੇ ਉਹਨੂੰ ਚੀਜ਼ ਨੂੰ ਖਤਮ ਕਰ ਦਿੱਤਾ। ਇੱਕ ਸਮਾਂ ਆਊਗਾ ਜਿਹੜੇ ਹੁਣ ਹੈਗੇ ਆ ਇਹ ਵੀ ਖਤਮ ਹੋ ਜਾਣ। ਇਹੋ ਹੀ ਕੁਦਰਤੀ ਨਿਯਮ, ਕੁਦਰਤ ਏਦਾਂ ਹੀ ਚੱਲਦੀ ਹੈ। ਤੇ ਠੀਕ ਹੈ ਨਿਜਰ ਸਾਹਿਬ? ਹਾਂਜੀ, ਬਹੁਤ ਵਧੀਆ ਜੀ। ਤੇ ਬਾਕੀ ਕੁਛ ਨਹੀਂ, ਥੋੜੀਆਂ ਵਿਚਾਰਾਂ ਕੀਤੀਆਂ ਤੁਹਾਡੇ ਨਾਲ। ਥੋੜਾ ਜਿਹਾ ਕਈ ਵਾਰੀ ਕੀ ਹੁੰਦਾ ਹੈ ਕਿ ਥੋੜੀ ਸੈਲਫ ਜ਼ਿਆਦਾ ਮਾਰਨੀ ਪੈਂਦੀ ਹੈ। ਇੰਜਨ ਪੁਰਾਣੇ ਹੋਣ ਨਾ ਤੇ ਵਾਹਵਾ ਚਿਰ ਦੇ ਬੰਦ ਹੋਣ ਤੇ ਵੱਡੀ ਸੈਲਫ ਮਾਰੀਆਂ ਤੇ ਸਟਾਰਟ ਹੋ ਜਾਂਦੇ ਆ। ਓਕੇ ਜੀ, ਨਿਜਰ ਸਾਹਿਬ ਅੱਜ ਦੀ ਸਮਾਪਤੀ ਇੱਥੇ। ਹਾਂਜੀ ਜੀ, ਬਿਲਕੁਲ, ਬਹੁਤ ਵਧੀਆ। ਹਾਂ, ਤੇ ਬਾਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗुरु जी की फतेह। वैसे ही फतेह बुलाई थी। हाँ, कोई सवाल सी करना आपने कि फतेह बुलानी सी बस? कोई बच्चा सीगा शायद। अच्छा, चलो कोई गल हम्म। ते बस ध्यान दिया करो, मेहनत करी जो। साडा काम है छोटा पौधा लाउणा, ਉਹਨੂੰ ਫਲ ਲਾਉਣਾ ਨਹੀਂ ਲਾਉਣਾ, ਉਹਨੂੰ ਫੁੱਲ ਲਾਉਣੇ ਜਾਂ ਨਹੀਂ ਲਾਉਣੇ, ਉਹ ਪ੍ਰਮਾਤਮਾ ਦੇ ਹੱਥ ਆ। ਪਰ ਜੇ ਅਸੀਂ ਲਾਇਆ ਹੀ ਨਹੀਂ ਤੇ ਫਿਰ ਫਲ ਤੇ ਫੁੱਲ ਦਾ ਕਲੇਮ ਨਹੀਂ ਕਰ ਸਕਦੇ। ਕਿਉਂਕਿ ਕੀਤਾ ਹੀ ਕੁਛ ਨਹੀਂ। ਹਾਂ, ਬਿਲਕੁਲ ਸਹੀ। ਆਪਾਂ ਕੁਝ ਕਰਾਂਗੇ ਤੇ ਮੈਂ ਕਲੇਮ ਵੀ ਕਰ ਸਕਦਾ। ਮੈਂ ਕਹੂੰਗਾ ਨਿੱਜਰ ਸਾਹਿਬ ਤੁਸੀਂ ਮੈਨੂੰ ਤਨਖਾਹ ਦਿਓ। ਨਿੱਜਰ ਸਾਹਿਬ ਕਾਹਦੀ ਤਨਖਾਹ? ਨਿੱਜਰ ਸਾਹਿਬ ਮੈਂ ਤੁਹਾਡੇ ਗਾਰਡਨ 'ਚ ਇੰਨਾ ਕੰਮ ਕੀਤਾ, ਵੇਖੋ ਕਿੰਨੇ ਫੁੱਲ ਮੈਂ ਉਗਾਏ। ਤੇ ਨਿੱਜਰ ਸਾਹਿਬ ਨੇ ਸੋਚਣਾ ਹਾਂ ਯਾਰ ਫੁੱਲ ਫਲ ਤੇ ਵਾਹਵਾ ਉੱਗੇ, ਚੱਲ ਪਿਆ ਲੈ ਲਾ 100 ਰੁਪਏ ਲੈ ਲਾ, ਆਪ ਤੇਰਾ ਬਣਦੇ। ਜੇ ਮੈਂ ਕੀਤਾ ਹੀ ਕੁਛ ਨਹੀਂ ਫਿਰ ਮੈਂ ਮੰਗਣ ਕਿੱਥੋਂ ਜਾਊਂਗਾ? ਕੁਛ ਕੀ ਕਹੂੰਗਾ ਕਿ ਮੈਂ ਇਹਨੂੰ ਦੇ ਦੇ ਕੁਛ? ਉਹ ਕਹੂਗਾ ਤੇਰੇ ਕੋਲ ਹੈਗਾ ਕੁਛ? ਨਾਮ ਰੂਪੀ ਰਤਨ ਜਿਹੜਾ ਤੈਨੂੰ ਗ੍ਰੰਥ ਕਹਿ ਰਿਹਾ, ਤੈਨੂੰ ਗ੍ਰੰਥਾਂ ਨੇ ਜ਼ੋਰ ਲਾਇਆ ਸੀ ਕਿ ਇਹ ਰਤਨ ਤੋਂ ਬਿਨਾਂ ਤੇਰੀ ਕੋਈ ਕੀਮਤ ਨਹੀਂ ਹੈਗੀ। ਤੇਰੇ ਕੋਲ ਕੋਈ ਰਤਨ ਹੈਗਾ? ਇੱਕ ਦੋ ਰਤਨ ਹੈਗੀ ਤੇਰੇ? ਉੱਥੇ ਕਹੂੰਗਾ ਕਿ ਮੈਂ ਤੀਰਥਾਂ ਤੇ ਬਹੁਤ ਇਸ਼ਨਾਨ ਕੀਤਾ। ਉਹ ਕਹਿੰਦਾ ਤੈਨੂੰ ਬਾਣੀ ਜੀ ਨਹੀਂ ਕਿਹਾ ਕਿ ਤੀਰਥਾਂ 'ਚ ਇਸ਼ਨਾਨ ਕੀਤਾ ਕੱਲਿਆਂ ਗੱਲ ਨਹੀਂ ਬਣਨੀ? ਉੱਥੇ ਮੱਛੀਆਂ ਵੀ ਤੀਰਥਾਂ ਦੇ ਉਹਦੇ ਜਲਾਂ ਦੇ ਵਿੱਚ ਹੀ ਬੈਠੀਆਂ, ਉਹ ਵੀ ਸਾਰੇ ਬ੍ਰਹਮ ਗਿਆਨੀ ਹੋ ਜਾਣਾ ਵਾ। ਤੇ ਡੱਡੂ ਬੈਠਾ ਪਾਣੀ ਦੇ ਵਿੱਚ, ਉਹ ਵੀ ਨਹਾਉਣ ਦਿਆ। ਤੇ ਉਹ ਕਹਿਣ ਤੋਂ ਭਾਵ ਆ ਕਿ ਬਾਣੀ ਸਾਨੂੰ ਚਾਹੁੰਦੀ ਆ ਵਿਵੇਕ ਬੁੱਧੀ ਦਾ ਵਰਤੋਂ ਕੀਤੀ ਜਾਵੇ। ਤੇ ਵਿਵੇਕ ਬੁੱਧੀ ਤੋਂ ਬਿਨਾਂ ਜਿਹੜਾ ਜੀਵਨ ਉੱਚਾ ਨਹੀਂ ਹੁੰਦਾ। ਔਰ ਪ੍ਰਮਾਤਮਾ ਨੇ ਸਾਨੂੰ ਜਿੱਦਾਂ ਇੱਕ ਸਾਡੇ ਅੰਦਰ ਬੁੱਧੀ ਦਿੱਤੀ ਆ, ਬੁੱਧੀ ਸਾਡਾ ਜੀਵਨ ਚੁੱਕਣਾ ਚਾਹੁੰਦੀ ਹੈ। ਬੁੱਧੀ ਸਾਨੂੰ ਖਤਰਾ ਦੱਸਦੀ ਹੈ ਕਿ ਖਤਰਾ ਹੈਗਾ। ਬੁੱਧੀ ਸਾਨੂੰ ਇਹ ਵੀ ਦੱਸਦੀ ਆ ਕਿ ਇਹ ਬੰਦੇ ਕੋਲ ਨਕਲੀ ਗਿਆਨ ਹੈ। ਬੁੱਧੀ ਆਪਣਾ ਫਰਜ਼ ਪੂਰਾ ਨਿਭਾਉਂਦੀ। ਉਹ ਮਨ ਨੱਪਦੇ ਵੱਖਰੀ ਗੱਲ ਹੈ, ਗਰਾਗ ਦੇ ਵਿੱਚ ਆ ਕੇ ਕਹਿ ਦੇ ਕਿ ਸਹੀ ਨਹੀਂ ਆ, ਗਲਤ ਆ, ਜੋ ਵੀ ਆ। ਪਰ ਬੁੱਧੀ ਬੰਦੇ ਨੂੰ ਕਹਿੰਦੀ ਹੈ ਕਿ ਤੂੰ ਜਿਹੜੇ ਕਿਸ਼ਤੀ 'ਚ ਬੈਠਾ ਹੈ ਨਕਲੀ ਹੈ। ਪਰ ਬੰਦਾ ਜਾਣ ਬੁੱਝ ਕੇ ਆਪਣੀ ਬੁੱਧੀ ਤੇ ਓਵਰ ਪਾਵਰ ਕਰਦਾ, ਉਹਨੂੰ ਨੱਪ ਦਿੰਦਾ ਹੈ ਤੇ ਉਹ ਅਗਿਆਨਤਾ ਪੂਰਵ ਕਾਰਜ ਕਰਦਾ ਹੈ। ਔਰ ਤਦ ਤੱਕ ਉਹ ਕਿਸ਼ਤੀ ਤੋਂ ਨਹੀਂ ਉਤਰਦਾ ਜਦ ਤੱਕ ਉਹ ਕਿਸ਼ਤੀ ਡੁੱਬ ਨਹੀਂ ਜਾਂਦੀ। ਤੋ ਧਿਆਨ ਦਿਆ ਕਰੋ। ਇੰਨੀਆਂ ਵਿਚਾਰ ਅੱਜ ਆਪਾਂ ਇੱਥੇ ਸਮਾਪਤ ਕਰਦੇ ਹਾਂ ਤੇ ਹੁਣ ਆਪਾਂ ਸਾਰੇ ਨਿਰਵਿਚਾਰ ਸਮਾਧੀ ਦੇ ਵਿੱਚ ਜਾਂਦੇ ਹਾਂ।